stories, the katha of Guru Nanak Dev Satguru Ji's Jeevan, Bhai Sahib Ji says that even if you listen with full concentration, because what happens when you listen with full concentration is Sat Sangat Ji, it then goes into your mind, it stays within your consciousness. ਧਿਆਨ ਨਾਲ ਸੁਣੀ ਗੱਲ ਚਿੱਤ ਵਿੱਚ ਵਸਦੀ ਹੈ। ਤੇ ਭਾਈ ਸਾਹਿਬ ਜੀ ਇਸ ਚੀਜ਼ ਨਾਲ ਵਾਕਿਫ ਸੀ ਵੀ ਗੁਰੂ ਨਾਨਕ ਦੇਵ ਜੀਆਂ ਦਾ ਅੰਮ੍ਰਿਤਮਈ ਜੀਵਨ ਆਪ ਅੰਮ੍ਰਿਤ ਹੈ ਤੇ ਜਿਹੜਾ ਇਸ ਜੀਵਨ ਨੂੰ ਅੰਮ੍ਰਿਤ ਰੂਪੀ ਜੀਵਨ ਨੂੰ ਛਕੇਗਾ ਸਾਧ ਸੰਗਤ ਜੀ ਉਸ ਦੇ ਅੰਦਰ ਵੀ ਅੰਮ੍ਰਿਤ ਵਰਸੇਗਾ। So Bhai Sahib Ji is literally saying that if you listen to this katha with full concentration, the benefits are immense, ਬਹੁਤ ਵੱਡੇ ਲਾਭ ਨੇ, ਵੱਡੇ ਫਲ ਨੇ ਕਿ ਪਵੋ ਦਿਦ ਤਰ ਹੀ, ਇਹ ਭਵ ਸਾਗਰ ਤੋਂ ਤੂੰ ਤਰੇਂਗਾ। ਤੇ ਸਾਧ ਸੰਗਤ ਜੀ 4 ਦਿਨ ਹੋ ਗਏ ਆਪਾਂ ਕਥਾ ਸ਼ਰਵਣ ਕਰਨ ਤੋਂ ਪਹਿਲਾਂ ਜਿਹੜੇ 4 ਸ਼ਬਦ ਦਾ ਅਸੀਂ ਮੰਗਲ ਪੜ੍ਹਦੇ ਹਾਂ। At the start of katha we read 4 shabads every time on every divan. These are called mangals, an opening, a prelude before the real katha starts. ਇਹ ਕਿਉਂ ਪੜ੍ਹੇ ਜਾਂਦੇ ਨੇ ਸਾਧ ਸੰਗਤ ਜੀ? ਟੂਕ ਮਾਤਰ ਦੱਸ ਕਰਕੇ ਤੇ ਕਥਾ ਵਿੱਚ ਚਲੀਏ। ਮੰਗਲ, ਲਿਟਰਲੀ the 4 shabads that we read before starting katha, ਮੰਗਲ ਦੇ ਇੱਥੇ ਘੱਟੋ ਘੱਟ 2 ਅਰਥ ਬਣਦੇ ਨੇ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਮੰਗਲ ਦਾ ਅਰਥ ਹੈ ਖੁਸ਼ੀ। ਆਵੋ ਮੀਤ ਪਿਆਰੇ ਮੰਗਲ ਗਾਵਹੁ ਨਾਰੇ। ਮੰਗਲ, the word literally means happiness. When a kathavachak, when any one of us in any task, before they start something, ਪੁਰਾਣੇ ਜ਼ਮਾਨੇ 'ਚ ਸਾਧ ਸੰਗਤ ਜੀ ਚਿੱਠੀ ਲਿਖਣੀ ਹੋਵੇ ਤੇ ਗੁਰਸਿੱਖ ਪਹਿਲਾਂ ਉੱਪਰ ਲਿਖਦੇ ਹੁੰਦੇ ਸੀ ਏਕ ਓਂਕਾਰ ਸਤਿਗੁਰ ਪ੍ਰਸਾਦ ਜਾਂ ਅਕਾਲ ਸਹਾਏ। ਇਹੋ ਜਿਹੇ ਸ਼ਬਦ ਗੁਰਸਿੱਖ ਪੱਤਰ, ਹੁਕਮਨਾਮੇ, ਚਿੱਠੀਆਂ ਆਦਿਕ ਲਿਖਣ ਤੋਂ ਪਹਿਲਾਂ ਮੰਗਲ ਕਰਕੇ ਤੇ ਸ਼ੁਰੂ ਕਰਦੇ ਸੀ। ਕਿਉਂ? ਵੀ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਹੋਵੇ। ਤੇ ਵਿਦਵਾਨਾਂ ਨੇ ਮੰਗਲ ਦਾ ਇੱਕ ਦੂਜਾ ਅਰਥ ਵੀ ਦੱਸਿਆ। ਦਿਸ ਇਜ਼ ਸੈਕੰਡ ਮੀਨਿੰਗ ਟੂ ਮੰਗਲ। ਇਫ ਯੂ ਬ੍ਰੇਕ ਦੈਟ ਵਰਡ ਡਾਊਨ, ਮੰਗਲ, ਉਸ ਨੂੰ ਤੋੜ ਕੇ ਦੇਖੀਏ ਸਾਧ ਸੰਗਤ ਜੀ, ਤੇ ਮੰਗਲ ਬਣਦਾ ਹੈ ਮੰਗ ਲੈ। ਆਖੋ ਸਤਨਾਮ। ਮੰਗ ਲੈ। ਇਟ ਇਜ਼ ਦ ਟਾਈਮ that you used to ask Satguru Ji to shower kirpa on you. ਵੀ ਮਹਾਰਾਜ ਜੀ ਮੈਂ ਕੋਈ ਕਾਰਜ ਆਰੰਭ ਕਰਨ ਜਾ ਰਿਹਾ ਹਾਂ, ਸਤਿਗੁਰੂ ਆਈ ਐਮ ਅਬਾਊਟ ਟੂ ਸਟਾਰਟ ਅ ਟਾਸਕ, ਭਾਵੇਂ ਕਥਾ ਹੋਵੇ, ਕੀਰਤਨ ਹੋਵੇ, ਜੋ ਵੀ ਹੋਵੇ। ਪੁਰਾਤਨ ਸਮੇਂ 'ਚ ਤੋਂ ਲੈ ਕਰਕੇ ਸਾਧ ਸੰਗਤ ਜੀ ਗੁਰਸਿੱਖਾਂ ਦੀ ਰਹੁ ਰੀਤੀ ਹੈ ਮੰਗਲ ਕਹਿ ਕੇ ਇੱਕ ਤੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨੀ ਤੇ ਉੱਤੋਂ ਸਾਧ ਸੰਗਤ ਜੀ ਮਹਾਰਾਜ ਕੋਲੋਂ ਆਗਿਆ ਮੰਗ ਲੈਣੀ। ਤੇ ਆਓ ਅੱਜ ਕਥਾ ਦੇ ਜੋ ਪ੍ਰਕਰਨ ਹੈ, ਮੈਂ ਜਿਸ ਵੇਲੇ ਉੱਪਰ ਆ ਰਿਹਾ ਸੀ ਤੇ ਸੋਚ ਰਿਹਾ ਸੀ ਮਨ ਵਿੱਚ ਕਿ ਦੇਖੋ ਗੁਰੂ ਨਾਨਕ ਦੇਵ ਜੀਆਂ ਦੀ ਖੇਡ। ਅੱਜ ਜਿਸ ਗੁਰਸਿੱਖ ਬਾਰੇ ਅਸੀਂ ਵਿਚਾਰ ਕਰਨੀ ਹੈ ਨਾ, ਜੋ ਕੱਲ ਤੁਹਾਨੂੰ ਮੈਂ ਥੋੜ੍ਹੀ ਗੱਲ ਦੱਸੀ ਸੀ, I gave you a bit of suspense, I left you hanging, that today we are going to discuss about someone that immensely loves Guru Nanak. And today in the honor of that ਗੁਰਸਿੱਖ, ਮੇਰੇ ਸਤਿਗੁਰੂ ਨੇ ਆਪਣੇ ਰਬਾਬੀ ਕੀਰਤਨੀਏ ਭੇਜ ਕਰਕੇ 33 ਸਾਜ਼ਾਂ ਨਾਲ ਸਾਰੀ ਸੰਗਤ ਨੂੰ ਕੀਰਤਨ ਸੁਣਾਇਆ। ਆਖੋ ਸਤਨਾਮ। ਸਤਿਗੁਰ ਜਾਗਤਾ ਹੈ ਦੇਵ, ਪ੍ਰਤੱਖ ਵਰਤਦੇ ਨੇ ਸਤਿਗੁਰੂ। ਸੋ ਆਓ, before we start the katha, it is my aim that every day I've been putting across a literally work of Kavi Raj Bhai Santokh Singh Ji. ਮੇਰੀ ਇੱਕ ਨਿਮਾਣਾ ਜਿਹਾ ਮੇਰਾ ਯਤਨ ਰਿਹਾ ਵੀ ਰੋਜ਼ ਤੁਹਾਡੇ ਨਾਲ ਕੋਈ ਨਾ ਕੋਈ ਕਵੀਸ਼ਰੀ ਜਾਂ ਭਾਈ ਵੀਰ ਸਿੰਘ ਜੀ ਦੀ ਹੋਵੇ ਜਾਂ ਭਾਈ ਸੰਤੋਖ ਸਿੰਘ ਜੀ ਦੀ ਹੋਵੇ। ਐਵਰੀ ਡੇ ਵੀ ਬੀਨ ਸੀਇੰਗ ਅ ਪੋਮ ਐਂਡ ਵਾਟ ਨਾਟ। ਐਂਡ ਅੱਜ ਸਾਧ ਸੰਗਤ ਜੀ ਭਾਈ ਸਾਹਿਬ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ, he's asking from Agya in one of the chapters of ਨਾਨਕ ਪ੍ਰਕਾਸ਼, ਇੱਕ ਅਧਿਆਏ ਦੇ ਸ਼ੁਰੂਆਤ ਵਿੱਚ ਗੁਰੂ ਪਿਆਰਿਓ ਕਵੀ ਰਾਜ ਭਾਈ ਸੰਤੋਖ ਸਿੰਘ ਜੀ, look at what he's asking. ਭੂਲ ਜੋ ਚੂਕ ਭਈ ਹਮ ਤੇ ਗੁਰ, ਕਿੰਕਰ ਸੋ ਤੁਮ ਤੇ ਬਖਸ਼ਾਵਤ। ਮਹਾਰਾਜ, even whatever big or small mistakes that I make, Satguru Ji, I am still your servant. ਹੈ ਤਾਂ ਤੁਹਾਡਾ, ਭਾਵੇਂ ਮੇਰੀਆਂ ਗਲਤੀਆਂ ਵੱਡੀਆਂ ਹੋਣ ਜਾਂ ਛੋਟੀਆਂ, ਹੈ ਮੈਂ ਤੁਹਾਡਾ ਤੇ ਮੈਨੂੰ ਬਖਸ਼ਣ ਵਾਲੇ ਕੇਵਲ ਤੇ ਕੇਵਲ ਤੁਸੀਂ ਹੋ। ਤੇ ਅੱਗੇ ਭਾਈ ਸਾਹਿਬ ਕਹਿੰਦੇ ਨੇ, ਲਾਜ ਰੱਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਹੀ ਕਹਾਵਤ। ਦੇਖੋ ਪਿਆਰ ਭਰੇ ਬਚਨ ਮਹਾਰਾਜ ਅੱਗੇ ਇੱਕ ਤਰਲਾ, ਇੱਕ ਬੇਨਤੀ। ਦਿਸ ਇਜ਼ ਐਨ ਐਗਜ਼ਾਮਪਲ ਆਫ ਅ ਮੰਗਲ। ਵਾਟ ਆਈ ਐਮ ਰੀਡਿੰਗ ਟੂ ਯੂ, ਆ ਪੰਕਤੀਆਂ ਜਿਹੜੀਆਂ ਨੇ, ਥੀਸ ਆਰ ਮੰਗਲਸ।
ਇੱਥੇ ਸਤਿਗੁਰੂ ਦੀ ਖੁਸ਼ੀ ਦੀ ਪ੍ਰਾਪਤੀ ਕਰ ਰਹੇ ਨੇ ਭਾਈ ਸਾਹਿਬ, ਆਪਣੀ ਨਿਮਰਤਾ ਦਿਖਾ ਰਹੇ ਨੇ ਤੇ ਮਹਾਰਾਜ ਜੀ ਕੋਲੋਂ ਕੁਝ ਮੰਗ ਰਹੇ ਨੇ। ਤੇ ਗੁਰੂ ਪਿਆਰਿਓ ਦੇਖੋ, ਪਿਆਰ ਭਰੇ ਬਚਨ, ਲਾਜ ਰੱਖੋ ਨਿਜ ਨਾਮੈ ਕੀ। ਮਹਾਰਾਜ ਜੀ ਮੈਂ ਨਾ ਦੁਨੀਆ ਦੇ ਵਿੱਚ ਅਖਵਾਉਂਦਾ ਹਾਂ ਕਿ ਮੈਂ ਤੁਹਾਡਾ ਸਿੱਖ ਹਾਂ, ਸਤਿਗੁਰੂ ਜੀ ਮੇਰੀ ਲਾਜ ਰੱਖ ਲਿਓ, ਪਲੀਜ਼ ਪ੍ਰੋਟੈਕਟ ਮਾਈ ਆਨਰ, ਕਿ ਆਈ ਗੋ ਆਊਟ ਐਂਡ ਆਈ ਟੈਲ ਦ ਵਰਲਡ ਦੈਟ ਆਈ ਐਮ ਅ ਸਿੱਖ ਆਫ ਯੋਰਸ। ਤੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਆਪ ਜੀ ਦੇ ਇਸ ਨਾਮ ਦੀ ਲੱਜਾ ਰੱਖ ਲਿਓ। ਤੇ ਅੱਗੇ ਕਹਿੰਦੇ ਨੇ, ਤੂੰ ਬਖਸ਼ੰਦ ਸਦਾ ਦੁਖਦਾਇਕ, ਮੋ ਮਨ ਨਾਹੇ ਬਿਖੈ ਛੁਟਕਾਵਤ। ਅੱਗਿਓਂ ਅਖੀਰਲੀ ਪੰਕਤੀ 'ਚ, ਲੋਹ ਤੇ ਹੇਮ ਏਰੰਡ ਤੇ ਚੰਦਨ, ਮਾਨਖ ਤੇ ਸੁਰ ਤੂੰ ਹੀ ਬਨਾਵਤ। ਪਾਤਸ਼ਾਹ ਜੀ ਤੁਸੀਂ ਜਿਸ ਚੀਜ਼ ਨੂੰ ਮੁਮਕਿਨ ਕਰਨ ਵਾਲੇ ਹੋ ਨਾ, ਐਸੀ ਤੁਹਾਡੇ ਅੰਦਰ ਕਲਾ ਹੈ, ਸ਼ਕਤੀ ਹੈ। ਲੁੱਕ ਐਟ ਦ ਗ੍ਰੇਟਨੈਸ ਆਫ ਗੁਰੂ ਸਾਹਿਬ। ਭਾਈ ਸਾਹਿਬ is saying you are capable of turning iron into gold। ਲੋਹੇ ਤੋਂ ਤੁਸੀਂ ਸੋਨਾ ਬਣਾਉਣ ਵਾਲੇ ਹੋ ਸਤਿਗੁਰੂ। ਏਰੰਡ, this word comes in ਗੁਰਬਾਣੀ many times। ਏਰੰਡ ਜਿਹੜਾ ਹੈ ਸਾਧ ਸੰਗਤ ਜੀ, ਇੱਕ ਐਸਾ ਪੌਦਾ ਹੁੰਦਾ, ਦਰਖਤ ਹੁੰਦਾ, ਜਿਸ ਦੇ ਵਿੱਚ ਇਹ ਜ਼ਹਿਰੀਲਾ ਹੁੰਦਾ ਹੈ। ਤੇ ਮਹਾਰਾਜ ਜੀ ਦੇ ਉਸਤਤ ਵਿੱਚ ਕਹਿੰਦੇ ਨੇ ਕਿ ਏਰੰਡ ਵਰਗਾ ਦਰਖਤ ਜਿਹੜਾ ਹੈ, ਇਸ ਨੂੰ ਤੁਸੀਂ ਚੰਦਨ ਰੂਪੀ ਬਣਾ ਕੇ ਤੇ ਸਤਿਗੁਰੂ ਬਦਲਦੇ ਨੇ। ਸਾਧ ਸੰਗਤ ਜੀ, these words that ਭਾਈ ਸੰਤੋਖ ਸਿੰਘ ਜੀ writes, it is mimicked by what ਗੁਰਬਾਣੀ says in ਭੱਟਾਂ ਦੀ ਬਾਣੀ। ਜਦੋਂ ਭੱਟਾਂ ਦੀ ਬਾਣੀ ਪੜ੍ਹਦੇ ਆ ਤਾਂ ਮਹਾਰਾਜ ਜੀ ਦੀ ਉਸਤਤੀ ਵਿੱਚ ਭੱਟ ਸਾਹਿਬਾਂ ਕਹਿੰਦੇ ਨੇ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ੂ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰ ਲਈ, those that have touched, those that have joined the feet of Guru Nanak Dev Ji, they have turned। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ੂ ਪ੍ਰੇਤ। ਪਸ਼ੂਆਂ ਵਰਗੇ ਸੀ ਪਹਿਲਾਂ, ਭੂਤ ਪ੍ਰੇਤਾਂ ਵਰਗੇ ਸੀ ਉਹਨਾਂ ਦੇ ਜੀਵਨ, ਤੇ ਮਹਾਰਾਜ ਜੀ ਨੇ ਬਦਲ ਕੇ ਸੁਰ ਨਰ, ਸੁਰ ਨਰ ਮੀਨਸ ਐਂਜੈਲਿਕ ਬੀਇੰਗਸ, ਦੇਵੀ ਦੇਵਤਿਆਂ ਫਰਿਸ਼ਤਿਆਂ ਵਰਗੇ ਉਹਨਾਂ ਦੇ ਜੀਵਨ ਮੇਰੇ ਸਤਿਗੁਰੂ ਜੀ ਨੇ ਬਣਾ ਦਿੱਤੇ। ਤੇ ਮੇਰੇ ਗੁਰੂ ਨਾਨਕ ਦੇਵ ਜੀ ਦੀ ਨਿਗਾਹ ਐਸੀ ਹੈ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਜਦੋਂ ਮਹਾਰਾਜ ਜੀ ਕਿਸੇ ਵੱਲ ਆਪਣੀ ਨਿਗਾਹ ਮਾਰ ਕੇ ਦੇਖ ਲੈਣ, at that person whom ਸਤਿਗੁਰੂ ਜੀ blesses with their glance, ਸਤ ਸੰਗਤ ਜੀ, ਮਹਾਰਾਜ ਜਿਨ੍ਹਾਂ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਲੈਣ, ਤੇ ਸਾਧ ਸੰਗਤ ਜੀ ਭੱਟ ਸਾਹਿਬਾਨ ਕਹਿੰਦੇ ਨੇ, ਲੋਹੋ ਹੋਇਓ ਲਾਲ। ਲੋਹਾ, metal turns into lal. Lal means precious jewels, rubies and what not। ਗੁਰੂ ਪਿਆਰਿਓ, ਭਾਈ ਸਾਹਿਬ ਜੀ ਦੀ ਇਸ ਮੰਗਲ ਤੋਂ ਹੁਣ ਆਪਾਂ ਸਿੱਖਿਆ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲਈਏ ਤੇ ਅੱਜ ਦਾ ਜਿਹੜਾ ਪ੍ਰਕਰਨ ਹੈ ਆਰੰਭ ਕਰੀਏ। Today we are going to discuss someone who has an amazing relationship with ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਕੌਣ ਨੇ ਸਾਧ ਸੰਗਤ ਜੀ? ਤੁਰੇ ਜਾ ਰਹੇ ਨੇ। ਦੇਖੋ, ਰਾਤ ਦੀ ਹਨੇਰੀ ਹੈ, ਖੇਤ ਵਾਲਾ ਇਲਾਕਾ ਹੈ, ਪਿੰਡੂ ਇਲਾਕਾ ਹੈ। ਸਾਧ ਸੰਗਤ ਜੀ, ਆਯੂ ਇਤਨੀ ਬੁਢੇਪੇ ਵਾਲੀ ਨਹੀਂ, ਤੇ ਆਪਣੇ ਸੀਨੇ ਤੇ ਉੱਪਰ ਚੱਕ ਕੇ, ਸੀਸ ਦੇ ਉੱਤੇ ਕੀ ਚੱਕ ਕੇ ਲੈ ਜਾ ਰਹੇ ਨੇ ਸਾਧ ਸੰਗਤ ਜੀ? ਦੇਖੋ, ਰਬਾਬ ਚੱਕ ਕੇ ਲੈ ਜਾ ਰਹੇ ਨੇ। ਆਖੋ ਸਤਨਾਮ। ਅੱਜ ਅਸੀਂ ਇਸ ਗੁਰਸਿੱਖ ਦਾ ਨਾਤਾ ਮੇਰੇ ਗੁਰੂ ਨਾਨਕ ਦੇਵ ਜੀਆਂ ਨਾਲ ਦੇਖਣਾ, ਕਿਉਂਕਿ ਇਹ ਪ੍ਰਸੰਗ ਜਿਹੜਾ ਹੈ, ਆਪਾਂ ਜਿਤਨੇ ਵੀ ਇੱਥੇ ਬੈਠੇ ਆ, ਕਿਸੇ ਨਾ ਕਿਸੇ ਤੌਰ ਸਮੇਂ ਤੇ ਅਸੀਂ ਕਿਸੇ ਨਾ ਕਿਸੇ ਸਮੇਂ ਤੇ ਕੀਰਤਨ ਰੂਪ ਜ਼ਰੂਰ ਹਾਜ਼ਰੀ ਗੁਰੂ ਦੇ ਅੱਗੇ ਭਰੀ ਹੋਵੇਗੀ। And there's so much to learn from their ਜੀਵਨ। ਸੋ ਸਾਧ ਸੰਗਤ ਜੀ, ਆਓ ਮੇਰੇ ਧੰਨ ਗੁਰੂ ਨਾਨਕ ਦੇਵ ਜੀਆਂ ਦੇ ਐਸੇ ਲਾਲਾਂ ਦੀ ਅੱਜ ਵਿਚਾਰ ਕਰੀਏ। ਭਾਈ ਸਾਹਿਬ ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਅੱਜ ਬੇਮਿਸਾਲ ਜੀਵਨ ਹੈ, ਪਰ ਚਰਚਾ ਇਹਨਾਂ ਦੀ ਬਹੁਤ ਅਸੀਂ ਘੱਟ ਕਰਦੇ ਹਾਂ। We only know him as the guy that irritates ਗੁਰੂ ਨਾਨਕ ਦੇਵ ਜੀ। ਕਦੇ ਭੁੱਖ ਲੱਗ ਜਾਂਦੀ, ਕਦੇ ਪਿਆਸ ਲੱਗ ਜਾਂਦੀ, ਕਦੇ ਜੀ ਮਹਾਰਾਜ ਮੈਂ ਘਰ ਨੂੰ ਚੱਲਿਆ। ਸਾਨੂੰ ਇਹਨਾਂ ਚੀਜ਼ਾਂ ਦਾ ਪਤਾ, ਇਹ ਵੀ ਪਤਾ ਕਿ ਬੇਮਿਸਾਲ ਰਬਾਬੀ ਸਨ। We know that he was a great rebec player।
ਪਰ ਇਸ ਤੋਂ ਇਲਾਵਾ ਸ਼ਾਇਦ ਕੁਝ ਕੁ ਗੱਲਾਂ ਤੋਂ ਇਲਾਵਾ ਸਾਧ ਸੰਗਤ ਜੀ ਬਹੁਤਾਤ ਜੋ ਇਤਿਹਾਸ ਹੈ, a majority of history pertaining to ਭਾਈ ਸਾਹਿਬ ਜੀ we may not know. So ਆਓ moving on from where we left ਗੁਰੂ ਨਾਨਕ ਦੇਵ ਜੀ history yesterday, ਕੱਲ ਆਪਾਂ ਵਿਚਾਰ ਕੀਤੀ ਕਿਵੇਂ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ, ਕਿਵੇਂ ਮਹਾਰਾਜ ਜੀਆਂ ਦਾ ਨਾਮ ਨਾਨਕ ਰੱਖਿਆ ਗਿਆ। ਗੁਰੂ ਪਿਆਰਿਓ, ਕੱਲ ਆਪਾਂ ਸੁਣਿਆ ਸੀ ਕਿ 13 ਦਿਨ ਲੱਗੇ ਪੰਡਿਤ ਹਰਦਿਆਲ ਜੀ ਨੂੰ ਨਾਮ ਨਾਨਕ ਰੱਖਣ ਲਈ। ਤੇ ਕਈ ਇਹ ਜੋ ਆਪ ਜੀ ਨੂੰ ਕੱਲ ਸੁਣਾਇਆ ਸ੍ਰੀ ਨਾਨਕ ਪ੍ਰਕਾਸ਼ ਜੀ ਤੋਂ ਹੈ। ਕਈ ਇਤਿਹਾਸਕ ਗ੍ਰੰਥ ਇਹ ਵੀ ਕਹਿੰਦੇ ਨੇ ਕਿ ਉਸ ਵੇਲੇ ਮਹਾਰਾਜ ਜੀਆਂ ਦਾ ਨਾਂ ਨਾਨਕ ਆਪਣੀ ਭੈਣ ਨਾਨਕੀ ਦੇ ਨਾਮ ਤੋਂ ਰੱਖਿਆ ਗਿਆ। So there are two variations, but I'm mostly concentrating on Sri Nanak Prakash. ਪਰ ਜੇ ਕੋਈ ਸਵਾਲ ਹੋਵੇ ਤਾਂ ਬਾਅਦ ਵਿੱਚ ਜਦੋਂ ਮਰਜ਼ੀ ਪੁੱਛ ਲਿਓ। ਤੇ ਨਾਮ ਤੋਂ ਬਾਅਦ ਅਸੀਂ ਕੱਲ ਗੁਰੂ ਸਾਹਿਬ ਜੀਆਂ ਦੀ ਬਾਲ ਲੀਲਾ ਸੁਣੀ। We heard the childhood of Guru Nanak Dev Satguru। ਮਹਾਰਾਜ ਕਿਵੇਂ ਕੀ ਕੌਤਕ ਵਰਤਦੇ ਨੇ, ਆਪਣੇ ਸਹੇਲਿਆਂ ਦੇ ਨਾਲ ਕੀ ਕਰਦੇ ਨੇ। ਜਦੋਂ ਸਤਿਗੁਰੂ ਜੀ ਪਿੰਡ ਇਲਾਕੇ 'ਚ ਜਾ ਕਰਕੇ ਗਿਆਨ ਪ੍ਰਾਪਤ ਕਰਦੇ ਨੇ, ਕੁਤਬਦੀਨ ਵਰਗੇ ਗੋਪਾਲ ਪਾਂਡਿਆਂ ਕੋਲ, ਮੌਲਵੀ ਨੂਰਦੀਨ ਵਰਗਿਆਂ ਕੋਲ, ਤੇ ਮਹਾਰਾਜ ਜੀ ਐਸੇ ਸਤਿਗੁਰੂ ਵਾਹਿਗੁਰੂ ਜੀ ਦੇ ਰੂਪ ਹਨ ਜਿਨ੍ਹਾਂ ਨੇ ਪਹਿਲੇ ਦਿਨ ਜਾ ਕੇ ਤੇ ਉਹਨਾਂ ਉਸਤਾਦਾਂ ਦੇ ਹੋਸ਼ ਉਡਾ ਦਿੱਤੇ। He never learned formally from any ustad, and today we are going to run from that age ਜਦੋਂ ਮਹਾਰਾਜ ਜੀ ਨੇ ਖੇਤੀਆਂ ਹਰੀਆਂ ਭਰੀਆਂ ਕੀਤੀਆਂ, ਸ਼ੇਸ਼ਨਾਗ ਨੇ ਆਣ ਕੇ ਤੇ ਸਤਿਗੁਰੂ ਜੀ ਨੂੰ ਸ਼ਾਨ ਦਿੱਤੀ। That was the age of Guru Sahib, approximately 10 to 12 years old। ਤੇ ਸਾਧ ਸੰਗਤ ਜੀ ਬਾਅਦ ਵਿੱਚ there are a few more pieces of history। ਮਹਾਰਾਜ ਜੀ ਕਿਵੇਂ he goes to Sultanpur and then eventually gets married and what not। ਤੇ ਗੁਰੂ ਪਿਆਰਿਓ, ਅੱਜ we are going to go fast forward to the time when Guru Nanak Dev Ji is 19 years old। 19 ਸਾਲ ਦੀ ਉਮਰ ਵਿੱਚ ਮੇਰੇ ਸਤਿਗੁਰੂ ਨੇ ਮਹਾਰਾਜ ਜੀ meets ਭਾਈ ਮਰਦਾਨਾ ਜੀ formally। there's a whole history to it। ਪਹਿਲਾਂ ਥੋੜਾ ਪਿਛੋਕੜ ਜਿਹੜਾ ਹੈ ਭਾਈ ਮਰਦਾਨਾ ਜੀ ਦਾ ਦੇਖੀਏ। let us look at a bit of background on ਭਾਈ ਮਰਦਾਨਾ ਜੀ। ਭਾਈ ਸਾਹਿਬ ਜੀ 10 ਸਾਲ ਗੁਰੂ ਨਾਨਕ ਦੇਵ ਜੀ ਤੋਂ ਉਮਰ ਕਰਕੇ ਵੱਡੇ ਸਨ। He was 10 years older than ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸਾਰੀ ਉਮਰ ਕੀਰਤਨ ਇਕੱਠਾ ਕੀਤਾ। ਸਾਧ ਸੰਗਤ ਜੀ, he was born 1459। ਗੁਰੂ ਸਾਹਿਬ 10 ਸਾਲ ਬਾਅਦ ਪ੍ਰਕਾਸ਼ ਧਾਰਨ ਕਰਦੇ ਨੇ। ਭਾਈ ਸਾਹਿਬ comes 10 years earlier। ਐਂਡ ਇਹ ਕਿਵੇਂ ਰਾਏ ਪੋਏ ਦੀ ਤਲਵੰਡੀ ਤੇ ਕਿਵੇਂ ਪਹੁੰਚੇ? ਇਹਨਾਂ ਦੇ ਦੋਨੇ ਜਿਹੜੇ ਦਾਦਾ ਜੀ ਸਨ, ਗੁਰੂ ਸਾਹਿਬ ਜੀ ਦੇ ਬਾਬਾ ਸ਼ਿਵਰਾਮ ਜੀ ਅਤੇ ਭਾਈ ਮਰਦਾਨਾ ਜੀ ਦੇ ਜਿਹੜੇ ਦਾਦਾ ਜੀ ਸਨ, ਇਹ ਦੋਨੇ ਇਕੱਠੇ ਤਲਵੰਡੀ ਆਣ ਕੇ ਤੇ ਇਹਨਾਂ ਨੇ ਉੱਥੇ ਆਬਾਦੀ ਵਧਾਈ। ਆਮ ਕਰਕੇ ਭਾਈ ਮਰਦਾਨਾ ਜੀ ਨੂੰ ਸਾਧ ਸੰਗਤ ਜੀ ਤੇ ਪੁਰਾਤਨ ਰਬਾਬੀਆਂ ਨੂੰ ਮੀਰਾਸੀ ਕਹਿ ਕੇ ਪੰਥ ਜਿਹੜਾ ਹੈ ਅਸੀਂ ਪੁਕਾਰਦੇ ਹਾਂ ਇਹਨਾਂ ਨੂੰ। ਇੱਥੇ ਤਾਂ ਇਸ ਸ਼ਹਿਰ ਦੇ ਵਿੱਚ ਸਾਡੇ ਮੁਲਕ ਵਿੱਚ ਅਸੀਂ ਮਰਾਸੀ ਕਹਿ ਦਿੰਦੇ ਹਾਂ ਸਿਹਾਰੀ ਲਾ ਕੇ। ਪਰ ਅਸਲ ਵਿੱਚ ਜੇ ਭਾਈ ਗੁਰਦਾਸ ਜੀਆਂ ਨੂੰ ਪੁੱਛੀਏ, ਭਾਈ ਕਾਹਨ ਸਿੰਘ ਨਾਭਾ ਵਰਗਿਆਂ ਨੂੰ ਪੁੱਛੀਏ, ਤੇ ਗੁਰੂ ਪਿਆਰਿਓ ਅਸਲ ਅੱਖਰ ਹੈ ਮੀਰਾਸੀ। ਇਟ ਇਜ਼ ਨਾਟ ਮਰਾਸੀ। ਤੇ ਮੀਰਾਸੀ ਹੁੰਦਾ ਹੈ, ਇਟ ਇਜ਼ ਡਿਰਾਈਵਡ ਫਰਮ ਦੀ ਅਰਬਿਕ ਵਰਡ ਮਿਰਾਸ। ਇਸ ਦਾ ਮੂਲ ਅੱਖਰ ਮੀਰਾਸ ਹੈ ਤੇ ਇਸ ਦੇ ਅਰਥ ਇਹ ਗਵਈਆ ਨਹੀਂ ਬਣਦੇ। ਇਟਸ ਨਾਟ ਸਮਵਨ ਹੂ ਇਜ਼ ਅ ਸਿੰਗਰ, ਨਹੀਂ। ਮਿਰਾਸ ਉਹ ਹੈ ਜੋ ਪੁਰਾਤਨ ਸਮੇਂ ਕੀਪਰਸ ਆਫ ਜੀਨੀਓਲੋਜੀ, ਇਹਦੇ ਅਰਥ ਕੀ ਨੇ? ਅੰਗਰੇਜ਼ੀ ਦਾ ਵੱਡਾ ਸ਼ਬਦ ਵਰਤ ਲਿਆ। ਜੀਨੀਓਲੋਜੀ ਮੀਨਸ ਜਿਹੜਾ ਸਾਡੇ ਕੋਲ ਆਣ ਕੇ ਉਹਨਾਂ ਨੂੰ ਨਾ ਕੰਠ ਹੁੰਦਾ, ਸਾਡੇ ਸਾਰੇ ਪਰਿਵਾਰ ਦਾ ਪਿਛੋਕੜ, ਤੁਹਾਡੇ ਦਾਦੇ ਪੜਦਾਦੇ, ਉਹਨਾਂ ਦੇ ਗਾਂ ਅੱਗੇ ਕੌਣ ਸੀ, ਤੁਹਾਡੇ ਸਾਰਾ ਖਾਨਦਾਨ ਦਾ ਜਿਹੜਾ ਪਿਛੋਕੜ ਹੈ ਉਹ ਦੱਸਦੇ ਸੀ। ਮੂੰਹ ਜ਼ਬਾਨੀ ਇਹਨਾਂ ਨੇ ਕੰਠ ਕੀਤੇ ਹੁੰਦੇ। ਅਸਲ ਵਿੱਚ ਮਿਰਾਸ ਅੱਖਰ ਜਿਹੜਾ ਹੈ ਇਸ ਦੇ ਅਰਥ ਬਣਦੇ ਨੇ ਸਾਂਭਣ ਵਾਲਾ। someone that is a caretaker, ਜਿਹੜਾ ਸਾਂਭਦਾ ਹੈ। ਕਿਸ ਚੀਜ਼ ਨੂੰ ਸਾਂਭਦਾ ਹੈ ਸਾਧ ਸੰਗਤ ਜੀ? ਸਾਰੇ ਪਰਿਵਾਰ ਦਾ ਪਿਛੋਕੜ, the lineage of the family, the genealogy of the family। ਜਿਹੜੇ ਸਾਂਭਦੇ ਨੇ ਉਹਨਾਂ ਨੂੰ ਉਸ ਵੇਲੇ ਮਿਰਾਸੀ ਕਹਿੰਦੇ ਨੇ। they were Muslims। ਭਾਈ ਸਾਹਿਬ was a Muslim guy। ਇੱਥੇ ਕੋਈ ਸ਼ੱਕ ਨਹੀਂ, ਸਿੱਖ ਬਣਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਮੁਸਲਮਾਨ ਸਨ। ਤੇ ਗੁਰੂ ਪਿਆਰਿਓ, ਜਿਹੜੇ ਇਹ ਮੀਰਾਸੀ ਨੇ, they are roughly equivalent to ਭੱਟ in Hinduism। ਜੋ ਭੱਟ ਕਰਦੇ ਹੁੰਦੇ ਸੀ ਉਸ ਸਮੇਂ, ਉਹਨਾਂ ਦੀ ਬਰਾਬਰੀ ਦਾ ਇਹ ਅੱਖਰ ਮਿਰਾਸੀ ਹੁੰਦਾ ਬਣਦਾ ਹੈ ਜੀ। ਤੇ ਸਤਿਗੁਰੂ ਜੀ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਸੀ? How does ਗੁਰੂ ਨਾਨਕ ਦੇਵ ਜੀ have a relationship with ਭਾਈ ਮਰਦਾਨਾ? ਗੁਰੂ ਪਿਆਰਿਓ,
10 ਸਾਲ ਦੇ ਭਾਈ ਮਰਦਾਨਾ ਜੀ ਨਾਲ ਜਦੋਂ ਗੁਰੂ ਨਾਨਕ ਦੇਵ ਜੀਆਂ ਦਾ ਅਵਤਾਰ ਹੁੰਦਾ ਤਾਂ ਪਹਿਲੀ ਵਾਰ ਭਾਈ ਮਰਦਾਨਾ ਜੀ ਉਹਨਾਂ ਦੇ ਘਰ ਜਾਂਦੇ ਨੇ, ਕਿਉਂਕਿ ਸਾਰਾ ਪਿੰਡ ਉਸ ਵੇਲੇ ਸੱਦਿਆ ਗਿਆ ਮਹਿਤਾ ਕਾਲੂ ਜੀਆਂ ਦੇ ਘਰ। ਇਟ ਇਜ਼ ਨੋਟ ਦੈਟ ਭਾਈ ਸਾਹਿਬ ਮੀਟਸ ਗੁਰੂ ਨਾਨਕ ਐਟ ਅ ਲੇਟਰ ਏਜ, ਨਹੀਂ, ਆਪ 10 ਸਾਲ ਦੇ ਸੀ ਤੇ ਜਿਨ੍ਹਾਂ ਨਾਲ ਸਾਰੀ ਉਮਰ ਬਤੀਤ ਕਰਨੀ, ਅੱਜ 10 ਸਾਲਾਂ ਦੇ ਭਾਈ ਮਰਦਾਨਾ ਜੀ ਜਾ ਕੇ ਤੇ ਗੁਰੂ ਨਾਨਕ ਦੇਵ ਜੀਆਂ ਦੇ ਦਰਸ਼ਨ ਕਰ ਰਹੇ ਨੇ ਤੇ ਗੁਰੂ ਨਾਨਕ ਦੇਵ ਜੀਆਂ ਦਾ ਅੱਜ ਹੁਣੇ ਪ੍ਰਕਾਸ਼ ਹੋਇਆ। ਆਖੋ ਸਤਨਾਮ। ਐਂਡ ਹਿਸਟਰੀ ਆਪਾਂ ਕੱਲ੍ਹ ਸ਼ਰਵਣ ਕੀਤੀ ਸੀ, ਕਿਵੇਂ ਇਤਿਹਾਸਕਾਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਕਿੱਦਾਂ ਦੇ ਸੀ, ਸਾਰਿਆਂ ਨੂੰ ਮੁਸਕਰਾ ਕੇ ਮੇਰੇ ਸਤਿਗੁਰੂ ਦਰਸ਼ਨ ਦਿੰਦੇ। ਭਾਈ ਮਰਦਾਨਾ ਜੀ looks at Guru Nanak Dev Ji for the first time. Their meeting is at the birth, the arrival of Guru Nanak Dev Ji. ਤੇ ਗੁਰੂ ਪਿਆਰਿਓ, ਜਦੋਂ 5 ਸਾਲ ਦੀ ਉਮਰ ਹੁੰਦੀ ਨਾ, ਫਿਰ ਭਾਈ ਸਾਹਿਬ ਨਾ ਮਾਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਭੇਜਦੀ ਏ ਵੀ ਜਾ ਖੇਡ ਲਾ, go and play with ਭਾਈ ਮਰਦਾਨਾ। ਤੇ ਮਾਤਾ ਤ੍ਰਿਪਤਾ ਜੀ ਭਾਈ ਮਰਦਾਨੇ ਜੀ ਨੂੰ ਕੀ ਕਹਿੰਦੀ ਹੈ, ਦਾਨਿਆ ਇਹ ਤੇਰਾ ਛੋਟਾ ਵੀਰ ਹੈ। ਉਹ ਭਾਈ ਮਰਦਾਨਾ, ਇੱਥੇ ਦਾਨਿਆ ਅੱਖਰ ਕਿਉਂ ਵਰਤਿਆ ਸਾਧ ਸੰਗਤ ਜੀ? ਐਟ ਬਰਥ ਭਾਈ ਮਰਦਾਨਾ ਜੀ ਇਤਿਹਾਸਕਾਰ ਕਹਿੰਦੇ ਨੇ ਵੀ ਉਹਨਾਂ ਦਾ ਨਾਮ ਦਾਨਾ ਹੁੰਦਾ ਸੀ ਪਹਿਲਾਂ। A lot of historians claim that before they were called Mardana, they were called simply Dana. ਤੇ ਗੁਰੂ ਸਾਹਿਬ ਜੀਆਂ ਨੇ ਜਦੋਂ ਨਾਲ ਨਿਕਟ ਵਰਤੇ ਪਾਤਸ਼ਾਹ ਜੀ ਵਰਤਨ ਲੱਗ ਪਏ ਤੇ ਮੇਰੇ ਸਤਿਗੁਰੂ ਜੀ ਨੇ ਦਾਨੇ ਤੋਂ ਨਾਮ ਪਾਇਆ ਮਰਦਾਨਾ। What does the name Mardana mean? It means a man, ਮਰਦ। ਤੇ ਗੁਰੂ ਪਿਆਰਿਓ, ਦਾਨਿਆਂ ਕਹਿ ਕੇ ਆਮ ਪੁਕਾਰੇ ਜਾਂਦੇ ਸੀ। ਭਾਈ ਸਾਹਿਬ ਜੀ ਜਦੋਂ ਮਾਤਾ ਤ੍ਰਿਪਤਾ ਕਹਿੰਦੀ ਸੀ ਨਾ 5 ਸਾਲ ਦੀ ਉਮਰ, ਗੁਰੂ ਨਾਨਕ ਛੋਟੇ ਖੇਡਣ ਚੱਲੇ। ਕੱਲ ਆਪ ਜੀ ਨੇ ਸੁਣਿਆ ਵੀ ਮਹਾਰਾਜ ਜੀ ਦੇ ਪੈਰਾਂ 'ਚ ਭੂਖਣ ਹੁੰਦੇ ਸੀ। ਆਖੋ ਸਤਨਾਮ। ਮਹਾਰਾਜ ਹੈਡ ਐਂਕਲਟਸ। ਮਾਤਾ ਜੀ ਨੇ ਚਾਵਾਂ ਦੇ ਨਾਲ ਭੂਖਣ ਪਾਏ ਤੇ ਜਦੋਂ ਸਤਿਗੁਰੂ ਘਰੇ ਦੌੜਦੇ ਹੁੰਦੇ ਸੀ, ਬਾਹਰ ਵਿਹੜੇ 'ਚ ਜਾਂਦੇ ਹੁੰਦੇ ਸੀ, ਸਾਧ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਛਨ 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 ਮਹਾਰਾਜ ਜੀ ਦੀ ਉਸ ਵੇਲੇ ਉਸ ਭੂਖਣ ਦੀ ਆਵਾਜ਼ ਸਾਰੇ ਘਰ 'ਚ ਆਉਂਦੀ ਸੁਣਾਈ। You could hear the anklets of Guru Nanak Maharaj Ji making that sound at that time. ਤੇ ਦੇਖੋ ਰਿਸ਼ਤਾ ਛੋਟੇ ਸਮੇਂ ਤੋਂ ਲੈ ਕਰਕੇ ਬਚਪਨ ਤੋਂ they were close। ਤੇ ਗੁਰੂ ਪਿਆਰਿਓ, ਜਦੋਂ ਉਮਰ ਵੱਧਦੀ ਹੈ ਨਾ, ਹੁਣ ਮਹਾਰਾਜ ਜੀ ਇਸ ਉਮਰ ਦੇ ਸੀ ਜਦੋਂ ਸਤਿਗੁਰੂ ਜੀ ਨੇ ਖੇਡ ਕੇ ਥੱਕ ਜਾਣਾ। ਹੁਣ 5 ਸਾਲ 6 ਸਾਲ ਦੀ ਉਮਰ ਭਾਈ ਮਰਦਾਨਾ ਇਜ਼ ਸੋ ਮਚ ਓਲਡਰ। ਤੇ ਸਾਧ ਸੰਗਤ ਜੀ ਐ ਨਾ ਮਹਾਰਾਜ ਨੇ ਹੱਥ ਚੱਕ ਕੇ ਤੇ ਕਹਿਣਾ, ਦਾਨਿਆ ਸਾਨੂੰ ਚੱਕ ਕੇ ਤੇ ਜਾ ਘਰੇ ਛੱਡਿਆ। ਆਖੋ ਸਤਨਾਮ। ਇਹ ਰਿਸ਼ਤਾ ਹੈ ਜੀ, ਕੀਰਤਨ ਦੇ ਰਿਸ਼ਤੇ ਤੋਂ ਬਣਨ ਤੋਂ ਪਹਿਲਾਂ ਇਹ ਰਿਸ਼ਤਾ ਹੈ। There was already a relationship before the relationship of Kirtan starts. ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਕੇਵਲ ਕੀਰਤਨੀਏ ਨਹੀਂ ਹੋਏ। ਭਾਈ ਮਰਦਾਨਾ ਜੀ ਉਹ ਵਡਭਾਗੇ ਗੁਰਸਿੱਖ ਨੇ ਜਿਨ੍ਹਾਂ ਨੇ ਇੱਕ ਸਮੇਂ ਸਾਧ ਸੰਗਤ ਜੀ ਮੇਰੇ ਪਿਆਰੇ ਗੁਰੂ ਨਾਨਕ ਨੂੰ ਚੁੱਕ ਕਰਕੇ ਤੇ ਆਪਣੇ ਸੀਨੇ ਨਾਲ ਲਾਇਆ। ਆਖੋ ਸਤਨਾਮ। He lifted Guru Nanak Dev Ji and he hugged him close to his chest. ਕਿਵੇਂ ਆਪਣੀ ਗਲਵਖੜੀ 'ਚ ਕੁੱਛੜ ਚੁੱਕ ਕੇ ਸਾਧ ਸੰਗਤ ਜੀ, ਜਿਸ ਭਾਈ ਮਰਦਾਨੇ ਨੂੰ ਮਹਾਰਾਜ ਜੀ ਕਿਤੇ ਬਚਾਉਣ ਜਾਂਦੇ ਨੇ, ਜਿਸ ਭਾਈ ਮਰਦਾਨੇ ਨਾਲ ਮਹਾਰਾਜ ਹੱਸਦੇ ਵੀ ਨੇ ਖੇਡਦੇ ਵੀ ਨੇ। You will hear tonight ਮਹਾਰਾਜ ਜੀ ਕਿਵੇਂ ਹੱਸ ਮਖੌਲ ਵੀ ਕਰਦੇ ਨੇ ਉਹਨਾਂ ਨਾਲ। ਇਤਿਹਾਸ ਨੇ ਸਭ ਕੁਝ ਸਾਂਭਿਆ ਜੀ। ਤੇ ਸਾਧ ਸੰਗਤ ਜੀ, ਕੇਵਲ ਇੱਕ ਕੀਰਤਨੀਏ ਤੇ ਦੂਜੇ ਇੱਕ ਗੁਰੂ ਤੇ ਕੀਰਤਨੀਏ ਦਾ ਰਿਸ਼ਤਾ ਨਹੀਂ। They had a much more unique relationship before that. ਗੁਰੂ ਸਾਹਿਬ ਜੀ ਮੇਰੇ ਭਾਈ ਮਰਦਾਨੇ ਜੀ ਦੀ ਕੁੱਛੜ ਚੜ੍ਹ ਕੇ ਤੇ ਆਪਣੇ ਘਰ ਵਾਪਸ ਜਾਂਦੇ ਹੁੰਦੇ ਸੀ। ਮਹਾਰਾਜ ਜੀ used to get lifted back home. ਤੇ ਸਾਧ ਸੰਗਤ ਜੀ, ਜਦੋਂ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ ਨਾ, ਮਹਾਰਾਜ ਆਸਕਸ ਭਾਈ ਮਰਦਾਨਾ, ਬਹੁਤ ਖੁਸ਼ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ। ਪੁੱਛਣ ਲੱਗੇ, ਮਰਦਾਨਿਆ ਅੱਜ ਕੁਝ ਮੰਗ ਲੈ। ਮਰਦਾਨਿਆ ਅੱਜ ਕੁਝ ਮੰਗ ਲੈ, ਕਿਉਂਕਿ ਉਸ ਸਮੇਂ ਜਿਹੜੇ ਮਿਰਾਸੀ ਸੀ ਸਾਧ ਸੰਗਤ ਜੀ, ਭਾਈ ਸਾਹਿਬ's family, they used to be singers। ਇਹ ਜਾ ਕਰਕੇ ਇਸ਼ਕ ਮਿਰਾਜ ਦੇ ਜਿਹੜੇ ਗੀਤ ਨੇ ਇਹ ਜਾ ਕਰਕੇ ਘਰ ਘਰ ਸੁਣਾਉਂਦੇ ਹੁੰਦੇ ਸੀ। What they used to do was they used to sing songs of love, ballads, what not, with all these instruments ਜੋ ਪੁਰਾਤਨ ਸਮੇਂ ਚੱਲਦੇ ਸੀ। ਤੇ ਘਰ ਘਰ ਜਾ ਕੇ ਕੋਈ ਆ ਗਿਆ ਆਗੂ, ਉਹਨੂੰ ਸੁਣਾ ਦੇਣਾ ਇੱਕ ਗੀਤ ਆਦਿਕ ਪੇਸ਼ ਕੀਤਾ ਤੇ ਮਾਇਆ ਦੇ ਦੇਣੀ, ਤੇ ਇਦਾਂ ਇਹ ਰੋਜੀ ਰੋਟੀ ਕਮਾਉਂਦੇ ਸੀ। ਤੇ ਗੁਰੂ ਪਿਆਰਿਓ, ਗੁਰੂ ਨਾਨਕ ਮਹਾਰਾਜ ਜੀ knew their economic conditions were not so good। ਮਹਾਰਾਜ ਜੀ ਪੁੱਛਣ ਲੱਗੇ ਕਿ ਪੁੱਛ ਲੈ, ਮੰਗ ਲੈ ਅੱਜ ਕੁਝ।
ਤੇ ਮੇਰੇ ਭਾਈ ਮਰਦਾਨਾ ਜੀ ਮਹਾਰਾਜ ਜੀ ਦਾ ਉਸ ਵੇਲੇ ਵਿਆਹ ਦਾ ਚੋਲਾ ਮੰਗਦੇ ਨੇ। ਆਖੋ ਸਤਨਾਮ। ਐਂਡ ਗੁਰੂ ਸਾਹਿਬ ਜੀ ਗਿਵਸ देयर ਚੋਲਾ ਟੂ ਭਾਈ ਮਰਦਾਨਾ ਜੀ। ਤੇ ਉਸ ਵੇਲੇ ਮਹਾਰਾਜ ਜੀ ਨੇ ਬਚਨ ਕੀਤੇ, ਮਰਦਾਨਿਆਂ ਆ ਫੜ, ਅੱਜ ਤੋਂ ਗਾਂ ਕਿਸੇ ਦੇ ਅੱਗੇ ਜਾ ਕੇ ਆਪਣੀ ਝੋਲੀ ਨਾ ਤੂੰ ਅੱਡੀ। ਡੋਂਟ ਗੋ ਐਂਡ ਬੈਗ ਫਰਮ ਸਮਵਨ। ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਡੇ ਕੋਲ ਆਈ। ਤੇ ਗੁਰੂ ਪਿਆਰਿਓ, ਰਿਸ਼ਤਾ ਚੱਲਦਾ ਚੱਲਦਾ ਮਹਾਰਾਜ ਜੀ ਰਿਲੇਸ਼ਨਸ਼ਿਪ ਗੋਸ ਔਨ। ਦਿਸ ਇਜ਼ ਐਨ ਇੰਪੋਰਟੈਂਟ ਪਿਕਚਰ। ਅ ਬਹੁਤ ਵੱਡੀ ਇਸ ਫੋਟੋ ਦੇ ਪਿੱਛੇ ਸਟੋਰੀ ਛੁਪੀ ਹੈ। ਸਤਿਗੁਰੂ ਜੀ ਇੱਥੇ ਦੇਖੋ, ਮਹਾਰਾਜ ਜੀ ਦਾ ਹਲੇ ਦਾੜਾ ਹਲੇ ਨਹੀਂ ਆਇਆ। ਸਤਿਗੁਰੂ ਜੀ ਇਸ ਅਬਾਊਟ 19 years old here। 19 ਕੁ ਸਾਲ ਦੇ ਨੇ ਮੇਰੇ ਸਤਿਗੁਰੂ। ਤੇ ਭਾਈ ਮਰਦਾਨਾ ਜੀ ਦੇਖੋ ਬੈਠੇ। ਦਿਸ ਇਜ਼ ਭਾਈ ਮਰਦਾਨਾ ਜੀ, ਹੀ ਇਜ਼ 29 years old। ਵਾਈ ਡੂ ਆਈ ਸੇ ਜੁਆਇਨਿੰਗ ਦ ਮਿਸ਼ਨ? ਗੁਰੂ ਪਿਆਰਿਓ, ਇੱਕ ਐਸਾ ਦਿਨ ਆਇਆ, ਗੁਰੂ ਨਾਨਕ ਸਤਿਗੁਰੂ ਖੇਤਾਂ 'ਚ ਬੈਠੇ ਵਣ ਦੇ ਦਰਖਤ ਦੇ ਥੱਲੇ। ਮਹਾਰਾਜ ਜੀ ਸਿਟਿੰਗ ਅੰਡਰ ਅ ਟਰੀ। ਇੱਕ ਬਹੁਤ ਸੁਰੀਲੀ ਮਿੱਠੀ ਆਵਾਜ਼ ਸਤਿਗੁਰੂ ਜੀ ਦੇ ਕੰਨਾਂ 'ਚ ਪੈਂਦੀ ਹੈ। ਧਿਆਨ ਨਾਲ ਸੁਣਿਓ। ਮਹਾਰਾਜ ਜੀ ਲਿਸਨਸ ਅ ਵੈਰੀ ਮੈਲੋਡੀਅਸ ਸਵੀਟ ਵੌਇਸ ਅਨਲਾਈਕ ਐਨੀਥਿੰਗ ਐਲਸ। ਤੇ ਮੇਰੇ ਸਤਿਗੁਰੂ ਜਾ ਕਰਕੇ ਦੇਖਦੇ ਨੇ ਵੀ ਆਵਾਜ਼ ਕਿਹਦੀ ਹੈ। ਤੇ ਕੀ ਦੇਖਦੇ ਨੇ? ਭਾਈ ਬਦਰੇ ਜੀ ਦਾ ਪੁੱਤਰ ਤੇ ਮਾਤਾ ਲੱਖੋ ਜੀ ਦਾ ਜਿਹੜਾ ਪੁੱਤਰ ਹੈ, ਉਹ ਭਾਈ ਮਰਦਾਨਾ ਜੀ ਖੇਤਾਂ 'ਚ ਤੁਰ ਰਿਹਾ। ਜਿਹੜੀ ਪਹਿਲੀ ਫੋਟੋ ਦਿਖਾਈ ਸੀ ਨਾ, ਰਬਾਬ ਚੱਕ ਕੇ ਤੇ ਭਾਈ ਸਾਹਿਬ ਜੀ ਤੁਰ ਰਹੇ, ਸਮਥਿੰਗ ਆਫ ਦੈਟ, ਬਟ ਹੀ ਇਜ਼ ਜਸਟ ਵਾਕਿੰਗ ਵਿਦਆਊਟ ਐਨ ਇੰਸਟਰੂਮੈਂਟ। ਤੁਰ ਰਹੇ ਨੇ ਤੇ ਸਾਧ ਸੰਗਤ ਜੀ ਉਸ ਵੇਲੇ ਰਾਗ ਅਲਾਪ ਰਹੇ ਨੇ। ਹੀ ਇਜ਼ ਸਿੰਗਿੰਗ, ਕੁਝ ਗਾ ਰਹੇ ਨੇ ਰਾਗ ਵਿੱਚ। ਤੇ ਇਤਨੀ ਪਿਆਰੀ ਆਵਾਜ਼ ਵਿੱਚ, ਇਤਨੀ ਸੁਰੀਲੀ ਆਵਾਜ਼ ਵਿੱਚ, ਐਨ ਰਾਗ ਦੇ ਸਮਰਾਟ ਹੋ ਕਰਕੇ ਪੱਕੇ ਸ਼ੁੱਧ ਰਾਗ ਦੇ ਵਿੱਚ ਭਾਈ ਸਾਹਿਬ ਜੀ ਨੇ ਜੋ ਉਹ ਗੀਤ ਸੀ ਉਸ ਵੇਲੇ ਅਚਨਚੇਤ ਗਾਉਂਦੇ ਹੁੰਦੇ ਲੰਘੇ। ਤੇ ਮੇਰੇ ਗੁਰੂ ਨਾਨਕ ਦੇਵ ਜੀ ਨੂੰ ਖਿੱਚ ਪਈ। ਮਹਾਰਾਜ ਜੀ ਬੁਲਾਉਂਦੇ ਨੇ, ਵੇ ਮਰਦਾਨਿਆਂ। ਭਾਈ ਸਾਹਿਬ ਜੀ ਦੇਖਦੇ ਨੇ, ਕਹਿੰਦੇ ਨੇ ਜੀ ਜਜਮਾਨ। He used to call ਮਹਾਰਾਜ in the early years with the word ਜਜਮਾਨ। ਸਤਿਕਾਰ ਵਜੋਂ ਸਾਰਿਆਂ ਨੂੰ ਜਜਮਾਨ, ਮਾਲਕ ਜਿਵੇਂ ਕਹਿ ਦਈਏ, ਨਿਮਰਤਾ ਸਹਿਤ। ਜੀ ਜਜਮਾਨ। ਅੱਜ ਜਿਹੜੇ ਮੈਂ ਤੁਹਾਨੂੰ ਬੋਲ ਸੁਣਾਉਣ ਜਾ ਰਿਹਾ ਸਾਧ ਸੰਗਤ ਜੀ, ਇਹ ਜਨਮ ਸਾਖੀ ਤੋਂ ਨੇ। What I'm about to share with you after this, they are not from Sri Nanak Prakash, but they are from ਜਨਮ ਸਾਖੀ। ਤੇ ਗੁਰੂ ਪਿਆਰਿਓ, ਭਾਈ ਸਾਹਿਬ ਜੀ ਨੂੰ ਦੇਖ ਕੇ ਮਹਾਰਾਜ ਜੀ ਕਹਿਣ ਲੱਗੇ, ਤੈਨੂੰ ਰਾਗ ਦੀ ਬੜੀ ਸੋਝੀ ਹੈ। You are an expert in rags। ਤੈਨੂੰ ਰਾਗ ਦੀ ਬੜੀ ਸੋਝੀ ਹੈ। ਜੇ ਰਾਗ ਵਿੱਚ ਮਿਲਾਏ ਕੇ ਸ਼ਬਦ ਨੂੰ ਗਾਵੇ, ਤੇਰਾ ਦੀਨ ਦੁਨੀ ਦੋਵੇਂ ਥਾਮ ਭਲਾ ਹੋਵੇ। ਇਫ ਇਨ ਦਿਸ ਨੌਲੇਜ ਆਫ ਰਾਗ, ਜੇ ਇਸ ਰਾਗ ਦੇ ਗਿਆਨ ਦੇ ਵਿੱਚ ਤੂੰ ਸ਼ਬਦ ਮਿਲਾ ਕੇ ਤੇ ਤੂੰ ਪੜ੍ਹ ਲਵੇਂ, ਦੀਨ ਭਾਵ ਕੇ ਇੱਥੇ ਤੇ ਅਗਲੀ ਦੁਨੀਆ ਵਿੱਚ ਵੀ ਜਿੱਥੇ ਤੂੰ ਜਾਏਗਾ, ਤੇ ਤੇਰੀ ਦੋਨੇ ਲੋਕ ਪਰਲੋਕ ਵਿੱਚ ਤੇਰਾ ਭਲਾ ਹੋਵੇਗਾ। ਤੇ ਭਾਈ ਮਰਦਾਨਾ ਜੀ ਸੁਣਦੇ ਨੇ। ਮਰਦਾਨਾ ਜੀ ਕਹਿਣ ਲੱਗੇ, ਅਸੀਂ ਗਾਉਂਦੇ ਹਾਂ ਜਜਮਾਨ ਅਮੀਰ ਲੋਕਾਂ ਲਈ। These were the words, I sing for those that are rich। ਅਮੀਰ ਲੋਕਾਂ ਲਈ ਅਸੀਂ ਗਾਉਂਦੇ ਹਾਂ। ਤੇ ਇਹਨਾਂ ਦੇ ਕਰਕੇ ਸਾਡੀ ਘਰ ਵਿੱਚ, ਆਪਣੇ ਘਰ ਵਿੱਚ ਰੋਟੀ ਕੱਪੜਾ ਪਹੁੰਚਦਾ ਹੈ। ਸਤਿਗੁਰੂ ਤੇ ਕਹਿਣ ਲੱਗੇ, ਰੋਜ਼ੇ ਵੀ ਰੱਖਦੇ ਆ, 5 ਵਕਤ ਦੀ ਨਮਾਜ਼ ਵੀ ਪੜ੍ਹਦੇ ਆ, ਤੇ ਗੁਜ਼ਾਰਾ ਸਾਡਾ ਇਸ ਗਾਉਣ ਦੇ ਰਾਹੀਂ ਹੁੰਦਾ ਹੈ। I make my ends daily living meet through this means। ਮੈਂ ਇਦਾਂ ਜਿਉਂਦਾ ਆ, ਰੋਜ਼ ਕਿਤੇ ਨਾ ਕਿਤੇ ਅਮੀਰ ਦੇ ਸਾਹਮਣੇ ਖੜ ਕੇ ਤੇ ਕੋਈ ਗੀਤ ਆਦਿਕ ਪੇਸ਼ ਕਰ ਦੇਣਾ। ਤੇ ਗੁਰੂ ਪਿਆਰਿਓ, ਉਸ ਵੇਲੇ ਗੁਰੂ ਨਾਨਕ ਦੇਵ ਜੀ ਹੱਸੇ। ਮਹਾਰਾਜ ਜੀ ਸਮਾਈਲਸ, ਹੱਸ ਕੇ ਮੇਰੇ ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਤੂੰ ਵੀ ਦੀਵਾਨਾ ਹੈ। ਦੀਵਾਨੇ ਦੇ ਇੱਥੇ ਉਹ ਬਾਲੀਵੁੱਡ ਵਾਲੇ ਅਰਥ ਨਾ ਕੱਢਿਓ, ਭਾਵ ਕੇ ਬੌਰਾ। ਮਰਦਾਨਿਆਂ ਯੂ ਸਪੀਕਿੰਗ ਲਾਈਕ ਅ ਮੈਡਮੈਨ। ਮਰਦਾਨਿਆਂ ਤੂੰ ਇਹ ਵਿਆਕੁਲ ਗੱਲ ਕਰ ਦਿੱਤੀ, ਆ ਤੇਰੀ ਗੱਲ ਵਿੱਚ ਦਮ ਨਹੀਂ। ਮਰਦਾਨਿਆਂ ਤੂੰ ਵੀ ਦੀਵਾਨਿਆਂ ਵਾਲੀ ਗੱਲ ਕੀਤੀ ਹੈ। ਜਿਹੜਾ ਰੱਬ ਲਈ ਗਾਉਣਾ ਸ਼ੁਰੂ ਕਰ ਦੇ, ਦੱਸੋ ਉਸ ਨੂੰ ਕਿਸ ਚੀਜ਼ ਦੀ ਭੁੱਖ ਰਹਿ ਸਕਦੀ? ਆਖੋ ਸਤਨਾਮ। ਗੁਰੂ ਪਿਆਰਿਓ, ਇਸੀ ਚੀਜ਼ ਨੂੰ ਮੇਰੇ ਸਤਿਗੁਰੂ ਜੀ ਦੀ ਗੁਰਬਾਣੀ ਅਗਵਾਹੀ ਦਿੰਦੀ ਹੈ। ਦੇਖੋ ਪੰਕਤੀ, ਜਿਤ ਮੁਖ ਤੁਧ ਸਾਲਾਹੀ ਹੈ। ਮਹਾਰਾਜ ਜੀ ਕਹਿੰਦੇ ਨੇ, ਆ ਗੁਰਬਾਣੀ ਤੋਂ ਹੈ ਜੀ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ is saying that mouth which sings your praises, ਆ ਕੀਰਤਨੀਆਂ ਲਈ ਹੈ ਜੀ, ਸਾਰਿਆਂ ਲਈ।
ਜਿਹੜੇ ਸ਼ਬਦ ਗਾਉਂਦੇ ਨੇ ਸੰਗਤ ਵਿੱਚ ਜਾਂ ਭਾਵੇਂ ਸਟੇਜ ਤੇ, ਸਾਨੂੰ ਸਾਰਿਆਂ ਨੂੰ ਸਤਿਗੁਰੂ ਕਹਿ ਰਹੇ ਨੇ, ਜਿਤ ਮੁਖ ਤੁਧ ਸਲਾਹੀ ਹੈ ਤਿਤ ਮੁਖ ਕੈਸੀ ਭੂਖ। How can there be any hunger left in your life if you sing for God? ਭਾਈ ਮਰਦਾਨੇ ਜੀ ਨੂੰ ਪੁੱਛਣ ਲੱਗੇ, ਤੈਨੂੰ ਚਿੰਤਾ ਹੈ ਰੋਟੀ ਦੀ, ਤੈਨੂੰ ਚਿੰਤਾ ਹੈ ਪੈਸੇ ਦੀ, ਪਰ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਲਈ ਗਾਉਣਾ ਸ਼ੁਰੂ ਕਰ ਦੇ, ਉਸ ਅੱਲਾ ਲਈ ਗਾਉਣਾ ਸ਼ੁਰੂ ਕਰ ਦੇ, ਤੇ ਤੇਰੇ ਇਸ ਮੁਖ ਨੂੰ ਭੁੱਖ ਕਿਵੇਂ ਲੱਗ ਸਕਦੀ? ਆਖੋ ਸਤਨਾਮ। ਗੁਰਬਾਣੀ ਇਸ ਚੀਜ਼ ਦੇ ਪ੍ਰਥਾਏ ਬਾਰ-ਬਾਰ ਪ੍ਰਕਰਨ ਦਿੰਦੀ ਹੈ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੂਖ ਕੈਸੀ। ਮੇਰੇ ਸਤਿਗੁਰੂ ਪੁੱਛਦੇ ਨੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਜੀ ਦਾ ਪਿਓ ਤੇਰੇ ਵਰਗਾ ਹੋਵੇ। ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਉਸ ਵੇਲੇ ਭਾਈ ਸਾਹਿਬ ਨੂੰ ਪੁੱਛਦੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੂਖ ਕੈਸੀ। whose father is someone as great as you, ਮੇਰੇ ਸਤਿਗੁਰੂ, how can that child have any hunger left? ਆਪਾਂ ਇਸ ਪੰਕਤੀ ਤੋਂ ਬਹੁਤ ਦੂਰ ਆ ਗਏ ਜੀ। ਇਸ ਗੱਲ ਦੀ ਵਿਚਾਰ ਆਪਾਂ ਕੁਝ ਸਲਾਈਡਾਂ ਬਾਅਦ ਕਰਾਂਗੇ। ਤੇ ਮੇਰੇ ਸਤਿਗੁਰੂ ਉਸ ਵੇਲੇ ਪੁੱਛਣ ਲੱਗੇ, ਭਾਈ ਮਰਦਾਨੇ ਜੀ ਨੇ ਨੀਵੀਂ ਪਾ ਲਈ ਤੇ ਮਹਾਰਾਜ ਜੀ ਹੁਣ ਸਵਾਲ ਕਰਦੇ ਨੇ, ਨਮਾਜ਼ ਕਿਹਦੇ ਲਈ ਪੜ੍ਹਦਾ ਹੈ? Who do you do the 5 times of prayer for? ਮਹਾਰਾਜ asks। ਆ ਗੱਲਾਂ ਸ਼ਾਇਦ ਅਸੀਂ ਪਹਿਲੀ ਵਾਰ ਸੁਣ ਰਹੇ ਹੋਵਾਂਗੇ। ਗੁਰੂ ਪਿਆਰਿਓ, look at how now Maharaj is persuading Bhai Sahib to join the mission. He's a childhood friend. ਬਚਪਨ ਤੋਂ ਜਾਣਦੇ ਨੇ, ਜਿਹੜੇ ਕੁੱਖ ਚੁੱਕ ਚੁੱਕ ਕੇ ਮਹਾਰਾਜ ਜੀ ਨੂੰ ਕੁੱਖੋਂ ਤੇ ਲੈ ਕਰਕੇ ਉੱਤੇ ਜਾਂਦੇ ਹੁੰਦੇ ਸੀ। ਅੱਜ ਸਤਿਗੁਰੂ ਉਹਨੂੰ ਕਹਿ ਰਹੇ ਨੇ, ਤੂੰ ਆ ਜਾ ਮੇਰੇ ਨਾਲ, ਤੇ ਗੱਲ ਉਧਰ ਤੋਰ ਰਹੇ ਨੇ ਮੇਰੇ ਸਤਿਗੁਰੂ। ਮਹਾਰਾਜ ਇਜ਼ ਬ੍ਰਿੰਗਿੰਗ ਦ ਟੌਪਿਕ ਦੈਟ। ਤੇ ਸਤਿਗੁਰੂ ਕਹਿੰਦੇ ਨੇ ਵੀ ਕਿੱਦਾਂ ਜੁਆਇਨ ਕਰੀਏ ਇਸ ਨਾਲ ਯਾਰ ਸੰਗੀ ਨੂੰ। ਮਹਾਰਾਜ ਕਹਿੰਦੇ, ਨਮਾਜ਼ ਤੂੰ ਕਿਹਦੇ ਲਈ ਪੜ੍ਹਦਾ? ਤੇ ਕਹਿਣ ਲੱਗੇ, ਖੁਦਾ ਲਈ। I recite the 5 prayers for God। ਤੇ ਸਤਿਗੁਰੂ ਪੁੱਛਣ ਲੱਗੇ, ਰੋਜ਼ੇ ਈਦ ਇਹ ਕਿਹਦੇ ਲਈ ਕਰਦਾ? ਤੇ ਸਤਿਗੁਰੂ ਦੇ ਅੱਗੇ ਕਹਿਣ ਲੱਗੇ, ਭਾਈ ਸਾਹਿਬ ਉਹ ਵੀ ਖੁਦਾ ਲਈ। Even that is for God। ਤੇ ਮਹਾਰਾਜ ਜੀ ਉੱਤੋਂ ਫਿਰ ਕਹਿਣ ਲੱਗੇ, ਜੇ ਸਭ ਕੁਝ ਤੂੰ ਖੁਦਾ ਲਈ ਕਰਦਾ ਹੈ, ਤਾਂ ਜਿਸ ਖੁਦਾ ਦੀ ਤੂੰ ਤਲਾਸ਼ ਕਰ ਰਿਹਾ ਹੈ, ਉਹ ਖੁਦਾ ਵਸਦਾ ਹੈ ਸੰਤਾਂ ਦੇ ਹਿਰਦਿਆਂ ਦੇ ਵਿੱਚ। ਆਖੋ ਸਤਨਾਮ। That God that you seek, He resides in the hearts of saints। ਮੌਲਾਨਾ ਰੂਮ ਹੋਏ ਬਹੁਤ ਵੱਡੇ ਸੂਫੀ ਫਕੀਰ, ਉਹਨਾਂ ਦੇ ਅੰਗਰੇਜ਼ੀ ਵਿੱਚ ਲਫ਼ਜ਼ ਨੇ, ਮੈਂ ਬਾਰ-ਬਾਰ ਕਥਾ 'ਚ ਸੁਣਾਉਂਦਾ ਹਾਂ। If you desire to seek God, then first go and sit with the lovers of God। ਜੇ ਤੈਨੂੰ ਪਰਮੇਸ਼ਰ ਦੀ ਖੋਜ ਹੈ, ਜੇ ਤੂੰ ਚਾਹੁੰਦਾ ਹੈ ਕਿ ਮੈਂ ਪਰਮੇਸ਼ਰ ਦੇ ਨੇੜੇ ਹੋ ਜਾਵਾਂ, ਤਾਂ ਸਭ ਤੋਂ ਪਹਿਲਾਂ ਪਰਮੇਸ਼ਰ ਦੀ ਪਿਆਰਿਆਂ ਦੀ ਸੰਗਤ ਲੱਭ ਕੇ ਤੇ ਉਹਨਾਂ ਦੇ ਵਿੱਚ ਬੈਠ। ਤੇ ਗੁਰੂ ਪਿਆਰਿਓ, ਗੁਰੂ ਨਾਨਕ ਕਹਿੰਦੇ, ਜਿਸ ਖੁਦਾ ਨੂੰ ਤੂੰ ਤਲਾਸ਼ ਰਿਹਾ ਹੈ, ਜਿਸ ਖੁਦਾ ਦੀ ਤੂੰ ਪੂਜਾ ਕਰ ਰਿਹਾ, ਉਹ ਤਾਂ ਵਸਦਾ ਹੈ ਰੱਬ ਦੇ ਭਗਤਾਂ ਦੇ ਹਿਰਦਿਆਂ ਦੇ ਵਿੱਚ। ਨਾਓ ਭਾਈ ਮਰਦਾਨਾ ਜੀ ਚੁੱਪ ਕਰ ਗਏ ਤੇ ਕਹਿਣ ਲੱਗੇ, ਨਾਓ ਮਹਾਰਾਜ ਜੀ ends the argument with the final point। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਚੱਲ ਮੇਰੇ ਸਾਥ, ਤੈਨੂੰ ਸੰਸਾਰ ਦੀ ਯਾਤਰਾ ਕਰਾਈਏ। Let me show you the world। ਚੱਲ ਮੇਰੇ ਨਾਲ। Look at joining the mission। ਚੱਲ ਮੇਰੇ ਨਾਲ, ਤੈਨੂੰ ਸਾਰੇ ਸੰਸਾਰ ਦੀ ਯਾਤਰਾ ਕਰਾਈਏ। ਤੇ ਆਪਾਂ ਕੀ ਕਰਾਂਗੇ? ਤੂੰ ਰਬਾਬ ਵਜਾਈ ਤੇ ਮੈਂ ਗਾਇਆ ਕਰੂੰ। ਆਖੋ ਸਤਨਾਮ। I will sing and you play the ਰਬਾਬ। ਤੇ ਜਦੋਂ ਭਾਈ ਮਰਦਾਨਾ ਜੀ ਚੁੱਪ ਕੀਤੇ ਰਹੇ, ਮਹਾਰਾਜ ਨੇ ਫਿਰ ਦੁਬਾਰਾ ਆਖਿਆ। ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਤੂੰ ਰਬਾਬ ਵਜਾਈ ਤੇ ਅਸੀਂ ਇਕੱਠੇ ਵੀ ਗਾ ਲਾਂਗੇ। ਆਖੋ ਸਤਨਾਮ। We will sing together। ਤੇ ਸਤਿਗੁਰੂ ਜੀ ਦੇ ਬਚਨ ਸੁਣ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੀ ਜਾਨ ਨੂੰ ਤਾਂ ਮੈਂ ਜਾ ਸਕਦਾ ਹਾਂ ਤੁਹਾਡੇ ਨਾਲ, ਪਰ ਮੈਂ ਹਾਂ ਇਸ ਇਲਾਕੇ ਦੇ ਲੋਕ ਮੈਨੂੰ ਧੂਮ ਕਹਿੰਦੇ ਨੇ। I'm called a bard। Doom ਅੱਖਰ ਆਉਂਦਾ ਹੈ ਜੀ। It means a minstrel, a player of a musical instrument। ਰਬਾਬੀ ਗਵਈਏ ਕਹਿ ਲਈਏ। ਤੇ ਧੂਮ ਅੱਖਰ ਮੈਨੂੰ ਕਹਿ ਕੇ ਸੰਸਾਰ ਮੈਨੂੰ ਪੁਕਾਰਦਾ ਹੈ। ਤੇ ਮਹਾਰਾਜ ਜੀ ਤੁਸੀਂ ਬੇਦੀ ਕੁਲ ਦੇ ਸਿਤਾਰੇ ਹੋ। You are the shining star of the ਬੇਦੀ family। ਮੇਰਾ ਤੇ ਤੁਹਾਡਾ ਮੇਲ ਕਿਵੇਂ? How can I accompany you on your travels? I am so low। ਤੇ ਤੁਸੀਂ ਕਿੰਨੇ ਉੱਚੇ ਹੋ ਗੁਰੂ ਸਾਹਿਬ ਜੀ?
ਤੇ ਸਾਧ ਸੰਗਤ ਜੀ, ਮੇਰੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਬਚਨ ਕਰਕੇ ਗੱਲ ਮੁਕਾ ਦਿੱਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਕੌਣ ਕਹਿੰਦਾ ਤੂੰ ਦੂਮ ਹੈ ਮਰਦਾਨਿਆ, ਤੂੰ ਤਾਂ ਮੇਰਾ ਭਾਈ ਹੈ। ਆਖੋ ਸਤਨਾਮ। ਮਰਦਾਨਿਆ, who says that you're just a singer, you are my brother। ਤਾਂ ਕਰਕੇ ਉਸ ਵੇਲੇ ਭਾਈ ਸਾਹਿਬ ਦੇ ਨਾਮ ਦੇ ਅੱਗੇ ਭਾਈ ਅੱਖਰ ਲੱਗ ਦਿੱਤਾ, ਲੱਗ ਚੁੱਕਾ ਸੀ ਅੱਖਰ ਭਾਈ। ਤੇ ਮਹਾਰਾਜ ਜੀ ਨੇ, ਸਾਧ ਸੰਗਤ ਜੀ, ਅਸੀਂ ਵੀ ਕਹਿੰਦੇ ਆ ਨਾ, ਇਹ ਮੇਰਾ ਖੂਨ ਦਾ ਰਿਸ਼ਤਾ ਨਹੀਂ, ਪਰ ਇਹ ਮੇਰੀ ਭੈਣ ਹੈ ਜੀ। ਮੇਰਾ ਖੂਨ ਦਾ ਰਿਸ਼ਤਾ ਨਹੀਂ, ਇਹ ਮੇਰਾ ਵੀਰ ਹੈ। ਪਰ 2 ਸਾਲਾਂ ਬਾਅਦ ਪੁੱਛੀਏ ਕਿੱਥੇ ਗਈ ਭੈਣ ਤੇਰੀ, ਭਰਾ ਤੇਰਾ, ਉਹ ਪਤਾ ਨਹੀਂ ਕਿਤੇ ਦਾ ਕਿਤੇ ਗਿਆ। ਪਰ ਜਿਹਦੀ ਬਾਂਹ ਇੱਕ ਵਾਰੀ ਮੇਰੇ ਗੁਰੂ ਨਾਨਕ ਪਕੜ ਲੈਣ, ਸਾਧ ਸੰਗਤ ਜੀ, ਕਠਨ ਤੋਂ ਕਠਨ ਸਮਾਂ ਆ ਜੇ, ਸਤਿਗੁਰੂ ਉਹਨਾਂ ਦੀ ਬਾਂਹ ਨਹੀਂ ਛੱਡਦੇ। ਤੇ ਮਹਾਰਾਜ ਜੀ ਨੇ ਇਹ ਸਾਰੀ ਉਮਰ ਨਿਭਾਇਆ, ਇਹ ਪਿਆਰ ਸਾਰੀ ਉਮਰ ਨਿਭਾਇਆ ਭਾਈ ਮਰਦਾਨੇ ਜੀ ਨਾਲ। ਹੁਣ ਅੱਗੇ ਜਾ ਕੇ ਦੇਖੀਏ what happens during their travels। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਕੀਰਤਨ ਆਫ ਗੁਰ ਸ਼ਬਦ। ਮਹਾਰਾਜ ਜੀ ਜਦੋਂ ਬੈਠਦੇ ਨੇ, ਦੇਖੋ ਇੱਥੇ, even though in this photo Guru Sahib ji looks really old, but I'm trying to go to an earlier time, so bear with me because there are no such pictures, so it's not my fault, I'm not an artist। ਤੇ ਸੱਚੇ ਪਾਤਸ਼ਾਹ ਜੀ ਦੀ ਇੱਥੇ ਮੈਂ ਥੋੜੀ ਜਵਾਨੀ ਦੀ ਗੱਲ ਚੱਲ ਰਹੀ ਹੈ ਜੀ। ਜਦੋਂ ਸਤਿਗੁਰੂ ਜੀ ਗੁਰਬਾਣੀ ਪੜ੍ਹਦੇ ਸੀ ਤੇ 1-2 ਵਾਰ ਜਦੋਂ ਮਹਾਰਾਜ ਜੀ ਨੇ ਕੀਰਤਨ ਕੀਤਾ ਨਾ, ਤੇ ਭਾਈ ਸਾਹਿਬ ਪੁੱਛਣ ਲੱਗੇ, ਦੇਖਦੇ ਨੇ ਕਿ ਮਹਾਰਾਜ ਜੀ ਦੀਆਂ ਗੱਲਾਂ ਲਾਲੋ ਲਾਲ, ਸਤਿਗੁਰੂ ਜੀ ਦੇ ਨੇਤਰਾਂ ਤੋਂ ਜਲ ਵਹਿ ਰਿਹਾ। ਮਹਾਰਾਜ ਜੀ ਕਈ ਘੰਟੇ ਸਮਾਧੀ 'ਚ ਬੈਠੇ ਰਹਿੰਦੇ ਕੀਰਤਨ ਤੋਂ ਬਾਅਦ। ਹੀ ਇਜ਼ ਲੋਸਟ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਇਹ ਦਸ਼ਾ ਦੇਖ ਕਰਕੇ ਭਾਈ ਮਰਦਾਨਾ ਜੀ ਪੁੱਛਦੇ ਨੇ, ਆ ਜਨਮ ਸਾਖੀ ਦੇ ਬਚਨ ਨੇ ਭਾਈ ਸਾਹਿਬ ਜੀ ਆਸ, ਜੋ ਹਬ ਸ਼ਬਦ ਗਾਵਤੇ ਹੈ, ਕਿਆ ਇਹ ਬ੍ਰਹਮ ਹੈ? ਕਿਆ ਇਹੀ ਬ੍ਰਹਮ ਹੈ? ਦਿਸ ਸ਼ਬਦਸ that you are singing, ਅੱਜ ਤੁਹਾਡੇ ਮੁਖੋਂ ਜਿਹੜੇ ਆ ਲਫ਼ਜ਼ ਨਿਕਲਨੇ ਰਹੇ ਨੇ, ਆ ਸ਼ਬਦ ਨਿਕਲਨੇ, ਕਿ ਇਹੀ ਬ੍ਰਹਮ ਹੈ? Is this God what you're saying? ਤੇ ਸਾਧ ਸੰਗਤ ਜੀ, ਉਸ ਵੇਲੇ in the ਜਨਮ ਸਾਖੀ ਮਹਾਰਾਜ ਜੀ ਐਕਸਪਲੇਨਸ what is ਸ਼ਬਦ, ਬਹੁਤ ਲੰਬਾ ਹੈ, ਮੈਂ ਉੱਥੇ ਨਹੀਂ ਜਾਣਾ। ਪਰ ਸਤਿਗੁਰੂ ਜੀ ਨੇ ਜਦੋਂ ਸਾਰੀ ਗੱਲ ਸਮਝਾਈ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੀ, ਭਾਈ ਮਰਦਾਨਾ got so happy when Guru Nanak explains what is ਸ਼ਬਦ। ਭਾਈ ਮਰਦਾਨਾ ਜੀ says, ਮਹਾਰਾਜ ਮੈਨੂੰ ਉਪਦੇਸ਼ ਦਿਓ। ਆ ਧਿਆਨ ਨਾਲ ਸੁਣਿਓ, ਅੱਜ ਗੁਰੂ ਨਾਨਕ ਆਪਣੇ ਕੀਰਤਨੀਏ ਨੂੰ ਉਪਦੇਸ਼ ਦੇਣ ਲੱਗੇ, ਆਪਣੇ ਭਾਈ ਨੂੰ ਉਪਦੇਸ਼ ਦੇਣ ਲੱਗੇ। ਮਹਾਰਾਜ ਨੇ ਉਸ ਵੇਲੇ 3 ਉਪਦੇਸ਼ ਦਿੱਤੇ। ਗੁਰੂ ਸਾਹਿਬ ਜੀ gives him 3 instructions, 3 ਹੁਕਮ। ਸਤਿਗੁਰੂ ਜੀ ਕੀ ਕਹਿਣ ਲੱਗੇ ਗੁਰੂ ਪਿਆਰਿਓ? ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਉਸ ਵੇਲੇ ਇਹ ਬਚਨ ਕੀਤੇ, ਰਾਤ ਦਾ ਜਦੋਂ 1 ਪਹਿਰ ਬਚਿਆ ਹੋਵੇ, ਉੱਠ ਕੇ ਇਸ਼ਨਾਨ ਕਰਕੇ ਤੇ ਸਤਨਾਮ ਦਾ ਜਾਪ ਕਰੀ। These are the 3 teachings that Guru Nanak Dev Ji gives to ਭਾਈ ਮਰਦਾਨਾ ਜੀ at that time। ਸਭ ਤੋਂ ਪਹਿਲੀ ਗੱਲ ਦੇਖੋ ਸਤਿਗੁਰੂ ਨੇ ਕਿੱਥੇ ਜੋੜ ਲਾਇਆ? ਅੰਮ੍ਰਿਤ ਵੇਲੇ। ਆਖੋ ਸਤਨਾਮ। ਸਾਧ ਸੰਗਤ ਜੀ, ਜੇ ਭਾਈ ਮਰਦਾਨੇ ਨੂੰ ਛੁੱਟੀ ਨਹੀਂ ਮਿਲੀ ਅੰਮ੍ਰਿਤ ਵੇਲੇ ਦੀ, ਸਾਨੂੰ ਕਿੱਥੋਂ ਮਿਲ ਜਾਏਗੀ? ਜੇ ਭਾਈ ਮਰਦਾਨਾ ਘੰਟਿਆਂ ਬੱਧੀ ਮਹਾਰਾਜ ਉਹਨੂੰ ਕੀਰਤਨ ਹੀ ਕਰਾਈ ਜਾਂਦੇ, ਕੀਰਤਨ ਕਰ ਰਬਾਬ ਸ਼ੇਰ, ਰਬਾਬ ਨੂੰ ਆ ਵਜਾ ਉਹ ਵਜਾ, ਕੀਰਤਨ ਆਇਆ ਕਰ। ਤੇ ਸਾਧ ਸੰਗਤ ਦੀ ਸਾਰਾ ਦਿਨ ਸਾਰੀ ਰਾਤ ਕੀਰਤਨ ਕਰਨ ਤੋਂ ਬਾਅਦ ਵੀ ਨਹੀਂ ਸਤਿਗੁਰੂ ਨੇ ਉਹਨੂੰ 1 ਦਿਨ ਦੀ ਛੁੱਟੀ ਦਿੱਤੀ। ਤੇ ਕਿਤੇ ਅਸੀਂ ਮਹਾਰਾਜ ਜੀ ਦੇ ਸਿੱਖ ਅਖਵਾਉਣ ਵਾਲੇ ਅੰਮ੍ਰਿਤ ਵੇਲੇ ਤੋਂ ਕਿਤੇ ਛੁੱਟੀ ਨਾ ਲਈਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ says when last ਪਹਿਰ of night is 3 to 6 AM, ਰਾਤ ਦਾ ਅਖੀਰਲਾ ਪਹਿਰ is from 3 AM to 6 AM। ਜਦੋਂ ਇਹ ਪਹਿਰ ਬਚਦਾ ਹੈ, wake up, take a bath and remember God, meditate on God। ਹੁਣ ਦੂਜੇ ਬਚਨ, now listen to this second bachan, because all of us are confused when it comes to this and we blame Guru Gobind Singh Ji for this, but if you open your own history and you read and you find out that this actually was started by Guru Nanak Dev Ji। ਸਾਰੇ ਇੱਧਰ ਦੇਖੋ ਮੇਰੇ ਸਤਿਗੁਰੂ ਜੀ ਕੀ ਕਹਿ ਰਹੇ ਨੇ। ਦੂਜੀ ਗੱਲ, ਮਰਦਾਨਿਆ ਆਪਣੇ ਕੇਸ ਸੁੱਚੇ ਰੱਖੀ। ਆਖੋ ਸਤਨਾਮ। what does that mean? ਕੇਸ ਕਤਲ ਨਹੀਂ ਕਰਨੇ। ਜਦੋਂ ਕੇਸਾਂ ਦੀ ਗੱਲ ਚੱਲੀ ਤੇ ਮੈਂ ਕਿਹਾ ਆਖੋ ਸਤਨਾਮ ਸਾਰੇ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਬੋਲੋ ਸਤਨਾਮ। ਕੋਈ ਨਹੀਂ ਕਰਦੇ ਕਤਲ ਤਾਂ ਕਰ ਦੋ ਅਰਦਾਸ ਗੁਰੂ ਅੱਗੇ, ਮਹਾਰਾਜ ਬਖਸ਼ਣਹਾਰ ਨੇ, ਪਰ ਸਾਨੂੰ ਹਟਣਾ ਵੀ ਚਾਹੀਦਾ ਕਦੋਂ ਨਾ ਕਦੇ।
ਕੇਸ ਰੱਖਣੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਚਲਾਇਆ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਜਿਸ ਨੇ ਸਭ ਤੋਂ ਨੇੜੇ ਹੋ ਕੇ ਮੇਰੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ, ਮਹਾਰਾਜ ਜੀ ਉਹਨੂੰ ਮੁੱਖ ਬਚਨ ਦੇ ਰਹੇ ਨੇ ਵੀ ਆਪਣੇ ਕੇਸ ਕਦੀ ਕਤਲ ਨਾ ਕਰੀ। Don't ever trim, don't ever cut any part of your hair on any part of body. Case suche, in Janam Sakhi, the word that comes is suche, that means keep it pure as it is. Do not try and tell God that your creation is not perfect. Maharaj ne parote bahut zyade dete, ye main thode threading kar luma. Maharaj, we say Guru Sahib is perfect, but then we say that no, I think he made a mistake on my right eyebrow, or he gave me a unibrow, you know. ਕੁਝ ਗੱਲ ਤਾਂ ਗੜਬੜ ਹੈ, ਮਹਾਰਾਜ ਨੇ ਕੋਈ ਗਲਤੀ ਕਰ ਲਈ। ਸਤਿਗੁਰੂ ਜੀ ਦੇ ਅੱਗੇ ਮੈਂ ਬੇਨਤੀਆਂ ਕਰ ਰਿਹਾ ਸਾਧ ਸੰਗਤ ਜੀ, this was not started by Guru Gobind Singh ji, this was started by Guru Nanak Dev ji. It was not because they didn't have barbers. ਇੱਕ ਮੈਨੂੰ ਸੰਗੀ ਆਸਟ੍ਰੇਲੀਆ ਕਹਿੰਦਾ ਵੀ ਵੀਰ ਜੀ ਉਸ ਸਮੇਂ ਬਾਰਬਰ ਨਹੀਂ ਹੁੰਦੇ ਸੀ। ਆਖੋ ਸਤਨਾਮ। ਮੈਂ ਕਿਹਾ ਨਾ ਹੀ ਫਿਰ ਕਿੱਥੋਂ ਜੰਮੇ। ਗੁਰੂ ਪਿਆਰਿਓ, let us not make excuses. We have to accept Sikhi for what it is. ਅਸੀਂ ਨਹੀਂ ਪਹੁੰਚ ਸਕਦੇ, ਵੱਖਰੀ ਗੱਲ ਹੈ। ਮਹਾਰਾਜ ਅੱਗੇ ਅਰਦਾਸ ਕਰੀਏ ਵੀ ਸਤਿਗੁਰੂ ਤੁਹਾਡੇ ਹੀ ਬੱਚੇ ਆ, ਕੋਸ਼ਿਸ਼ ਕਰ ਰਹੇ ਆ, ਸਿਰ ਤੇ ਹੱਥ ਰੱਖੋ। ਤੇ ਸਾਧ ਸੰਗਤ ਜੀ, ਤੀਜਾ ਬਚਨ ਮੇਰੇ ਗੁਰੂ ਨਾਨਕ ਦੇਵ ਜੀ ਨੇ ਕੀਤਾ, ਕੋਈ ਵੀ ਸਾਧੂ ਸੰਤ ਕੋਈ ਵੀ ਤੁਹਾਡੇ ਘਰ ਆ ਜਾਵੇ ਤੇ ਉਹਨਾਂ ਦੀ ਦਿਲ ਭਰ ਕੇ ਅੰਦਰੋਂ ਨੀਵੇਂ ਹੋ ਕਰਕੇ ਸੇਵਾ ਕਰਨੀ, ਕਿਸੇ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ। 3 golden teachings of Guru Nanak ਸਤਿਗੁਰੂ। ਅੱਗੇ ਚਲੀਏ। Now, what happens when Guru Nanak and Bhai Mardana, they do Kirtan for the first time ever? ਹੁਣ ਪਹਿਲੀ ਵਾਰ ਭਾਈ ਮਰਦਾਨੇ ਜੀ ਮੇਰੇ ਵੀਰ ਅੱਗੇ ਕੀਰਤਨ ਕਰ ਰਹੇ ਸੀ ਤੇ ਬਹੁਤ ਵਧੀਆ ਗੱਲ ਕਰਕੇ ਗਏ ਵੀ ਗੁਰੂ ਨਾਨਕ ਦੇਵ ਜੀ ਕੇਵਲ ਫਕੀਰ ਨਹੀਂ, ਮਹਾਰਾਜ ਵਰਗੇ ਸੰਗੀਤਕਾਰ ਦੁਨੀਆ ਵਿੱਚ ਕੋਈ ਨਹੀਂ ਜੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਮੈਂ ਬੇਨਤੀ ਕਰਦੇ ਹਾਂ, 10 ਪਾਤਸ਼ਾਹੀਆਂ ਸਾਰੇ ਹੀ ਕੀਰਤਨ ਕਰਦੇ ਸੀ। Let us not stay in doubt ਕਿ ਇੱਕ ਪਾਤਸ਼ਾਹੀ ਕੋਈ ਕੀਰਤਨ ਤੋਂ ਵਾਂਝੀ ਸੀ, ਨਹੀਂ। 10 ਪਾਤਸ਼ਾਹੀਆਂ, all the 10 gurus were apt, were masters in ਕੀਰਤਨ। ਸਤਿਗੁਰੂ ਜੀ ਹੁਣ ਜਦੋਂ ਪਹਿਲੀ ਵਾਰ ਕੀਰਤਨ ਕਰਨ ਲੱਗੇ, ਸਾਧ ਸੰਗਤ ਜੀ, ਮੇਰੇ ਉਸਤਾਦ ਜੀ ਕਥਾ ਵਿੱਚ ਇੱਕ ਗੱਲ ਸੁਣਾਉਂਦੇ ਨੇ। ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 19 ਰਾਗਾਂ ਵਿੱਚ ਹੈ। There are 19 rags in which Guru Nanak Dev Ji has uttered ਬਾਣੀ। 19 ਰਾਗਾਂ ਦੇ ਵਿੱਚੋਂ ਹੁਣ ਮੈਨੂੰ ਦੱਸੋ, ਜਦੋਂ ਗੁਰੂ ਸਾਹਿਬ ਕਹਿੰਦੇ ਸੀ ਭਾਈ ਮਰਦਾਨੇ ਜੀ ਨੂੰ ਕਿ ਮਰਦਾਨਿਆ ਰਬਾਬ ਸ਼ੇਰ, ਕਿਤੇ ਕਿਹਾ ਜਾਂਦਾ ਹੈ ਰਬਾਬ ਸ਼ੇਰ, ਕਿਤੇ ਇਹ ਅੱਖਰ ਵਰਤਿਆ ਜਾਂਦਾ ਹੈ ਕਿ ਰਬਾਬ ਸੰਭਾਲ। At some places it is said ਰਬਾਬ ਸ਼ੇਰ, and at some places it is said ਰਬਾਬ ਸੰਭਾਲ। It means start playing the ਰਬਾਬ, ਬਾਣੀ is coming। ਮਹਾਰਾਜ ਨੇ ਕਦੇ ਇਹ ਨਹੀਂ ਆਖਿਆ ਕਿ ਮਰਦਾਨਿਆ ਆਸਾ ਰਾਗ ਛੇੜ, ਮਹਾਰਾਜ ਨੇ ਕਦੀ ਇਹ ਨਹੀਂ ਆਖਿਆ ਤਿਲੰਗ ਰਾਗ ਛੇੜ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਕਦੇ ਆਖਿਆ ਕਿ ਗੌੜੀ ਰਾਗ ਛੇੜ। ਜੋ ਵੀ ਸਤਿਗੁਰੂ ਜੀ ਨੇ ਰਾਗ ਉਸ ਵੇਲੇ ਗਾਉਣਾ ਹੋਵੇ, ਜੋ ਵੀ ਸਮਾਂ ਸੀ ਦਿਨ ਦਾ ਰਾਤ ਦਾ, ਮੇਰੇ ਸਤਿਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਬੈਠ ਜਾਣਾ ਤੇ ਉਹੀ ਰਾਗਾਂ ਦੀਆਂ ਸੁਰਾਂ ਭਾਈ ਮਰਦਾਨੇ ਜੀ ਦੇ ਹੱਥਾਂ ਦੇ ਉੱਤੋਂ ਸਾਧ ਸੰਗਤ ਜੀ ਰਬਾਬ ਤੇ ਚੱਲਦੀਆਂ। ਆਖੋ ਸਤਨਾਮ। How did ਭਾਈ ਮਰਦਾਨਾ ਜੀ know which rag to play in? ਜੇ ਕਹਿ ਦਈਏ ਕਿ ਇੱਕ ਸਮੇਂ ਇੱਕ ਪੈਰ ਵਿੱਚ ਕੇਵਲ ਇੱਕ ਰਾਗ ਹੈ, ਨਹੀਂ ਜੀ। ਸਮੇਂ ਅਨੁਸਾਰ ਇੱਕ ਤਰ੍ਹਾਂ ਦਾ ਰਾਗ ਨਹੀਂ ਹੁੰਦਾ। There are multiple choices। ਤੇ ਕਿਵੇਂ ਭਾਈ ਮਰਦਾਨੇ ਜੀ ਨੂੰ ਪਤਾ ਵੀ ਹੁਣ ਗੁਰੂ ਨਾਨਕ ਕਿਹੜੇ ਰਾਗ ਦੇ ਵਿੱਚ ਸ਼ਬਦ ਸੁਣਾਉਣ ਲੱਗੇ ਨੇ? ਸਾਧ ਸੰਗਤ ਜੀ, ਜਿਹੜੇ ਕੀਰਤਨ ਕਰਦੇ ਨੇ, ਜਿਨ੍ਹਾਂ ਨੂੰ ਰਾਗ ਦੀ ਵਿਦਿਆ ਦਾ ਗਿਆਨ ਹੈ, ਆਪ ਜੀ ਜਾਣਦੇ ਹੋ, ਇੱਕ ਸੁਰ ਹਿੱਲ ਜਾਵੇ ਤੇ ਰਾਗ ਜਿਹੜਾ ਹੈ ਅਸ਼ੁੱਧ ਹੋ ਜਾਂਦਾ ਹੈ। ਰਾਗਾਂ ਦੇ ਵਿੱਚ ਕੀਰਤਨ ਕਰਨਾ ਕਠਿਨ ਤਾਂ ਹੈ, you can't do what you like। ਮੇਰੇ ਵਰਗੇ ਬੈਠ ਕੇ ਜੀ ਟਿਊਨਾਂ ਇੱਧਰ ਲੈ ਗਏ ਉੱਧਰ ਲੈ ਗਏ, ਇੱਕ ਰਾਗ ਬੈਠ ਕੇ ਕਰਨਾ ਪਵੇ ਸਾਧ ਸੰਗਤ ਜੀ, ਉਸ ਦੀ ਪਕੜ ਹੋਣੀ ਚਾਹੀਦੀ। ਤਾਨੇ ਲੱਗਦੇ, ਅਲਾਪ ਲੱਗਦੇ ਨੇ, ਆਰੋ ਅਵਰੋ ਦੇਖ ਕੇ ਸਾਰਾ ਰਾਗ ਸੰਭਾਲ ਕੇ ਕੀਰਤਨ ਕਰਨਾ ਹੁੰਦਾ। ਸਾਧ ਸੰਗਤ ਜੀ, ਦਿਸ ਇਜ਼ ਸੋ ਡਿਫਿਕਲਟ। ਇੱਕ ਕਿਤੇ ਸੁਰ ਹਿੱਲ ਜਾਵੇ ਤੇ ਸਾਰਾ ਰਾਗ ਭੰਗ ਹੋ ਜਾਂਦਾ। ਜਿਹੜੇ ਜਾਣਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ। ਮੇਰੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਦੋਂ ਪਾਤਸ਼ਾਹ ਜੀ ਕੀਰਤਨ ਕਰਦੇ, ਹਾਊ ਡਿਡ ਭਾਈ ਮਰਦਾਨਾ ਜੀ ਨੋ ਵਿਚ ਰਾਗ ਟੂ ਸਟਾਰਟ ਪਲੇਇੰਗ? ਅੰਦਰੋਂ
ਉਹਨਾਂ ਦੀ ਵੀ ਤਾਰ ਜੁੜੀ ਸੀ। ਆਖੋ ਸਤਨਾਮ, ਉਹਨਾਂ ਦੀ ਵੀ ਤਾਰ ਜੁੜੀ ਸੀ। There's no other explanation for this. ਸਤਿਗੁਰੂ ਜੀ ਨੇ ਹਮੇਸ਼ਾ ਇਸ਼ਾਰਾ ਦੇਣਾ ਤੇ ਭਾਈ ਮਰਦਾਨੇ ਨੇ ਰਾਗ ਦਾ ਥਾਲ ਤਿਆਰ ਕਰਨਾ। ਆ ਧਿਆਨ ਨਾਲ ਸੁਣਿਓ, ਇਸ਼ਾਰਾ ਗੁਰੂ ਨਾਨਕ ਦੇਵ ਜੀ ਨੇ ਦੇਣਾ, ਮਰਦਾਨੇ ਭਾਈ ਸਾਹਿਬ ਜੀ ਨੇ ਰਾਗ ਦਾ ਥਾਲ ਤਿਆਰ ਕਰਨਾ ਤੇ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਦਾ ਭੋਜਨ ਉੱਪਰ ਰੱਖਣਾ। ਆਖੋ ਸਤਨਾਮ। ਕੈਸੀ ਖੇਡ ਹੈ। ਸਤਿਗੁਰੂ ਜੀ ਦੇ ਐਸੇ ਲਾਲ ਜਦੋਂ ਹੁਣ ਪਹਿਲੀ ਵਾਰ ਕੀਰਤਨ ਹੋਣ ਲੱਗਾ ਨਾ, ਸਾਧ ਸੰਗਤ ਜੀ ਧਿਆਨ ਨਾਲ ਸੁਣਿਓ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਲਿਸਨ ਟੂ ਦਿਸ, what happens when ਭਾਈ ਮਰਦਾਨਾ and ਗੁਰੂ ਨਾਨਕ they do ਕੀਰਤਨ for the first time। ਪਹਿਲੀ ਵਾਰ ਕੀਰਤਨ ਕਰਨ ਲੱਗੇ ਸਾਧ ਸੰਗਤ ਜੀ, it is amazing। ਜਦੋਂ ਪਹਿਲੀ ਵਾਰ ਕੀਰਤਨ ਕਰਨ ਲੱਗੇ ਆ ਗੱਲ ਹੋਈ। what do you see here? You can call it dew, you can call it just water। ਉਸ ਵੇਲੇ ਜੋ ਗੱਲ ਵਰਤੀ ਭਾਈ ਸਾਹਿਬ ਜੀ ਆਪਣੇ ਗ੍ਰੰਥ ਵਿੱਚ ਦੱਸਦੇ ਨੇ, ਬਿਰਖਨ ਤੇ ਰਸ ਨੁਚਰਨ ਲੱਗਾ। ਜਿਸ ਦਰਖਤ ਦੇ ਹੇਠਾਂ ਬੈਠ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਅੱਜ ਸੰਸਾਰ ਵਿੱਚ ਪਹਿਲੀ ਵਾਰ ਰਬਾਬ ਛਿਰ ਰਿਹਾ ਹੈ, ਸਤਿਗੁਰੂ ਜੀ ਦੇ ਮੁਖੋਂ ਪਾਵਨ ਬਾਣੀ ਮਹਾਰਾਜ ਉਚਾਰ ਰਹੇ ਨੇ ਫॉर द फर्स्ट टाइम। ਰਾਗ ਮੀਨਸ ਸ਼ਬਦ। ਪਹਿਲੀ ਵਾਰ ਸ਼ਬਦ ਅਤੇ ਰਾਗ ਦਾ ਮਿਲਾਪ ਹੋਇਆ। ਜਿਸ ਬਿਰਖ ਦੇ ਹੇਠਾਂ ਮੇਰੇ ਧੰਨ ਗੁਰੂ ਨਾਨਕ ਸ਼ਸ਼ੋਭਿਤ ਸਨ, ਉਸ ਬਿਰਖ ਦੇ ਪੱਤਿਆਂ ਦੇ ਉਤਰੋਂ ਸਾਧ ਸੰਗਤ ਜੀ ਰਸ ਅੰਮ੍ਰਿਤ ਚੋਣ ਲੱਗ ਪਿਆ। ਆਖੋ ਸਤਨਾਮ। ਬਿਰਖਣ ਤੇ ਰਸ ਨੁਚਰਨ ਲੱਗਾ। from the trees, from the leaves। ਆ ਦੇਖੋ ਰਸ ਚੋਣ ਲੱਗ ਪਿਆ। ਲੋਕ ਜਾਣਿਆ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਜਦੋਂ ਕੋਈ ਢਿੱਲਾ ਜਿਹਾ ਰਾਗ ਪੜ੍ਹਦੇ ਔਖੀਆਂ ਸੁਰਾਂ ਵਾਲਾ, ਅਸੀਂ ਐਂਡ ਕਰਦੇ ਕੋਈ ਚਕਵਾਂ ਕੀਰਤਨ ਹੋਵੇ, ਕਿਉਂਕਿ ਸਾਨੂੰ ਸ਼ਬਦ ਦੀ ਕੋਈ ਸੋਝੀ ਨਹੀਂ, ਸਾਨੂੰ ਪਤਾ ਨਹੀਂ ਇਹ ਬ੍ਰਹਮ ਦੀ ਵਿਚਾਰ ਚੱਲ ਰਹੀ ਹੈ। ਕਿੰਨੀ ਮਿਹਨਤ ਲੱਗਦੀ ਹੈ ਪਿੱਛੇ ਕੀਰਤਨੀਆਂ ਦੀ ਗੁਰੂ ਪਿਆਰਿਓ। ਤੇ ਮਿਹਨਤ ਇੱਕ ਪਾਸੇ, ਜੋ ਸਤਿਗੁਰੂ ਜੀ ਦੀ ਗੁਰਬਾਣੀ ਕਹਿੰਦੀ ਹੈ ਇਹ ਤਾਂ ਬ੍ਰਹਮ ਵਿਚਾਰ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਐਸਾ ਕੀਰਤਨ ਕਰ, do such a ਕੀਰਤਨ that is beneficial to you in this world and in the hereafter। ਤੇ ਸਾਧ ਸੰਗਤ ਜੀ ਰਸ ਚੋਇਆ, ਬਿਸਰਿਓ ਸਭੈ ਅਪਾਨਾ। ਜਦੋਂ ਰਸ ਚੋਇਆ ਮਹਾਰਾਜ ਜੀ ਐਨ ਮਸਤ ਹੋ ਗਏ। ਭਾਈ ਮਰਦਾਨਾ ਜੀ was lost in the colors of God। ਤੇ ਕਿੰਨੇ ਘੰਟੇ ਕੀਰਤਨ ਹੋਇਆ। ਆਖੋ ਸਤਨਾਮ। ਸੋਚੀਏ ਕੈਸਾ ਮਾਹੌਲ ਹੈ। ਅੱਜ ਸਾਡਾ ਮਨ ਕੀਰਤਨ ਵਿੱਚ ਕਿਉਂ ਨਹੀਂ ਟਿਕਦਾ। ਮੇਰੇ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਸੱਜਣ ਠੱਗ ਨੂੰ ਸੁਣਾਇਆ ਤੇ ਜੀਵਨ ਪਲਟੀ ਮਾਰ ਗਿਆ। ਮੈਂ ਬਹੁਤ ਵਾਰ ਕਥਾ 'ਚ ਸੁਣਾਇਆ ਜੀ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ one ਸ਼ਬਦ। He goes to ਸੱਜਣ ਠੱਗ। there were no fancy ਵੀ ਪਿੱਛੇ ਚਿਮਟੇ ਵਾਲੇ 10 ਬੈਠੇ, ਮਾਈਕ ਇੱਥੇ 10 ਲੱਗੇ ਜੀ। ਪਹਿਲਾਂ ਤਾਂ ਮਾਈਕ ਵੀ ਨਹੀਂ ਹੁੰਦੇ ਸੀ। ਕਦੀ ਸੋਚਿਆ ਦਰਬਾਰ ਸਾਹਿਬ ਕੀਰਤਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨੀਆਂ ਦਾ ਕਿੰਨਾ ਜ਼ੋਰ ਲੱਗਦਾ ਹੋਵੇਗਾ। ਸਾਰੇ ਪਰਿਕਰਮਾ 'ਚ ਰਾਗੀ ਹੀਰਾ ਸਿੰਘ ਵਰਗਿਆਂ ਦਾ ਕੀਰਤਨ ਸੁਣਦਾ ਸੀ, ਉਦੋਂ ਮਾਈਕ ਵੀ ਨਹੀਂ ਸੀ। ਤਾਂ ਕਰਕੇ ਪੁਰਾਤਨ ਸਮੇਂ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਗੁੰਬਦ ਬਣਾਏ ਜਾਂਦੇ ਸੀ। There were domes to make that sound vibrate inside, to have an echo so that the voice, the waves of that sound is carried across। ਪਰ ਜ਼ੋਰ ਕਿੰਨਾ ਲੱਗਦਾ ਹੋਵੇਗਾ ਨੀਚੀਆਂ ਸੁਰਾਂ ਤੇ ਉੱਚੀਆਂ ਸੁਰਾਂ ਤੇ। ਕੀਰਤਨ ਕੋਈ ਖੇਡ ਨਹੀਂ। ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਜਦੋਂ ਸਤਿਗੁਰੂ ਜੀ ਨੂੰ ਦੇਖਦੇ ਆ ਨਾ ਕੀਰਤਨ ਵਿੱਚ, ਸਮਟਾਈਮਸ ਭਾਈ ਸਾਹਿਬ ਰਾਈਟਸ ਇਨ देयर ਗ੍ਰੰਥ, ਮਹਾਰਾਜ ਜੀ ਆਫਟਰ ਡੂਇੰਗ ਕੀਰਤਨ ਸਤਿਗੁਰੂ ਐਨ ਸਮਾਧੀ 'ਚ ਬਹਿ ਕੇ ਤੇ ਅੱਖਾਂ ਬੰਦ ਕਰ ਲੈਂਦੇ। ਹੁਣ ਭਾਈ ਸਾਹਿਬ ਵੇਟ ਕਰਦੇ ਨੇ। ਆ ਸੁਣਿਓ, ਭਾਈ ਸਾਹਿਬ ਜੀ ਵੇਟਸ, ਰਬਾਬ ਥੱਲੇ ਰੱਖ ਕੇ ਤੇ ਵੇਟ ਕਰਦੇ ਨੇ, ਡੀਕਦੇ ਨੇ ਕਿ ਕਦੋਂ ਗੁਰੂ ਨਾਨਕ ਦੇਵ ਜੀ ਅੱਖਾਂ ਖੋਲ੍ਹਣ। ਤੇ ਜਦੋਂ ਕੁਝ ਸਮਾਂ ਹੋ ਜਾਏ, what ਭਾਈ ਸਾਹਿਬ does is he wakes up and he stands guard। ਆਖੋ ਸਤਨਾਮ। ਕਈ ਥਾਵਾਂ ਤੇ ਸੇਵਾਦਾਰ ਦਾ ਰੂਪ ਵੀ ਨਿਭਾਇਆ। ਕੀਰਤਨ ਤੋਂ ਬਾਅਦ ਭਾਈ ਸਾਹਿਬ ਜੀ ਨਾ ਖੜ ਕੇ ਗੁਰੂ ਨਾਨਕ ਦੇਵ ਜੀ ਦੇ ਨੇੜੇ ਲਾਗਲੇ ਪਾਸੇ ਖੜ ਕੇ ਤੇ ਮਹਾਰਾਜ ਜੀ ਦੀ ਉਡੀਕ ਕਰਦੇ, ਮੇਰੇ ਸਤਿਗੁਰੂ ਕਿਵੇਂ ਸਮਾਧੀ ਤੋਂ ਨਿਕਲਣ। ਸੇਵਾਦਾਰ ਦਾ ਵੀ ਕਰਤੱਵ ਜਿਹੜਾ ਸੀ ਨਿਭਾਇਆ। ਤੇ ਸਾਧ ਸੰਗਤ ਜੀ
ਜਦੋਂ ਮਹਾਰਾਜ ਜੀ ਨੇ ਸਮਾਧੀ ਖੁੱਲਣੀ ਤੇ ਜੇ ਮੌਜ ਵਿੱਚ ਸਤਿਗੁਰੂ ਹੋਣ ਤੇ ਜੀ ਕਰੇ ਹੋਰ ਕੀਰਤਨ ਕਰਨਾ ਤੇ ਮਹਾਰਾਜ ਜੀ ਨੇ ਕਹਿਣਾ ਰਬਾਬੇ ਮਰਦਾਨਿਆਂ ਰਬਾਬ ਸੰਭਾਲ ਤੇ ਮਰਦਾਨੇ ਭਾਈ ਸਾਹਿਬ ਜੀ ਨੇ ਭੱਜੇ ਭੱਜੇ ਆਉਣਾ। ਭਾਈ ਸਾਹਿਬ ਜੀ ਨੇ ਗੋਡੇ ਨਾਲ ਗੋਡਾ ਲਾ ਕੇ ਤੇ ਧੰਨ ਗੁਰੂ ਨਾਨਕ ਦੇ ਨੇੜੇ ਬਹਿ ਜਾਣਾ। ਕੈਸਾ ਰਿਸ਼ਤਾ ਹੈ ਜੀ। ਸਾਧ ਸੰਗਤ ਜੀ, ਵੀ ਮੂਵ ਔਨ। ਜਨਮ ਸਾਖੀ ਵਿੱਚ ਇੱਕ ਵਾਰ ਨਹੀਂ ਬਹੁਤ ਵਾਰ ਭਾਈ ਸਾਹਿਬ ਜੀ ਸਟ੍ਰਾਈਕ ਕਰਦੇ ਨੇ। ਭਾਈ ਸਾਹਿਬ ਜੀ ਨਾ ਕਿਸ ਦ ਕੰਡੀਸ਼ਨਸ ਵਾਸ ਸੋ ਡਿਫਿਕਲਟ। ਸਾਧ ਸੰਗਤ ਜੀ ਰੇਗਿਸਤਾਨ ਦੇ ਸਫ਼ਰ ਕਰਨੇ, imagine traveling on deserts, imagine going through dark forests, imagine going through mountains। ਬਹੁਤ ਕਠਿਨ ਸੀ, ਕਿਹੜੀਆਂ ਵੀ ਸੜਕਾਂ ਸੀ, ਗੱਡੀਆਂ ਸੀ, ਪੈਦਲ ਤੁਰਨਾ ਤੇ ਹਾਲਾਤ ਇਤਨੇ ਉਸ ਵੇਲੇ ਦੇ ਘੱਟ ਸੀ। ਤੇ ਮਹਾਰਾਜ ਜੀ ਨੂੰ ਕਈ ਵਾਰ ਭਾਈ ਮਰਦਾਨਾ ਜੀ ਨੇ ਕਹਿ ਦੇਣਾ ਕਿ ਮਹਾਰਾਜ ਜੀ ਸਾਨੂੰ ਹੁਣ ਜਾਣ ਦਿਓ। ਜਨਮ ਸਾਖੀ ਵਿੱਚ ਇੱਕ ਥਾਂ ਤੇ ਭਾਈ ਸਾਹਿਬ ਜੀ ਲਿਖਦੇ ਨੇ, ਮਹਾਰਾਜ ਨੂੰ ਇੱਕ ਦਿਨ ਭਾਈ ਸਾਹਿਬ ਕਹਿੰਦੇ ਸਤਿਗੁਰੂ ਬਾਬਾ ਅਸਾਂ ਨੂੰ ਅਵਿਦਿਆ ਕਰੋ, ਬਾਬਾ ਲੈਟ ਮੀ ਗੋ। ਆ ਸੁਣੋ, ਬਾਬਾ ਸਾਨੂੰ ਅਵਿਦਿਆ ਕਰੋ, ਲੈਟ ਮੀ ਗੋ। ਤੇ ਮਹਾਰਾਜ ਜੀ ਉसी ਵੇਲੇ ਹੈਰਾਨ ਹੁੰਦੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਇਸ ਸ਼ੌਕਟ ਮਹਾਰਾਜ ਪੁੱਛਣ ਲੱਗੇ ਕਿ ਮਰਦਾਨਿਆਂ ਅਸਾਂ ਦੀ ਤੁਹਾਡੇ ਉੱਪਰ ਬਹੁਤ ਖੁਸ਼ੀ ਹੈ। ਆਈ ਐਮ ਸੋ ਹੈਪੀ ਵਿਥ ਯੂ। ਕੀ ਗੱਲ ਹੋ ਗਈ, ਕੀ ਗੱਲ ਹੋ ਗਈ? ਆਈ ਐਮ ਸੋ ਹੈਪੀ ਵਿਥ ਯੂ। ਤੂੰ ਰੁੱਸ ਕੇ ਜਾਣਾ ਹੈ? ਜੇ ਮੈਂ ਤੇਰੇ ਨਾਲ ਗੁੱਸੇ ਆ, ਮੈਂ ਕੁਝ ਕਿਹਾ ਹੋਵੇ ਤਾਂ ਤੇਰਾ ਰੁੱਸਣਾ ਜਾਇਜ਼ ਹੈ, ਪਰ ਮੈਂ ਤੈਨੂੰ ਕੋਈ ਗੱਲ ਵੀ ਨਹੀਂ ਕੀਤੀ। ਆਈ ਹੈਵ ਨਾਟ ਸੇਡ ਐਨੀਥਿੰਗ ਟੂ ਯੂ। ਤੇ ਗੁਰੂ ਨਾਨਕ ਦੇਵ ਜੀ ਪੁੱਛਦੇ ਨੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ, ਆਪ ਆਪਦੇ ਕੀਰਤਨੀਏ ਨੂੰ ਹੁਣ ਪਾਤਸ਼ਾਹ ਜੀ ਪੁੱਛਦੇ ਨੇ ਵੀ ਅਸਾਂ ਦੀ ਤੁਹਾਡੇ ਉੱਪਰ ਬਹੁਤ ਖੁਸ਼ੀ ਹੈ। ਸਾਧ ਸੰਗਤ ਜੀ ਇੱਥੇ ਗੱਲ ਯਾਦ ਆਉਂਦੀ ਹੈ, ਆਪਾਂ ਮਨ 'ਚ ਇਹ ਨਾ ਵਿਚਾਰ ਲਈਏ ਵੀ ਕਿੰਨੇ ਗੁਰੂ ਦੇ ਕੀਰਤਨੀਏ ਵੱਡੇ ਸੀ ਪਰ ਗੁੱਸਾ ਕਰਦੇ ਸੀ। ਆਖੋ ਸਤਿਨਾਮ। ਮੈਂ ਬਹੁਤ ਵਾਰੀ ਸੁਣਿਆ ਜੀ, ਅੰਮ੍ਰਿਤ ਧਾਰੀਆਂ ਨੂੰ ਗੁੱਸਾ ਕਿਉਂ ਆਉਂਦਾ? ਇਹ ਤਾਂ ਅੰਮ੍ਰਿਤ ਧਾਰੀ ਨੇ। ਗੁਰਸਿੱਖਾਂ ਨੂੰ ਗੁੱਸਾ ਕਿਵੇਂ ਆ ਗਿਆ? ਇਹ ਤਾਂ ਗੁਰਸਿੱਖ ਨੇ। ਭਾਈ ਗੁਰਦਾਸ ਜੀ ਪਤਾ ਬਾਣੀ 'ਚ ਕੀ ਲਿਖਦੇ? ਥੋੜੀ ਵਿਚਾਰ ਲਿਆ ਕਰੋ, ਪੜ੍ਹ ਲਿਆ ਕਰੋ। ਭਾਈ ਗੁਰਦਾਸ ਜੀ gives an example of the anger of a manamukh and a gurmukh. What's the difference? What's the difference in anger of a manamukh and a gurmukh? ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁਖ ਜਿਹੜਾ ਹੈ ਉਹਦਾ ਗੁੱਸਾ ਇਦਾਂ ਦਾ ਹੈ ਜਿਵੇਂ ਮਿੱਟੀ ਦਾ ਭਾਂਡਾ ਟੁੱਟ ਜਾਵੇ। ਆ ਵਾਰਾਂ 'ਚ ਆਉਂਦੀ ਗੱਲ ਜੀ। ਉਸ ਦਾ ਗੁੱਸਾ ਇੰਨਾ ਹੈ ਮਾੜਾ ਮਨਮੁਖ ਦਾ ਜਿਵੇਂ ਮਿੱਟੀ ਦਾ ਭਾਂਡਾ ਟੁੱਟ ਜਾਵੇ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਦਾ ਗੁੱਸਾ ਕਿੱਦਾਂ ਦਾ ਆ? ਗੁਰਮੁਖਾਂ ਦਾ ਗੁੱਸਾ ਇਦਾਂ ਦਾ ਆ ਜਿੱਦਾਂ ਸੋਨੇ ਦਾ ਭਾਂਡਾ ਟੇਢਾ ਹੋ ਜਾਵੇ। ਆਖੋ ਸਤਨਾਮ। A pot made of gold, imagine it is just a little lopsided, you can just turn it back. ਤੇ ਆਮ ਬਹੁਤ ਥਾਵਾਂ ਤੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਗੁਰਮੁਖ ਦਾ ਗੁੱਸਾ ਪਾਣੀ ਦੀ ਲਕੀਰ ਹੈ। You take a stick and you cut through water, in 2-3 seconds the water joins back. ਗੁਰਮੁਖ ਦਾ ਗੁੱਸਾ ਪਾਣੀ ਦੀ ਲਕੀਰ ਹੈ, ਮਨਮੁਖ ਦਾ ਗੁੱਸਾ ਪੱਥਰ ਦੀ ਲਕੀਰ ਹੈ। ਆਖੋ ਸਤਨਾਮ। ਗੁੱਸਾ। ਭਾਈ ਮਰਦਾਨਾ ਜੀ ਨਾਰਾਜ਼ ਹੋ ਗਿਆ ਅੱਜ। ਪਿਆਰ ਵਿੱਚ ਨਾਰਾਜ਼ਗੀ ਜਾਇਜ਼ ਹੈ ਵੈਸੇ, ਇੰਨੇ ਅਸੀਂ ਸੰਤ ਨਾ ਬਣੀਏ ਕਿ ਅਸੀਂ ਜੀ ਕਦੀ ਨਾਰਾਜ਼ ਨਹੀਂ ਹੋਏ। ਆਖੋ ਸਤਨਾਮ। ਜਿਨ੍ਹਾਂ ਨਾਲ ਪਿਆਰ ਹੋਵੇ ਉੱਥੇ ਸਦਾ ਪਿਆਰ ਹੀ ਨਹੀਂ, ਕਦੇ ਕਦੇ ਨਾਰਾਜ਼ਗੀ ਵੀ ਹੁੰਦੀ ਹੈ। ਗੁਰੂ ਪਿਆਰਿਓ, ਪਿਆਰ ਇੱਕ ਐਸੀ ਚੀਜ਼ ਹੈ, ਸਭ ਕੁਝ ਇਸ ਦੇ ਵਿੱਚ ਹੁੰਦਾ। ਮਹਾਰਾਜ ਜੀ ਨਾਲ ਅੱਜ ਭਾਈ ਮਰਦਾਨਾ ਜੀ ਨਾਰਾਜ਼ ਹੋ ਗਏ। ਭਾਈ ਮਰਦਾਨਾ ਜੀ tells ਸਤਿਗੁਰੂ ਜੀ ਸਾਨੂੰ ਅਵਿਦਿਆ ਕਰੋ। ਮਹਾਰਾਜ ਕਹਿਣ ਲੱਗੇ ਸਾਡੀ ਤੁਹਾਡੇ ਉੱਪਰ ਬਹੁਤ ਖੁਸ਼ੀ ਹੈ। ਮਰਦਾਨਿਆਂ ਕੀ ਗੱਲ ਹੋਈ? what has happened? and ਭਾਈ ਮਰਦਾਨਾ ਜੀ says ਸੁਬਾਨ ਤੇਰੀ ਖੁਸ਼ੀ ਨੂੰ। ਸੁਬਾਨ means keep ਆ ਰੱਖ, ਮੈਂ ਨਹੀਂ ਲੈਣੀ ਤੇਰੀ ਖੁਸ਼ੀ, ਤੂੰ ਰੱਖ ਲੈ, ਤੈਨੂੰ ਵਧਾਈਆਂ ਤੈਨੂੰ ਤੇਰੀ ਖੁਸ਼ੀ ਦੀਆਂ। you keep this happiness, ਤੁਸੀਂ ਖੁਸ਼ ਹੋ ਨਾ ਮੇਰੇ ਨਾਲ, ਤੂੰ ਰੱਖ ਲੈ, ਮੈਂ ਨਹੀਂ ਕੁਝ ਲੈਣੀ ਤੇਰੀ ਖੁਸ਼ੀ। ਰੁੱਸ ਗਏ ਤੇ ਕਹਿਣ ਲੱਗੇ ਮਹਾਰਾਜ ਜੀ ਸੁਬਾਨ ਤੇਰੀ ਖੁਸ਼ੀ ਨੂੰ। ਤੇ ਗੁਰੂ ਪਿਆਰਿਓ ਵਾਪਸ ਕਹਿਣ ਲੱਗੇ ਅਸਾਂ ਨੂੰ ਅਵਿਦਿਆ ਕਰ। ਮੇਰੇ ਸਤਿਗੁਰੂ ਗੁਰੂ ਨਾਨਕ ਕੀ ਕਰਦੇ ਨੇ ਉਸ ਵੇਲੇ? ਲੁੱਕ ਐਟ ਦਿਸ ਪਿਕਚਰ। ਵਾਟ ਡੂ ਯੂ ਸੀ ਇਨ ਦਿਸ ਪਿਕਚਰ? ਗੁਰੂ ਨਾਨਕ ਕਿਵੇਂ ਨੇੜੇ ਹੁੰਦੇ ਨੇ। ਆਖੋ ਸਤਨਾਮ। ਦੇਖੋ ਪਿਆਰ ਦੀਆਂ ਗੱਲਾਂ। ਲੁੱਕ ਐਟ ਦ ਇੰਟ੍ਰਿਕਸੀ ਆਫ ਦੈਟ। ਐਂਡ ਦੇਖੋ
ਨੇੜੇ ਕੌਣ ਕਿਹਦੇ ਹੋ ਰਿਹਾ ਹੈ? ਗੁਰੂ ਕੀਰਤਨੀਏ ਦੇ ਨੇੜੇ ਜਾ ਰਿਹਾ ਹੈ ਜਾਂ ਕੀਰਤਨੀਆ ਗੁਰੂ ਦੇ ਨੇੜੇ ਜਾ ਰਿਹਾ? ਸਾਧ ਸੰਗਤ ਜੀ ਦੇਖੋ ਪਿਆਰ ਦੀਆਂ ਖੇਡਾਂ। ਗੁਰੂ ਨਾਨਕ ਨੇੜੇ ਨੇ, ਮਹਾਰਾਜ ਜੀ ਦਾ ਖੱਬਾ ਹੱਥ ਕਿੱਥੇ ਹੈ? ਖੱਬਾ ਹੱਥ ਭਾਈ ਮਰਦਾਨੇ ਦੇ ਹੱਥ ਦੇ ਉੱਤੇ। ਆਖੋ ਸਤਨਾਮ। ਭਾਈ ਸਾਹਿਬ ਜੀ ਦਾ ਹੱਥ ਫੜਿਆ ਮਹਾਰਾਜ ਨੇ। ਮਹਾਰਾਜ ਹੋਲਸ ਭਾਈ ਮਰਦਾਨਾ ਜੀ's ਹੈਂਡ। ਕੀਰਤਨੀਏ ਤੇ ਗੁਰੂ ਦੇ ਵਿੱਚ ਰਿਸ਼ਤਾ ਕਿਹੋ ਜਿਹਾ ਹੈ? ਇਹ ਚੀਜ਼ ਸਮਝਣੀ ਸਾਧ ਸੰਗਤ ਜੀ, ਜਿਹਦਾ ਕੋਈ ਜੀਵਨ ਹੋਵੇ ਉਹ ਸਮਝੇ। ਕੀਰਤਨੀਆਂ ਅਤੇ ਗੁਰੂ ਇੱਕ ਬਹੁਤ ਅਲੌਕਿਕ ਰਿਸ਼ਤਾ ਹੈ। ਸੱਚ ਅ ਕੰਪਲੈਕਸ ਯੈਟ ਬਿਊਟੀਫੁਲ ਯੈਟ ਯੂਨੀਕ ਰਿਲੇਸ਼ਨਸ਼ਿਪ। ਕਿਉਂਕਿ ਜਦੋਂ ਕੀਰਤਨ ਹੁੰਦਾ ਹੈ, ਕੀਰਤਨੀਆਂ ਦਾ ਮਨ ਫੁੱਟਦਾ ਹੈ। ਖੈਰ, ਸਤਿਗੁਰੂ ਗੁਰੂ ਨਾਨਕ ਦੇਵ ਜੀ ਹੋਲਸ ਭਾਈ ਮਰਦਾਨਾ ਜੀ's ਹੈਂਡ ਅਤੇ ਖੱਬਾ ਹੱਥ ਪਿੱਛੇ ਭਾਈ ਮਰਦਾਨੇ ਜੀ ਦੇ ਹੱਥ ਦੇ ਉੱਤੇ ਰੱਖਿਆ ਤੇ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆਂ ਅਸਾਂ ਦਾ ਤੇਰੇ ਤਾਂ ਹੀ ਕੰਮ ਹੈ। ਮਰਦਾਨਿਆਂ I still need you। ਮਰਦਾਨਿਆਂ ਮੇਰਾ ਹਾਲੇ ਤੁਹਾਡੇ ਨਾਲ ਕੰਮ ਹੈ, ਤੁਹਾਡੇ ਤੋਂ ਬਿਨਾਂ ਨਹੀਂ ਮੇਰਾ ਸਰਦਾ। ਗੁਰੂ ਨਾਨਕ ਕਹਿ ਰਹੇ, ਆਖੋ ਸਤਨਾਮ। ਮਰਦਾਨਿਆਂ ਅਸਾਂ ਦਾ ਤੇਰੇ ਤਾਂ ਹੀ ਕੰਮ ਹੈ। ਮਹਾਰਾਜ ਜੀ ਤੂੰ ਕਹਿਣ ਲੱਗੇ, ਕਿਵੇਂ ਰਹੇਗਾ ਵੀ ਅਸਾਂ ਨਾਲ? Will you stay with me? ਹਾਏ ਹਾਏ, ਗੁਰੂ ਨਾਨਕ ਦੇਵ ਜੀ ਪੁੱਛ ਰਹੇ ਵੀ ਮੇਰੇ ਨਾਲ ਰਹੇਗਾ? ਤਰਸ ਜਾਣ ਇਹ ਕੰਨ ਸਾਧ ਸੰਗਤ ਜੀ, ਕਿਤੇ ਸਾਨੂੰ ਗੁਰੂ ਨਾਨਕ ਪੁੱਛ ਲੈ, ਰਹੇਗਾ ਤੂੰ ਮੇਰੇ ਨਾਲ? ਤਰਸ ਜਾਂਦੀਆਂ ਨੇ ਅੱਖਾਂ ਵੀ ਸਤਿਗੁਰੂ ਮੁਸਕਰਾ ਕੇ ਮੇਰੀ ਵੀ ਬਾਂਹ ਫੜ ਕੇ ਕਹਿ ਦੇ ਕਿ ਕਿਸੇ ਤੂੰ ਰਹੇਗਾ ਸਾਡੇ ਨਾਲ? ਸਤਿਗੁਰੂ ਗੁਰੂ ਨਾਨਕ ਦੇਵ ਜੀ ਸੇਜ ਦਿਸ ਤੋਂ ਭਾਈ ਮਰਦਾਨਾ। ਦੇਖੋ ਪਿਆਰ ਕੀਰਤਨੀਏ ਤੇ ਗੁਰੂ ਦੇ ਵਿੱਚ। ਤੇ ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਰੁੱਸੇ ਹੋਏ। ਹੁਣ ਥੋੜਾ ਥੋੜਾ ਗੁੱਸਾ ਘਟਦਾ ਗਿਆ। ਜਦੋਂ ਪਿਆਰ ਦਿਖਿਆ ਨਾ, ਥੋੜਾ ਗੁੱਸਾ ਘਟ ਗਿਆ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਤੂੰ ਅਤੀਤ ਪੁਰਖ ਹੈ। Look at the word he uses for Guru Nanak. He says ਤੂੰ। That's how close they are। ਕਿੰਨੀ ਨੇੜਤਾ ਹੈ। ਤੁਸੀਂ, ਤੁਹਾਨੂੰ ਨਹੀਂ ਕਿਹਾ ਬਾਬਾ ਤੂੰ ਅਤੀਤ ਪੁਰਖ ਹੈ। ਤੂੰ ਆਪਾਂ ਉਹਨੂੰ ਕਹਿੰਦੇ ਆ ਜਿਹਦੇ ਨਾਲ ਬਹੁਤ ਨਿਕਟ ਵਰਤਾਈ ਹੋਵੇ, ਜਿਹਦੇ ਨਾਲ ਨੇੜਤਾ ਹੋਵੇ। ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਕਹਿਣ ਲੱਗੇ, ਬਾਬਾ ਤੂੰ ਅਤੀਤ ਪੁਰਖ ਹੈ। ਵਸਦੀ ਜਾਏ ਨਾਹੀਂ ਉਜਾਰ ਉਜਾਰ ਰਹੇ। ਭਾਵ ਕਿ ਤੂੰ ਜਿੱਥੇ ਲੋਕ ਵਸਦੇ ਨੇ ਤੂੰ ਉੱਥੇ ਨਹੀਂ ਜਾਂਦਾ। ਯੂ ਆਰ ਸੱਚ ਅ ਯੂਨੀਕ ਹਿਊਮਨ। ਤੂੰ ਉੱਥੇ ਨਹੀਂ ਜਾਂਦਾ ਜਿੱਥੇ ਲੋਕਾਂ ਦਾ ਵਾਸ ਹੈ। ਜਿੱਥੇ ਲੋਕ ਉੱਜੜ ਗਏ ਨੇ ਤੂੰ ਉੱਥੇ ਜਾਂਦਾ। ਉਜਾਰ ਉਜਾਰ ਰਹੇ, ਰਹਾਂਗਾ ਤੇਰੇ ਨਾਲ। ਮਹਾਰਾਜ ਜੀ ਨੂੰ ਕਹਿਣ ਲੱਗੇ, ਜਿਵੇਂ ਤੈਨੂੰ ਪਿਆਸ ਨਹੀਂ ਲੱਗਦੀ, ਜਿਵੇਂ ਤੈਨੂੰ ਭੁੱਖ ਨਹੀਂ ਲੱਗਦੀ, ਮਹਾਰਾਜ ਅੱਜ ਸਾਨੂੰ ਵੀ ਉਹ ਅੰਦਰਲਾ ਰਸ, ਸਾਨੂੰ ਵੀ ਉਹ ਅੰਦਰਲੀ ਅਵਸਥਾ ਦੀ ਬਖਸ਼ਿਸ਼ ਕਰਦੇ। ਆਖੋ ਸਤਨਾਮ। ਗੁਰੂ ਨਾਨਕ ਦੇਵ ਜੀ is asked by Bhai Mardana that if you want to keep me with you, then give me this। ਮੈਨੂੰ ਅੰਦਰਲਾ ਰਸ ਦੇ। Give me that inner bliss, that inner nectar that you seem to be drinking when you do ਕੀਰਤਨ। ਤੁਸੀਂ ਕੁਝ ਚੱਖਦੇ ਹੋ ਜਦੋਂ ਕੀਰਤਨ ਕਰਦੇ, ਐਨ ਤੁਹਾਡਾ ਸਿਰ ਝੂਲਦਾ, ਅੱਖਾਂ ਬੰਦ, ਪਤਾ ਨਹੀਂ ਅੰਦਰ ਤੁਹਾਡੇ ਕੀ ਚੱਲਦਾ ਕੀਰਤਨ ਦੇ ਸਮੇਂ। ਮਹਾਰਾਜ ਮੈਨੂੰ ਉਹ ਰਸ ਦਿਓ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਹੱਸੇ ਖਿੜਖਿੜਾ ਕੇ। ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਜੀ ਲਾਫਸ ਵੈਰੀ ਓਪਨਲੀ, ਬਹੁਤ ਹੱਸੇ। ਤੇ ਸਤਿਗੁਰੂ ਜੀ ਕੀ ਕਹਿਣ ਲੱਗੇ, ਦਾਨਿਆਂ ਤੈਂ ਭਲੀ ਵਸਤ ਮੰਗੀ। ਯੂ ਹੈਵ ਆਸਕਡ ਫॉर ਸਮਥਿੰਗ ਦੈਟ ਇਜ਼ ਸੋ ਗ੍ਰੇਟ। ਤੇ ਸਤਿਗੁਰੂ ਜੀ ਨੇ ਉਸ ਵੇਲੇ ਕੀ ਕੀਤਾ, ਮਹਾਰਾਜ ਜੀ ਨੇ ਭਾਈ ਮਰਦਾਨਿਆਂ ਨੂੰ ਜਦੋਂ ਆਹ ਗੱਲ ਕੀਤੀ, ਮਰਦਾਨੇ ਨੇ ਮੱਥਾ ਟੇਕਿਆ ਤੇ ਮਹਾਰਾਜ ਜੀ ਨੇ ਆਪਣੇ ਗਲੇ ਨਾਲ ਲਾਇਆ। ਗਲੇ ਨਾਲ ਲਾ ਕਰਕੇ ਤੇ ਕੀਰਤਨ ਦਾ ਉਹ ਅਲੌਕਿਕ ਅਨੁਭਵੀ ਰਸ ਬਖਸ਼ਿਸ਼ ਕੀਤਾ। ਹੀ ਬਲੈਸਸ ਭਾਈ ਮਰਦਾਨਾ ਵਿਦ ਦੈਟ ਇਨਰ ਨੈਕਟਰ ਆਫ ਕੀਰਤਨ। ਗੁਰੂ ਪਿਆਰਿਓ, ਅੱਗੇ ਚਲੀਏ। ਇੱਕ ਦਿਨ ਸਮਾਂ ਸਫ਼ਰ ਕਰਦੇ ਹਾਂ। ਲੁੱਕ ਐਟ ਦਿਸ ਪਿਕਚਰ। ਪਹਾੜੀ ਇਲਾਕਾ ਹੈ। ਜਨਮ ਸਾਖੀ ਕਹਿੰਦੀ ਹੈ ਕਿ ਭਾਈ ਮਰਦਾਨਾ ਤੁਰੇ ਜਾ ਰਹੇ ਨੇ ਪਿੱਛੇ ਪਿੱਛੇ ਧੰਨ ਗੁਰੂ ਨਾਨਕ ਦੇਵ ਜੀਆਂ ਦੇ। ਦੇਖੋ, and you know what he tells Guru Nanak? ਮਹਾਰਾਜ ਜੀ ਨੂੰ ਕਹਿਣ ਲੱਗੇ, ਬਾਬਾ ਤੇਰੇ ਮੇਰੇ ਚ ਕਾਈ ਅੰਤਰ ਨਹੀਂ। Suddenly he says, ਬਾਬਾ ਜੀ, ਜੀ ਤਾਂ ਕਹਿੰਦੇ ਨਹੀਂ ਸੀ, ਬਹੁਤ ਨੇੜੇ ਸੀ। ਬਾਬਾ ਤੇਰੇ ਮੇਰੇ ਅੰਤਰ ਕਾਈ ਫਰਕ ਅੰਤਰ ਨਹੀਂ। There's no difference between you and I। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਖੜ ਕੇ, ਸਤਿਗੁਰੂ ਜੀ stops in his tracks।
महाराज देख के ना भाई साहब वाल मुस्कुराउण लग पे। महाराज कहन लगे ए किवें, हाउ इज दिस पॉसिबल, हाउ इज देयर नो डिफरेंस बिटवीन यू एंड आई। साध संगत जी जन्म साखी ने ये चीज़ सांभ के रखी। गुरु नानक देव जी ने उस वेले भाई मरदाना जी जवाब दिंदे ने, कहन लगे कि सतगुरु जी नूं कि महाराज जी तू खुदा दा दूम है ते मैं तेरा दूम हाँ। आखो सतनाम। You are the Kirtaniya of Vaheguru and I am your Kirtaniya. You sing the praises of God and Guru Nanak Maharaj, I sing your praises. तुसी रब दे गुण गाउंदे हो ते महाराज जी मैं तुहाडा दूम, मैं तुहाडे गुण गाउंदा, फिर तेरे मेरे विच अंतर कैसा रहा। ओहो कैसा प्यार है साध संगत जी। It doesn't end here। मेरा जी कीता सी मैं बहुत गल्लां तुहानूं दसां, पर समा मेरा बहुत वड्डा दुश्मन है। आप समय की सीमा विच रह के विचार करांगे। साध संगत जी एक किताब है प्रिंसीपल गंगा सिंह दी लैक्चर महाचानन, आ ध्यान नाल सुनियो। लैक्चर महाचानन प्रिंसीपल गंगा सिंह, ये उन्हां दी शब्दावली है। इन देयर राइटिंग्स दे स्पीक अबाउट भाई मरदाना जी। बहुत प्यारे बचन मैं 2-3 मिनट आप जी नाल सांझे करां, ध्यान नाल देखियो। भाई साहब जी की कहंदे ने, कल के फिरंदे टिगर रबाब मंगाया पहले। हाउ डिड भाई मरदाना जी गेट द रबाब। इत्थे भी एक छोटी जी गल है। दैट रबाब दैट भाई मरदाना जी प्लेस, वो किवें भाई साहब कोल आया। बेबे नानकी जियां ने माया दिती, भाई मरदाना जी भाई फिरंदे कोल गए। ये भी इतिहास जरूरी है जी। भाई मरदाना गोज टू भाई फिरंदा जी। ते साध संगत जी ये गल जिहड़ी मैं दसन लगा अज रात दी एक कथा दी हाईलाइट है। जेड़ा कीर्तनिया इस चीज़ नूं समझ लवे उस दे नेड़े गुरु नानक आ गया। आखो सतनाम। भाई फिरंदे कोल गए, रबाब लैना सी, आप कोल माया नहीं, बेबे नानकी जी दी दिती हुई माया कड्डी। ही टेक्स आउट द मनी गिवन बाय बेबे नानकी ते अगे धरी ते कहन लगे रबाब दिओ। भाई फिरंदा पुछण लगे कादे लिए है रबाब, वाई डू यू नीड अ रबाब। वैसे रबाब जिहड़ा है साध संगत जी अज तो मेरे वीर सत्कारयोग इन्होंने नहीं बजाया, पर आम जो वजदा है इतनी मिठी आवाज़ है। ये अरबी एक साज है। इट इज़ बीन प्रिवेलेंट सिंस द 10th century। इतना पुरातन है, बहुत सदियां तो चलता आ रहा अरब तो। ते साध संगत जी उस वेले भाई फिरंदे कोल आ मंग कीती ते भाई मरदाना हैरान हो के कहन लगे पे गुरु नानक देव जी नाल संसार दी यात्रा करन चले। आई एम गोइंग फॉर अ वर्ल्ड टूर। मैं चलिया संसार दी यात्रा करन ते ए लो माया ते दो मैनू रबाब। ते साध संगत जी लिसन टू व्हाट भाई फिरंदा जी सेड किते साडे जीवन च चानन आ जाए। गुरु प्यारिओ भाई फिरंदा कहन लगे जे तू रबाब चाहुंदा है मैनू तेरी माया दी लोड़ नहीं, तू मैनू एक वादा करके जा। ओहो भाई फिरंदे जी दा वादा इतना तगड़ा सी वो दिन, पर मेरे भाई मरदाने ने जिउंदियां जी ये वादा निभाया। भाई फिरंदा says to भाई मरदाना, you can keep this रबाब without any money, you can take it for free of charge, but promise me one thing। एक काम करी, कदी भुल के भी अज तो बाद गुरु नानक तो इलावा किसी होर दी सिफती अपनी रसना तो ना करी। आखो सतनाम। बोलो सतनाम, बोलो सतनाम। भुल के भी even if you forget from today onwards, मैं तेनू ये रबाब साज दे रहा तेरे कीर्तन लई, पर कदी भुल के भी तेरी जबान दे उत्ते गुरु नानक दे नाम तो इलावा कोई होर नाम ना चढ़े। माफ करियो अज असी कीर्तनीय अखवाउण वाले ना। साध संगत जी थोड़ी जी आवाज़ सुरीली आ जाए, 2-3 राग सानू पता लग जाए, 2-3 बंदे आन के वाह वाह कर दे, असी डिनरां ते माइक फड़ के ते असी गीत गाउंदे। आखो सतनाम। माफ करियो कौड़ा सच है, लंघा लो, लंघाओ इसनू। ओ कीर्तनियां नहीं, इत्थे बैठ के वाजे तबले होर तंती साज वजाने कोई कीर्तनियां नहीं बनदा। मेरे गुरु नानक दे घर दा कीर्तनिया ओ है जेड़ा जिउंदा जी कीर्तन तो इलावा गुरु नानक दे नाम तो इलावा अपनी रसना दे उत्ते किते होर दी सिफत ना करे। आखो सतनाम।
कदे भुल के भी कोई गीत, कोई गज़ल, कोई कवाली इहो जे साध संगत जी शर्म आउंदी है नाम लैंदे आ। ਅਸੀਂ ਵੱਡੇ ਕੀਰਤਨੀਆਂ ਖਵਾਉਂਦੇ ਆ, ਸਟੇਜਾਂ ਤੇ ਕੀਰਤਨ ਕਰਦੇ ਆ, ਪਰ ਸਾਡੇ ਅਜਿਹੀਆਂ ਵੀਡੀਓਆਂ ਚੱਲਦੀਆਂ ਸੋਸ਼ਲ ਮੀਡੀਆ ਨੈੱਟ ਤੇ, ਅਸੀਂ ਗੀਤ ਗਾ ਗਾ ਕੇ ਲੋਕਾਂ ਨੂੰ ਸੁਣਾਉਂਦੇ ਵੀ ਮੇਰੀ ਆਵਾਜ਼ ਬਹੁਤ ਵਧੀਆ। ਜਾਂ ਤੇ ਇੱਧਰ ਹੋ ਜਾਓ ਜਾਂ ਤੇ ਸਟੇਜ ਛੱਡ ਕੇ ਤੇ ਗਵਈਏ ਬਣ ਜਾਓ। ਭਾਈ ਮਰਦਾਨਾ, ਇੱਕ ਤੇ ਸਾਡੀ ਗੱਲ ਭਾਈ ਮਰਦਾਨੇ ਨਾਲ ਦੇਖੋ, ਅਸੀਂ ਉਹਨਾਂ ਦੇ ਪੈਰਾਂ ਵਰਗੇ ਨਹੀਂ। ਅਸੀਂ ਕਹਿੰਦੇ ਆ ਕਿ ਭਾਈ ਮਰਦਾਨਾ ਕੀਰਤਨੀਆਂ ਦੇ ਸਿਰਮੋਹਰ ਨੇ, ਹੀ ਇਜ਼ ਦ ਕਰਾਊਨ ਆਫ ਕੀਰਤਨੀਏ, ਬਟ ਵੀ ਡੋਂਟ ਫੋਲੋ ਭਾਈ ਮਰਦਾਨਾ। ਜੋ ਭਾਈ ਮਰਦਾਨਾ ਜੀ ਨੇ ਕੀਤਾ ਅਸੀਂ ਥੋੜਾ ਥੋੜਾ ਲੈ ਕੇ ਅਪਣਾ ਲਿਆ। ਡਿਨਰਾਂ ਤੇ ਵਿਆਹ ਸ਼ਾਦੀਆਂ ਤੇ ਜਾ ਕੇ ਅਸੀਂ ਬਹੁਤ ਖੁਸ਼ ਹੁੰਦੇ ਆ, ਚੀਨੀ ਭਾਸ਼ਾ 'ਚ ਅੰਗਰੇਜ਼ੀ 'ਚ ਗਾਣੇ ਗਾ ਗਾ ਕੇ ਤੇ ਐਲਬਮਾਂ ਕੱਢ ਕੱਢ ਕੇ ਤੇ ਅੱਜ ਲੋਕਾਂ ਨੂੰ ਰਜਾਉਂਦੇ ਆ। ਇਫ ਯੂ ਸਿੰਗ ਟੂ ਪਲੀਜ਼ ਅਦਰਸ ਯੂ ਆਰ ਨਾਟ ਅ ਕੀਰਤਨੀਆ ਬਟ ਯੂ ਆਰ ਜਸਟ ਅ ਸਿੰਗਰ। ਆਖੋ ਸਤਨਾਮ। ਮੈਨੂੰ ਕੋਈ ਲੱਜਾ ਨਹੀਂ ਇਹ ਗੱਲ ਕਹਿੰਦਿਆਂ, ਕੋਈ ਮੈਨੂੰ ਝਿਜਕ ਨਹੀਂ, ਕਿਉਂਕਿ ਇਹ ਸੱਚ ਹੈ। ਕਦੀ ਸੋਚ ਸਕਦੇ ਅੱਜ ਵੀ ਸੱਚਖੰਡ ਸ੍ਰੀ ਹਜੂਰੀ ਰਾਗੀ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ, ਕਦੀ ਸੋਚ ਸਕਦੇ ਉਹ ਡਿਨਰਾਂ ਤੇ ਗਾਣੇ ਗਾਉਂਦੇ? ਸੁਣੋਗੇ ਤੁਸੀਂ ਕਦੀ ਉਹਨਾਂ ਨੂੰ ਵਾਪਸ? ਹਿਲਾ ਦਿਓ ਸਿਰ, ਸੁਣੋਗੇ? ਪਰ ਸਾਡੇ ਵਿੱਚ ਇੰਨੀ ਢਿਲਾਈ, ਤੇ ਪ੍ਰਬੰਧਕ ਕਮੇਟੀਆਂ ਵੀ ਇਹਨਾਂ ਨੂੰ ਵੀ ਹੱਲਾਸ਼ੇਰੀ ਦੇਣੀ ਚਾਹੀਦੀ, ਜਿਹੜੇ ਬੁਲਾਉਂਦੇ ਨੇ ਐਸਿਆਂ ਨੂੰ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਪਹਿਰਾ ਨਹੀਂ। ਸਾਧ ਸੰਗਤ ਜੀ, ਜਿਨ੍ਹਾਂ ਦੇ ਆਪ ਦੇ ਜੀਵਨ ਨਹੀਂ, ਉਹ ਕੀਰਤਨ ਕਰਨਗੇ ਤੇ ਸੰਗਤ ਤੇ ਕਿਆ ਅਸਰ ਪਵੇਗਾ, ਕਿਆ ਅਸਰ ਪਵੇਗਾ। ਇੱਥੇ ਬੈਠਣਾ ਬਹੁਤ ਡਰ ਕੇ ਸੋਚ ਸਮਝ ਕੇ, ਮੇਰੇ ਉਸਤਾਦ ਜੀ ਨੇ ਇੱਕ ਗੱਲ ਪੱਕੀ ਕੀਤੀ, ਰਸਵਿੰਦਰ ਸਿੰਘ, ਕਦੀ ਸਟੇਜ ਤੇ ਉਹ ਗੱਲ ਨਾ ਕਰੀ ਜੋ ਤੂੰ ਆਪ ਆਪਣੇ ਜੀਵਨ 'ਚ ਕਮਾਈ ਨਾ ਹੋਵੇ। ਕਦੀ ਭੁੱਲ ਕੇ ਸੰਗਤ ਨੂੰ ਕੋਈ ਐਸੀ ਮੱਤ ਨਾ ਦੇਈਂ ਜੋ ਤੂੰ ਆਪ ਤੇਰੇ ਜੀਵਨ 'ਚ ਨਾ ਕਮਾਈ ਹੋਵੇ। ਸਾਧ ਸੰਗਤ ਜੀ, ਇੱਥੇ ਅਸੀਂ ਬੈਠ ਕੇ ਤੇ ਅਸੀਂ ਪੜ੍ਹਦੇ, ਐਸਾ ਕੀਰਤਨ ਕਰ ਮਨ ਮੇਰੇ, ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਜਹ ਕੀਰਤਨ ਤੇਰਾ ਸਾਧੂ ਗਾਵੇ ਤੇ ਮੇਰਾ ਮਨ ਲਾਗੈ। ਤੇ ਗੁਰੂ ਪਿਆਰਿਓ, ਫਿਰ ਪੱਬਾਂ 'ਚ ਕਿਤੇ ਵਿਆਹ ਸ਼ਾਦੀਆਂ ਤੇ ਜਾ ਕੇ ਤੇ ਵੀਡੀਓਆਂ ਪਾ ਪਾ ਕੇ ਤੇ ਅਸੀਂ ਕਲਿੱਪਾਂ ਬਣਾਉਂਦੇ ਆ ਵੀ ਮੈਂ ਜੀ ਇਹ ਗਾ ਰਿਹਾ, ਉਹ ਗਾ ਰਿਹਾ। ਸਾਧ ਸੰਗਤ ਜੀ, ਤੈਨੂੰ ਭਾਵੇਂ ਲੱਖ ਰਾਗ ਆਉਂਦੇ ਹੋਣ, ਤੂੰ ਗਵਈਆ ਹੈ, ਤੂੰ ਕੀਰਤਨੀਆ ਨਹੀਂ। ਯੂ ਆਰ ਅ ਸਿੰਗਰ but you can't be the Kirtani of my Guru Nanak. And do you know why? This is how a Kirtani of Guru Nanak looks like. Guru Nanak ਦੀ ਸਟੈਂਡਰਡ ਬਹੁਤ ਉੱਚੀ ਹੈ। ਗੁਰੂ ਨਾਨਕ ਦੇ ਘਰ ਦਾ ਕੀਰਤਨੀਆ ਐਸਾ ਹੈ। ਸਾਧ ਸੰਗਤ ਜੀ, ਇੱਥੇ ਮੈਨੂੰ ਇੱਕ ਗੁਰਮੁਖ ਨੇ ਬਹੁਤ ਵਧੀਆ ਗੱਲ ਦੱਸੀ, ਮੈਂ ਤੁਹਾਨੂੰ ਸੁਣਾ ਦਿਆਂ। ਇੱਕ ਬਹੁਤ ਅਭਿਆਸੀ ਗੁਰਸਿੱਖ ਇੱਕ ਵਾਰ ਮੈਨੂੰ ਗੱਲ ਦੱਸਣ ਲੱਗੇ, ਇੱਕ ਸੂਰਮੇ ਕੀਰਤਨੀਏ ਹੋਏ, there was a blind ਕੀਰਤਨੀ। ਉਹ ਕੀਰਤਨ ਵਾਜੇ ਤੇ ਕਰਦੇ ਸੀ, ਹੀ ਵਾਸ ਬਲਾਈਂਡ। ਉਹ ਜਦੋਂ ਵੀ ਕੀਰਤਨ ਕਰਦੇ ਸੀ ਨਾ, ਉਹਨੇ ਤਬਲੇ ਲਾਗੇ ਜਾ ਕੇ ਤਬਲੇ ਵਾਲੇ ਸਿੰਘ ਨੂੰ ਪੁੱਛਣਾ ਵੀ ਸੰਗਤ ਕਿੰਨੀ ਕੁ ਆ। ਹੀ ਯੂਜ਼ਡ ਟੂ ਆਸਕ ਸੰਗਤ ਵੀ ਜੇ ਸੰਗਤ ਘੱਟ ਆ ਤਾਂ ਜ਼ੋਰ ਘੱਟ ਲੱਗ ਜੇ, ਤੇ ਜੇ ਸੰਗਤ ਜ਼ਿਆਦਾ ਆ ਤੇ ਮੈਂ ਵਧੀਆ ਹੋਰ ਕੀਰਤਨ ਕਰ ਲਵਾਂ, ਅਲਾਪ ਵਗੈਰਾ ਛੱਡਦੇ ਆ। ਹੀ ਯੂਜ਼ਡ ਟੂ ਡੂ ਦਿਸ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ, ਸੂਰਮੇ ਸੀ ਪਰ ਪੜ੍ਹਦੇ ਸੀ ਬਹੁਤ ਬਾਣੀ, ਪਰ ਮਾਇਆ ਦੇ ਪਿੱਛੇ। ਚਲੋ ਇੱਦਾਂ ਕਰਕੇ ਤੇ ਕਿੰਨੀ ਕੁ ਸੰਗਤ ਹੈ, ਤੇ ਤਬਲੇ ਵਾਲੇ ਨੇ ਕਹਿ ਦੇਣਾ ਵੀ ਸਵਾਈ ਹੈ ਜੀ, ਜਦ ਬਹੁਤ ਹੋ ਗਈ ਜੀ, ਤੇ ਭਾਈ ਸਾਹਿਬ ਨੇ ਕੀਰਤਨ ਐਡਜਸਟ ਕਰ ਲੈਣਾ। ਗੁਰੂ ਪਿਆਰਿਓ, ਇੱਕ ਦਿਨ ਨਾ ਇੱਕ ਇਤਿਹਾਸਕ ਗੁਰਦੁਆਰੇ ਉਹ ਹਾਜ਼ਰੀ ਕਰ ਰਹੇ ਆ, ਉਹਨਾਂ ਦੀ ਜੀਵਨ ਦੀ ਵਿੱਚ ਗੱਲ ਹੋਈ। ਦਿਸ ਇਜ਼ ਦੇਅਰ ਲਾਈਫ ਸਟੋਰੀ। ਇੱਕ ਇਤਿਹਾਸਕ ਗੁਰੂ ਘਰ ਵਿੱਚ ਕੀਰਤਨ ਕਰ ਰਹੇ, ਜਿਸ ਵੇਲੇ ਕੀਰਤਨ ਕਰ ਰਹੇ ਤੇ ਲਾਗੇ ਗਏ ਤਬਲੇ ਵਾਲੇ ਨੂੰ ਪੁੱਛਿਆ, ਹਾਲੇ ਪੁੱਛਣ ਲੱਗੇ ਵੀ ਸਿੰਘਾ ਕਿੰਨੀ ਕੁ ਸੰਗਤ ਹੈ, ਤੇ ਸਾਧ ਸੰਗਤ ਜੀ ਬੈਠੇ ਸੀ ਇਸ ਤਰ੍ਹਾਂ, ਖੱਬੇ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਉਧਰੋਂ ਆਵਾਜ਼ ਆਈ, ਰਾਗੀ ਸਿੰਘਾ ਤੂੰ ਸੰਗਤ ਦੀ ਪਰਵਾਹ ਨਾ ਕਰ, ਅਸੀਂ ਤੇਰਾ ਕੀਰਤਨ ਸੁਣ ਰਹੇ ਹਾਂ। ਆਖੋ ਸਤਨਾਮ। ਅਸੀਂ ਤੇਰਾ ਕੀਰਤਨ ਸੁਣ ਰਹੇ ਹਾਂ, ਤੂੰ ਸੰਗਤ ਦੀ ਪਰਵਾਹ ਨਾ ਕਰ, ਤੂੰ ਸਾਨੂੰ ਕੀਰਤਨ ਸੁਣਾ। ਅੱਜ ਗੁਰੂ ਪਿਆਰਿਓ, ਐਸੀ ਗੱਲ ਕੀਰਤਨੀਆਂ ਵਿੱਚ ਰਹੀ ਨਹੀਂ, ਕੋਈ ਟਾਵਾਂ ਵਿਰਲਾ ਹੋਵੇਗਾ, ਮਾਫ ਕਰਿਓ। ਸਾਡੀ ਇੰਨੀ ਤਿਆਰੀ ਹੁੰਦੀ ਗੁਰੂ ਪਿਆਰਿਓ। ਪੁਰਾਤਨ ਗੁਰਸਿੱਖ ਭਾਈ ਗੁਰਇਕਬਾਲ ਸਿੰਘ ਬਹੁਤ ਵੱਡੇ ਪ੍ਰਚਾਰਕ ਨੇ, ਜੀਵਨ ਵਾਲੇ ਗੁਰਸਿੱਖ, ਉਹਨਾਂ ਦੇ ਨਾਲ ਜਿਹੜੇ ਸਟੇਜ ਤੇ ਬਹਿੰਦੇ 10-10 ਪਾਠ ਉਹਨਾਂ ਦੇ ਜਪਜੀ ਸਾਹਿਬ ਦੇ ਹੁੰਦੇ ਨੇ ਸਟੇਜ ਤੇ ਬੈਠਣ ਤੋਂ ਪਹਿਲਾਂ। ਕਦੀ ਪੁੱਛ ਕੇ ਦੇਖਿਓ, ਤਿਆਰੀ ਕੀਰਤਨ ਤੋਂ ਪਹਿਲਾਂ ਵਾਜੇ ਦੀ ਨਹੀਂ ਹੁੰਦੀ।
10 ਪਾਠ ਸ੍ਰੀ ਜਪਜੀ, ਸ਼ਾਇਦ ਹੁਣ ਵਧਾ ਲਏ ਹੋਣ, ਮੈਂ ਗਲਤ ਨਾ ਹੋਵਾਂ, ਘੱਟੋ ਘੱਟ 5-10 ਪਾਠ ਜਪਜੀ ਸਾਹਿਬ ਦੇ ਕਰਕੇ ਤੇ ਸਟੇਜ ਤੇ ਬਹਿਣਾ। ਸਾਧ ਸੰਗਤ ਜੀ, ਜਦੋਂ ਸੁਰਾਂ ਤੇ ਹੱਥ ਲੱਗਦੇ ਆ ਨਾ ਤੇ ਪਤਾ ਲੱਗਦਾ ਕੋਈ ਬੰਦਗੀ ਵਾਲਾ ਕੀਰਤਨ ਕਰ ਰਿਹਾ। ਦਿੱਲੀ ਸਮਾਗਮ ਰਜੌਰੀ ਗਾਰਡਨ ਤੇ ਦਾਸ 2018 ਗਿਆ। ਮੈਨੂੰ ਸੰਗਤ ਦੇ ਵਿੱਚੋਂ ਇੱਕ ਸਿੰਘ ਮਿਲਿਆ। ਆ ਮੇਰੀ ਗੱਲ ਦੱਸਣ ਦਿਆ ਤੁਹਾਨੂੰ। ਇੱਕ ਸਿੰਘ ਉੱਠ ਕੇ ਆਏ, ਬਾਅਦ ਵਿੱਚ ਅਸੀਂ ਉਹਨਾਂ ਦੇ ਘਰ ਗਏ। ਬਹੁਤ ਹੀ ਸਾਦਾ ਲਿਵਾਜ਼ ਉਹਨਾਂ ਦਾ, ਸਾਦਾ ਕੁੜਤਾ, ਬਹੁਤ ਹੀ ਸਿੰਪਲ ਜੇ ਗੁਰਸਿੱਖ। ਸਾਧ ਸੰਗਤ ਜੀ ਉਹਨਾਂ ਦੇ ਘਰ ਲੈ ਗਏ ਤੇ ਮੈਨੂੰ ਕਹਿਣ ਲੱਗੇ ਕਿ ਵੀਰ ਜੀ, ਸਤਿਗੁਰੂ ਜੀ ਦੀ ਇੰਨੀ ਕਿਰਪਾ ਹੈ, ਜਦੋਂ ਕੋਈ ਕੀਰਤਨੀਆ ਸੁਰਾਂ ਨੂੰ ਹੱਥ ਲਾਉਂਦਾ ਹੈ ਤਾਂ ਸਤਿਗੁਰੂ ਜੀ ਦੀ ਇਤਨੀ ਬਖਸ਼ਿਸ਼ ਹੈ, ਬੰਦਗੀ ਦੀ ਖੁਸ਼ਬੂ ਆਉਂਦੀ ਹੈ, ਬੰਦਗੀ ਦੀ। ਗੁਰੂ ਪਿਆਰਿਓ, ਜੇ ਜੀਵਨ ਹੀ ਨਹੀਂ ਭਾਈ ਮਰਦਾਨੇ ਜੀ ਵਰਗਿਆਂ ਦਾ, ਸਾਧ ਸੰਗਤ ਜੀ, ਕੀਰਤਨ ਤੇ ਸੰਗਤ ਨੂੰ ਸੁਣਾ ਕੇ ਆਪਾਂ ਲੋਕਾਂ ਜੋਗੇ ਹੋ ਗਏ, ਗੁਰੂ ਜੋਗੇ ਨਹੀਂ ਹੋਏ। ਗੁਰੂ ਜੋਗੇ ਜੇ ਬਣਨਾ ਹੈ ਤਾਂ ਕੀਰਤਨ ਸਭ ਤੋਂ ਪਹਿਲਾਂ ਗੁਰੂ ਨੂੰ ਸੁਣਾਉਣਾ ਪਵੇਗਾ। ਗੁਰੂ ਪਿਆਰਿਓ, ਲੁੱਕ ਐਟ ਦਿਸ ਪੰਕਤੀ। ਭਾਈ ਸਾਹਿਬ ਗੈਟਸ ਰਬਾਬ ਮੰਗਾਇਆ, ਪਹਿਲੇ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਆਪ ਹੀ ਸਿਖਾਇਆ। ਇਹਦੇ ਅਰਥ ਇਹ ਨਹੀਂ ਕਿ ਭਾਈ ਸਾਹਿਬ ਨੂੰ ਰਬਾਬ ਨਹੀਂ ਆਉਂਦਾ, ਗੁਰੂ ਨਾਨਕ ਨੇ ਰਬਾਬ ਸਿਖਾਇਆ, ਨਹੀਂ, ਆਪ ਨਹੀਂ, ਉਹਨੂੰ ਪਹਿਲਾਂ ਆਉਂਦਾ ਸੀ। ਇਹਦੇ ਇਹ ਅਰਥ ਬਣਦੇ ਨੇ ਕਿ ਉਸ ਤੋਂ ਪਹਿਲਾਂ, ਬਿਫੋਰ ਹੀ ਮੈਟ ਗੁਰੂ ਨਾਨਕ, ਉਹਨਾਂ ਨੂੰ ਕੀਰਤਨ ਕਰਨਾ ਨਹੀਂ ਹੁੰਦਾ ਸੀ। ਮੇਰੇ ਗੁਰੂ ਨਾਨਕ ਨੇ ਸ਼ਬਦ ਅਤੇ ਰਾਗ ਦਾ ਮੇਲ ਸਿਖਾਇਆ, ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ। ਅੱਗੇ ਕਹਿੰਦੇ ਨੇ, 4 ਕੁੰਟ ਤਾਰ ਵੱਜੀ ਜੰਗਲੀ ਪਹਾੜੀ ਥੱਲੀ। ਜੰਗਲਾਂ ਪਹਾੜਾਂ ਵਿੱਚ ਤਾਰਾ ਮਾਰ ਕੇ ਕੀਰਤਨ ਕਰਦੇ। ਸੁਣੀ ਹੋਇਆ ਭਾਰ ਰਿਹਾ ਆਵਨ ਨਾ ਜਾਣਾ ਸੀ। ਸੱਜਣ ਜਿਹੇ ਠੱਗ ਜਗ ਲੋਦੀ ਜਿਹੇ ਕਾਬਰਾਂ, ਤੇ ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਕਿੰਨਿਆਂ ਨੇ ਸਤਿਗੁਰੂ ਜੀ, ਗੁਰੂ ਨਾਨਕ ਦੇਵ ਜੀ ਦੇ ਕੀਰਤਨ ਰਾਹੀਂ ਮਹਾਰਾਜ ਜੀ ਨੇ ਉਧਾਰ ਕੀਤਾ। ਦੇ ਵਰ ਅਪਲਿਫਟਡ ਜਸਟ ਬਾਈ ਲਿਸਨਿੰਗ ਟੂ ਕੀਰਤਨ, ਵਨ ਸ਼ਬਦ, ਇੱਕ ਸ਼ਬਦ। ਤੇ ਗੁਰੂ ਪਿਆਰਿਓ, ਆਖਰੀ ਗੱਲ ਸੁਣਿਓ। ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ। ਵਾਹ ਵਾਹ ਵਾਹ। ਡੂ ਯੂ ਨੋ ਵਾਟ ਦਿਸ ਮੀਨਸ? ਰੱਬ ਆਬੀ, ਰਬਾਬੀ, ਰੱਬ ਆਬੀ। ਦੇਖੋ ਕਮਾਲ ਕਰਤਾ। ਪ੍ਰੋਫੈਸਰ ਪ੍ਰਿੰਸੀਪਲ ਗੰਗਾ ਸਿੰਘ ਕੀ ਕਹਿੰਦੇ ਨੇ? ਰਬਾਬ ਦੇ ਅਰਥ ਰੱਬ ਆਬੀ ਕੀਤੇ। ਰੱਬ ਦੇ ਅਰਥ ਨੇ ਖੁਦਾ ਤੇ ਆਬੀ ਦੇ ਅਰਥ ਨੇ ਅਬ। ਜਿਹੜਾ ਅੱਖਰ ਇੱਥੇ ਵਰਤਿਆ ਸਾਧ ਸੰਗਤ ਜੀ, ਉਹਦਾ ਮਤਲਬ ਹੈ ਅੰਮ੍ਰਿਤ ਜਲ। ਤੇ ਇਹਦੇ ਕੀ ਅਰਥ ਬਣਦੇ ਨੇ? when you combine these two, he was singing ballads of love। ਇਸ਼ਕ ਦੀਆਂ ਸੁਰਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਤੋਂ ਗਾ ਰਿਹਾ ਸੀ ਨਾ। before he met Guru Nanak, he was singing songs of love। he was pleasing the rich। ਜਿਹੜੇ ਧਨੀ ਸੀ, ਮਾਇਆ ਧਾਰੀ ਸੀ, ਉਹਨਾਂ ਨੂੰ ਕੀਰਤਨ ਸੁਣਾ ਕੇ ਮਾਇਆ ਲੈ ਰਿਹਾ ਸੀ। ਤੇ ਸਾਧ ਸੰਗਤ ਜੀ, ਜਦੋਂ ਕੀਰਤਨ ਕੀਤਾ ਤੇ ਰੱਬ ਦੇ ਨਾਮ ਦਾ ਉਸ ਵੇਲੇ ਅੰਮ੍ਰਿਤ ਚੋਇਆ ਸੀ। ਆਖੋ ਸਤਨਾਮ। ਰੱਬ ਆਬੀ, ਰਬਾਬੀ। ਤੇ ਜਿਹੜੀ ਆ ਇੱਥੇ ਗੱਲ ਲਿਖੀ ਨਾ, ਨਾਮ ਮਰਦਾਨਾ ਜਗ ਤਾਰਨੇ ਬਹਾਨਾ ਸੀ। ਨਾਮ ਮਰਦਾਨਾ। ਆ ਪ੍ਰਿੰਸੀਪਲ ਗੰਗਾ ਸਿੰਘ ਬਹੁਤ ਡੂੰਗੀ ਗੱਲ ਕਹਿ ਗਏ। ਨਾਮ ਮਰਦਾਨਾ, ਪਰ ਕੀ ਸੀ ਅਸਲ ਵਿੱਚ? ਜਗ ਤਾਰ ਨੇ ਬਹਾਨਾ ਸੀ। ਸਤਿਗੁਰ ਦੇ ਲਾਲੋ, ਮੇਰੀ ਆ ਗੱਲ ਧਿਆਨ ਨਾਲ ਸੁਣ ਲਿਓ। ਜੇ ਭਾਈ ਮਰਦਾਨਾ ਜੀ ਦੀ ਕਦੀ ਪਿਆਸ ਨਾ ਉਹਨਾਂ ਨੂੰ ਲੱਗਦੀ ਤਾਂ ਸਾਨੂੰ ਅੱਜ ਪੰਜਾ ਤਖਤ ਤੇ ਜਾਣ ਨੂੰ ਨਾ ਮਿਲਦਾ। ਜਿੱਥੇ ਪੰਜਾ ਸਾਹਿਬ ਹੈ ਸਾਧ ਸੰਗਤ ਜੀ, ਅੱਜ ਸਾਨੂੰ ਉੱਥੇ ਦਰਸ਼ਨ ਨਾ ਹੁੰਦੇ। ਵਲੀ ਕੰਢਾਰੀ ਦਾ ਹੰਕਾਰ ਨਾ ਸੀ ਟੁੱਟਣਾ। If Bhai Mardana ji was never thirsty, we would not have ਪੰਜਾ ਸਾਹਿਬ with us today। ਜੇ ਗੁਰੂ ਨਾਨਕ ਦੇਵ ਜੀ ਨਾਲ ਚਲਦਿਆਂ ਕਦੀ ਭਾਈ ਮਰਦਾਨੇ ਜੀ ਨੂੰ ਭੁੱਖ ਨਾ ਲੱਗਦੀ ਤੇ ਸਾਧ ਸੰਗਤ ਜੀ ਉਦੋਂ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਨਾ ਲੱਗਦੇ। ਲਾਲ ਦੇ ਕੇ ਸਾਲਸ ਰਾਏ ਜੋਰੀ ਕੋਲ ਗਏ ਮਹਾਰਾਜ ਜੀ, ਤੇ ਸਾਲਸ ਰਾਏ ਜੋਰੀ ਨੂੰ ਬ੍ਰਹਮ ਗਿਆਨ ਮਿਲਿਆ ਇੱਕ ਭਾਈ ਮਰਦਾਨੇ ਦੀ ਭੁੱਖ ਪਿੱਛੇ। ਆਖੋ ਸਤਨਾਮ। ਲੁੱਕ ਐਟ ਦ ਗ੍ਰੇਟਨੈਸ। ਤੇ ਗੁਰੂ ਪਿਆਰਿਓ, ਜੇ ਮੇਰੇ ਧੰਨ ਭਾਈ ਮਰਦਾਨੇ ਜੀ ਦੀ ਕਿਤੇ ਭੁੱਖ ਨਾ ਲੱਗਦੀ ਤਾਂ ਨੂਰ ਸ਼ਾਹ ਵਰਗੀ ਜਾਦੂਗਰਨੀ ਦੇ ਅੰਦਰ ਕਦੀ ਨੂਰ ਨਾ ਟਪਕਦਾ। ਮਹਾਰਾਜ ਗੋਜ਼ ਟੂ ਬੰਗਲਾਦੇਸ਼, ਉੱਥੇ ਜਾਦੂਗਰਨੀ ਮਿਲਦੀ ਹੈ ਸਤਿਗੁਰੂ ਨੂੰ, ਤੇ ਮਹਾਰਾਜ ਜੀ ਉਹਦਾ ਵੀ ਪਾਰ ਉਤਾਰਾ ਕਰਦੇ ਨੇ। ਤੇ ਉਸ ਦਾ ਬਹਾਨਾ ਕੀ ਸੀ? ਭਾਈ ਮਰਦਾਨੇ ਜੀ ਦੀ ਭੁੱਖ। ਜੇ ਭਾਈ ਮਰਦਾਨੇ ਨੇ ਉਸ ਵੇਲੇ ਪਿਆਰ ਦਾ ਮੋਹ ਨਾ ਬਣਾਇਆ ਹੁੰਦਾ ਤਾਂ ਕੌੜੇ ਰਾਖਸ਼ ਦੀਆਂ ਕੜਾਹੀਆਂ
ਠੰਡੀਆਂ ਨਾ ਹੁੰਦੀਆਂ। ਆਖੋ ਸਤਨਾਮ। ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਨਾਮ ਸੀ ਮਰਦਾਨਾ, ਪਰ ਗੁਰੂ ਨਾਨਕ ਨੇ ਕੋਲ ਰੱਖਿਆ, ਜਗ ਨੂੰ ਤਾਰਨ ਲਈ ਬਹਾਨਾ ਬਣਾਇਆ। ਸਤਿਗੁਰੂ ਜੀ ਦੇ ਪਿਆਰਿਓ, ਅੱਗੇ ਦੇਖੀਏ, ਮਹਾਰਾਜ ਜੀ ਨਾਲ ਭਾਈ ਸਾਹਿਬ ਜੀ ਨੇ ਬਹੁਤ ਗੱਲਾਂ ਕੀਤੀਆਂ। ਇੱਥੇ ਆਹ ਸੀਨ ਜਿਹੜੀ ਚੱਲਦੀ ਹੈ ਨਾ ਸਾਧ ਸੰਗਤ ਜੀ, ਇਤਨੀ ਪਿਆਰੀ ਹੈ। ਇੱਕ ਵਾਰੀ ਨਾ ਛੋਟੀ ਜੀ ਗੱਲ ਹੈ, ਮੈਂ ਦੱਸ ਕੇ ਤੇ ਵੀ ਆਰ ਗੋਇੰਗ ਟੂ ਦੀ ਐਂਡ। ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ, ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੁਹਾਡੀ ਗੱਲ ਨੂੰ ਖੁਦਾ ਮੰਨਦਾ ਹੈ। You have attained God, you have seen God, God listens to you. These are the three things Bhai Mardana ji says. ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੁਹਾਡੀ ਗੱਲ ਨੂੰ ਰੱਬ ਮੰਨਦਾ ਹੈ। ਤੇ ਭਾਈ ਮਰਦਾਨਾ ਜੀ ਹੁਣ ਕਹਿਣ ਲੱਗੇ, ਬਾਬਾ ਅਸਾਂ ਨੂੰ ਵਿਛੋੜਾ ਨਹੀਂ ਦੇਣਾ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਆਖੋ ਸਤਨਾਮ। ਬਾਬਾ ਸਾਨੂੰ ਵਿਛੋੜਾ ਨਾ ਦੇਣਾ, ਤੁਸੀਂ ਤਾਂ ਰੱਬ ਨਾਲ ਜੁੜ ਗਏ, ਮੈਂ ਤਾਂ ਨਹੀਂ ਹਾਲੇ ਜੁੜਿਆ, ਸਾਨੂੰ ਵਿਛੋੜਾ ਨਾ ਦਿਓ। Let me not be separated from you, ਗੁਰੂ ਸਾਹਿਬ। ਤੇ ਸਾਧ ਸੰਗਤ ਜੀ, ਜਦੋਂ ਮਹਾਰਾਜ ਜੀ ਗੁਰੂ ਨਾਨਕ hears these words, ਮਹਾਰਾਜ ਜੀ smiles। ਪਤਾ ਕੀ ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਦੇਵ ਜੀ? ਕਹਿਣ ਲੱਗੇ ਭਾਈ ਮਰਦਾਨਿਆਂ ਨੂੰ, ਮਰਦਾਨਿਆ ਤੈ ਬ੍ਰਹਮ ਪਛਾਤਾ, ਜਿੱਥੇ ਅਸਾਂ ਦਾ ਵਾਸਾ ਉੱਥੇ ਤੇਰਾ ਵਾਸਾ। ਆਖੋ ਸਤਨਾਮ। Where I reside, there you shall reside with me। ਪਿਆਰ ਗੁਰੂ ਪਿਆਰਿਓ, ਸੱਚ ਜਾਣਿਓ, ਮਹਾਰਾਜ ਜੀ ਨੇ ਇੱਥੇ ਬਚਨ ਕੀਤੇ ਸੀ ਵੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨਾ ਪੜ੍ਹੀਏ, ਜਿੱਥੇ ਜਿੱਥੇ ਸ਼ਲੋਕ ਮਰਦਾਨਾ ਪਹਿਲਾਂ ਆਇਆ ਨਾ, ਸ਼ਲੋਕ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗਾਂ ਵਿੱਚ ਵੀ ਮਹਾਰਾਜ ਜੀ ਨੇ ਭਾਈ ਮਰਦਾਨੇ ਜੀ ਦਾ ਹੱਥ ਫੜ ਕੇ ਛੱਡਿਆ। ਆਖੋ ਸਤਨਾਮ। ਸਹਿਜ ਪਾਠ ਕਰਨ ਵਾਲਿਓ ਆਪ ਜੀ ਦੇਖੋ, ਜਿੱਥੇ ਸ਼ਲੋਕ ਮਰਦਾਨਾ ਪਹਿਲਾਂ ਆਉਂਦਾ ਹੈ ਤੇ ਨਾਨਕ ਨਾਮ ਨਾਲ ਮਹਾਰਾਜ ਨੇ ਕਿਹਾ ਵੀ ਮੈਂ ਤੇਰੀ ਲਾਜ ਰੱਖਣੀ ਹੈ ਮਰਦਾਨਿਆ। ਪੂਜਾ ਗਹੇ ਕੀ ਲਾਜਾ, ਜਿੰਨੇ ਦੀ ਬਾਂਹ ਇੱਕ ਵਾਰੀ ਫੜ ਲਈ ਤੇ ਸਤਿਗੁਰੂ ਲਾਜ ਰੱਖਦੇ। ਸਾਧ ਸੰਗਤ ਜੀ, ਆਫਟਰ ਦਿਸ ਇਨਸੀਡੈਂਟ, ਰਿਮੈਂਬਰ ਵੀ ਸਪੋਕ ਅਬਾਊਟ ਸ਼੍ਰੀਲੰਕਾ। ਮਹਾਰਾਜ ਸ਼੍ਰੀਲੰਕਾ ਗਏ, ਵੇਸ਼ਵਾਵਾਂ ਨੱਚੀਆਂ। ਉਸ ਤੋਂ ਬਾਅਦ ਸਤਿਗੁਰੂ ਜੀ ਨਾ ਇੱਕ ਬਹੁਤ ਭਿਆਨਕ ਜੰਗਲ 'ਚ ਜਾਂਦੇ ਨੇ। ਆ ਥੋੜੀ ਜੀ ਗੱਲ ਰਹਿ ਗਈ, ਧਿਆਨ ਦੇ ਦਿਓ ਗੁਰੂ ਪਿਆਰਿਓ। ਲੁੱਕ ਐਟ ਦਿਸ ਡਾਰਕ ਫੋਰੈਸਟ। ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਇੱਕ ਐਸੇ ਭਿਆਨਕ ਜੰਗਲ 'ਚ ਜਾਂਦੇ ਨੇ ਜਿੱਥੇ ਸੂਰਜ ਦੀਆਂ ਕਿਰਨਾਂ ਥੱਲੇ ਧਰਤੀ ਤੱਕ ਨਹੀਂ ਪਹੁੰਚਦੀਆਂ। ਧਿਆਨ ਨਾਲ ਸੁਣਿਓ। The rays of sunlight, they can't seem to reach the floor of the forest। ਐਸਾ ਭਿਅੰਕਰ ਜੰਗਲ ਹੈ। ਤੇ ਗੁਰੂ ਪਿਆਰਿਓ, ਜਦੋਂ ਅੰਦਰ ਗਏ ਭਾਈ ਮਰਦਾਨਾ, ਗੁਰੂ ਨਾਨਕ ਤੇ ਭਾਈ ਬਾਲਾ ਜੀ ਦੇ go through this dark forest। ਤੇ ਜਦੋਂ ਗਏ ਨੇ ਭਿਆਨਕ ਜੰਗਲ ਦੇ ਵਿੱਚ, ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਦੇ ਉੱਤੇ ਮਹਾਰਾਜ ਜੀ ਨੇ ਮੋਹ ਦੀ ਛੱਲ ਘਲਾਈ। Now Maharaj wants to save someone else, but he does it through ਭਾਈ ਮਰਦਾਨਾ ਜੀ। He sends a wave of emotional attachment to ਭਾਈ ਮਰਦਾਨਾ ਜੀ। ਮੋਹ ਦੀ ਛੱਲ ਘੱਲੀ। ਭਾਈ ਮਰਦਾਨਾ suddenly starts missing his family। ਆ ਧਿਆਨ ਨਾਲ ਸੁਣਿਓ। ਕਹਿਣ ਲੱਗੇ ਗੁਰੂ ਸਾਹਿਬ ਨੂੰ, ਮਹਾਰਾਜ ਸਾਨੂੰ ਜਾਣ ਦਿਓ, ਅਵਿਦਿਆ ਕਰੋ, ਮੈਂ ਘਰ ਨੂੰ ਜਾਣਾ, ਮੇਰੀ ਘਰ ਵਾਲੀ ਹੈ। By the way, ਭਾਈ ਮਰਦਾਨਾ ਜੀ was married with 2 sons, ਭਾਈ ਸ਼ਹਿਜ਼ਾਦਾ ਤੇ ਭਾਈ ਰਜਾਦਾ ਜੀ। 2 ਪੁੱਤਰ ਹੋਏ ਉਹਨਾਂ ਦੇ। ਉਹਨਾਂ ਦੇ ਵੀ ਘਰ ਬਾਲ ਬੱਚੇ ਸੀ, ਉਹਨਾਂ ਦੇ ਘਰ ਵੀ ਉਹਨਾਂ ਨੇ ਗ੍ਰਿਸ਼ਟ ਆਸ਼ਰਮ ਧਾਰਨ ਕੀਤਾ ਸੀ। He was a ਗ੍ਰਿਸ਼ਤੀ, just like you and I। ਤੇ ਗੁਰੂ ਪਿਆਰਿਓ, ਜਦੋਂ ਜੰਗਲ ਵਿੱਚ ਗਏ, ਮੋਹ ਦੀ ਛੱਲ ਨੇ ਆਣ ਕੇ ਉਸ ਵੇਲੇ ਛਲਿਆ ਤੇ ਭਾਈ ਮਰਦਾਨਾ ਚੱਲੇ। ਗੁਰੂ ਨਾਨਕ ਕਹਿਣ ਲੱਗੇ, ਮਰਦਾਨਿਆ ਨਾ ਜਾਈ, ਇਸ ਜੰਗਲ ਵਿੱਚ ਇੱਕ ਬਹੁਤ ਭਿਆਨਕ ਸ਼ੈ ਹੈ। There's someone very scary that stays in this jungle। ਨਾ ਜਾਈ, ਜੇ ਤੂੰ ਚਲਿਆ ਗਿਆ ਤਾਂ ਤੇਰੇ ਮਾਰਗ ਦੇ ਵਿੱਚ ਦੁੱਖ ਹੈ। If you go, if you leave, you will find pain and suffering। ਜਦੋਂ ਨਹੀਂ ਮੰਨੇ ਤੇ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਨੂੰ ਕਹਿੰਦੇ, ਸਮਝਾ ਦੇ ਇਹਨੂੰ। ਤੇ ਭਾਈ ਬਾਲਾ ਜੀ ਦੇ ਆਹ ਬਚਨ ਨੇ, ਕਿਉਂ ਭੁੱਲੋ ਔਰ ਕਰੋ ਵਿਚਾਰਾ। ਸ੍ਰੀ ਨਾਨਕ ਪ੍ਰਕਾਸ਼ ਕਹਿਣ ਲੱਗੇ,
ਵੀ ਤੂੰ ਕਿਉਂ ਭੁੱਲ ਖਾ ਰਿਹਾ ਹੈ। ਸ੍ਰੀ ਨਾਨਕ ਤਨ ਏਕ ਹੰਕਾਰਾ, ਤਨ ਇਹਦਾ ਨਾਨਕ ਦਾ ਹੈ ਪਰ ਹੈ ਇਹ ਨਿਰੰਕਾਰ ਦੀ ਨਿਰੰਜਨੀ ਜੋਤ। Is Guru Nanak God himself? Why are you forgetting this? ਤੇ ਭਾਈ ਬਾਲਾ ਜੀ ਯਾਦ ਕਰਾਉਂਦੇ ਨੇ, ਇਨਕੈ ਸੰਗ ਤਜੈ ਹੈ ਮੂੜਾ। ਜਿਹੜਾ ਗੁਰੂ ਨਾਨਕ ਨੂੰ ਛੱਡ ਕੇ ਜਾਵੇਗਾ ਉਹ ਮੂਰਖ ਹੈ। ਆਖੋ ਸਤਨਾਮ। Those that leave, those that forsake Guru Nanak, they are foolish। ਕਹਿਣ ਲੱਗੇ ਇਨਕੈ ਸੰਗ ਤਜੈ ਹੈ ਮੂੜਾ, ਨਿਜ ਕੁਟੰਬ ਕੋ ਮੋਹ ਅੜੂੜਾ। ਮਹਾਰਾਜ ਜੀ ਦੇ ਭਾਈ ਬਾਲਾ ਕਹਿਣ ਲੱਗੇ ਤੂੰ ਤੇ ਤੇਰੇ ਘਰ ਦੇ ਪਿਆਰ ਵਾਲਿਆਂ ਵਿੱਚ ਫਸਿਆ, ਪਰ ਜਿਹੜਾ ਗੁਰੂ ਨਾਨਕ ਨੂੰ ਛੱਡ ਕੇ ਜਾਂਦਾ ਮੂਰਖ ਸਾਧ ਸੰਗਤ ਨਹੀਂ ਮੰਨੇ। ਭਾਈ ਮਰਦਾਨਾ ਜੀ ਲੀਵਸ। ਹੁਣ ਕੀ ਹੁੰਦਾ ਹੈ, ਕਨੇਰ ਜੰਗਲ ਦੇ ਵਿੱਚ ਰਾਤ ਦਾ ਸਮਾਂ ਲੰਘਦੇ ਲੰਘਦੇ ਸਾਧ ਸੰਗਤ ਜੀ ਆਰਾਮ ਫਰਮਾਇਆ। ਸਵੇਰ ਹੋਈ, ਥੋੜੀ ਜੀ ਸੂਰਜ ਦੀ ਕਿਰਨ ਅੰਦਰ ਆਈ। ਯੂ ਕੈਨ ਜਸਟ ਸੀ ਲਿਟਲ ਬਿਟ ਆਫ ਸਨਲਾਈਟ ਸਟ੍ਰੀਮਿੰਗ ਜਸਟ ਲਾਈਕ ਦਿਸ। ਥੋੜੀਆਂ ਥੋੜੀਆਂ ਸੂਰਜ ਦੀਆਂ ਕਿਰਨਾਵਾਂ ਅੰਦਰ ਆ ਰਹੀਆਂ ਸੀ। ਭਾਈ ਸਾਹਿਬ ਜੀ ਟੋਂਡੇ ਟੋਂਦੇ ਸਾਧ ਸੰਗਤ ਜੀ ਜਸਟ ਬਾਈ ਟੱਚਿੰਗ ਅਰਾਊਂਡ ਹੀ ਕੰਟੀਨਿਊਸ ਹਿਸ ਜਰਨੀ। ਤੇ ਅੱਗੇ ਜਾ ਕਰਕੇ ਇੱਕ ਬਹੁਤ ਭਿਆਨਕ ਰੂਪੀ ਸ਼ੈਤਾਨ ਆ ਗਿਆ। ਸਮਵਨ ਵੈਰੀ ਟਾਲ ਬੋਲਡ, ਉਹਦੇ ਸਿੰਘ ਸੀ, ਮੂੰਹ ਉਹਦਾ ਡਰਾਵਣਾ ਸੀ। ਹੀ ਵਾਸ ਅ ਜਾਇੰਟ ਮੈਨ ਆਫ ਗ੍ਰੇਟ ਹਾਈਟ। ਤੇ ਉਹਨੇ ਆਣ ਕੇ ਤੇ ਭਾਈ ਮਰਦਾਨੇ ਨੂੰ ਪਕੜ ਲਿਆ। ਕੌਣ ਸੀ ਭਲਾ? ਕੌੜਾ ਰਾਖਸ਼। ਕੌੜਾ ਦ ਮੌਨਸਟਰ। ਰਾਖਸ਼ ਦੇ ਅਰਥ ਨੇ ਜੋ ਭਿਆਨਕ ਭਯੰਕਰ ਹੋਵੇ। ਗੁਰੂ ਪਿਆਰਿਓ, ਰਾਖਸ਼ ਕੌੜੇ ਨੇ ਫੜ ਕੇ ਭਾਈ ਮਰਦਾਨੇ ਨੂੰ ਵਾਪਸ ਲੈ ਗਏ, ਪਿੱਠ ਦੇ ਪਿੱਛੇ ਚੁੱਕ ਕੇ ਲੈ ਗਏ। ਤੇ ਜਦੋਂ ਹੋਰ ਅੰਦਰ ਜੰਗਲ ਦੇ ਹੀ ਗੋਜ਼ ਰਾਈਟ ਇਨਟੂ ਦ ਹਾਰਟ ਆਫ ਦ ਫੋਰੈਸਟ। ਹੁਣ ਭਾਈ ਮਰਦਾਨਾ ਕੀ ਕਰਦੇ ਨੇ? ਰੋਣ ਲੱਗ ਪਏ। ਆਖੋ ਸਤਨਾਮ। हे गुरु नानक, देखो किन्ने भोले। If there's one thing you can take from Bhai Mardana ji's जीवन, that is his innocence। ते रब किन्ना नू मिलदा जी? भोले भाए मिले रगराया। जिन्हां दा सुभाव भोला भाया, सुभाव नाल चतराइयां नहीं करदे, अंदरों प्यार करदे ने, बाहरों भोले अंदरों सियाणे। आखो सतनाम। तू भुल ना खा ली। गुरसिख इहो ਜਿਹੇ ਨੇ, ਬਾਹਰੋਂ ਭੋਲੇ ਲੱਗਦੇ ਨੇ ਪਰ ਅੰਦਰੋਂ ਬਹੁਤ ਸਿਆਣੇ ਹੁੰਦੇ ਨੇ। ਪਰ ਹੈ ਭੋਲੇ, ਕਿਉਂਕਿ ਭੋਲਾ ਭਾਏ ਮਿਲੇ ਰਗਰਾਇਆ। ਰੱਬ ਨੂੰ ਇਹਨਾਂ ਨੂੰ ਛੇਤੀ ਮਿਲਦਾ ਹੈ। ਤੇ ਗੁਰੂ ਪਿਆਰਿਓ, ਹੀ ਗੋਜ਼ ਇਨਟੂ ਦ ਹਾਰਟ ਆਫ ਦ ਫੋਰੈਸਟ। ਭਾਈ ਮਰਦਾਨਾ ਜੀ ਇਸ ਕ੍ਰਾਈਂਗ ਇਨ ਹਿਸ ਮਾਈਂਡ, ਵਾਈ ਡਿਡ ਆਈ ਲੀਵ ਗੁਰੂ ਨਾਨਕ ਸਤਿਗੁਰੂ। ਤੇ ਸਾਧ ਸੰਗਤ ਜੀ ਹੁਣ ਕੀ ਹੋਇਆ? ਬੇਨਤੀ ਅਰਦਾਸ ਕੀਤੀ। ਹੀ ਡਸ ਅਰਦਾਸ। He cries out to Guru Nanak, Maharaj ਮੈਨੂੰ ਰੱਖ ਲਵੋ, ਮਹਾਰਾਜ ਪਲੀਜ਼ ਸੇਵ ਮੀ। ਗੁਰੂ ਨਾਨਕ ਮੈਂ ਭੁੱਲਣਹਾਰ ਹਾਂ, ਮੈਨੂੰ ਬਖਸ਼ ਲਿਓ। ਤੇ ਸਾਧ ਸੰਗਤ ਦੀ ਜਦੋਂ ਮਹਾਰਾਜ ਜੀ ਅੱਗੇ ਅਰਦਾਸ ਪਹੁੰਚੀ, ਭਾਈ ਮਰਦਾਨਾ ਜੀ ਕਿਤੇ ਦੂਰ ਸੀ। ਗੁਰੂ ਨਾਨਕ ਉੱਠ ਕੇ ਬੈਠ ਗਏ। ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਕੋਈ ਗੱਲ? ਤੇ ਮਹਾਰਾਜ ਸਟਾਰਟਸ ਟੈਲਿੰਗ ਭਾਈ ਬਾਲਾ, ਲੈਟ ਅਸ ਹਰੀ। ਉੱਠ ਬਾਲਿਆ, ਮਰਦਾਨਾ ਮੁਸੀਬਤ ਵਿੱਚ ਹੈ। ਦੇਖੋ ਸਤਿਗੁਰੂ ਕਿਵੇਂ ਆਉਂਦੇ ਨੇ ਜਦੋਂ ਸਿੱਖ ਤਕਲੀਫ ਵਿੱਚ ਹੋਵੇ। ਆਖੋ ਸਤਨਾਮ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਗੁਰੂ ਪਿਆਰਿਓ, ਭਾਈ ਮਰਦਾਨਾ ਉਸ ਵੇਲੇ ਉਹਨੂੰ ਬਚਾਉਣ ਲਈ ਮਹਾਰਾਜ ਜੀ ਖੜੇ ਹੋਏ। ਭਾਈ ਬਾਲਾ ਜੀ ਨੂੰ ਕਹਿਣ ਲੱਗੇ ਵੀ ਚਲੋ। ਭਾਈ ਬਾਲਾ ਪਤਾ ਕੀ ਕਹਿਣ ਲੱਗੇ? ਮਹਾਰਾਜ ਜੀ ਅੱਜ ਇਹਨੂੰ ਸਵਾਦ ਲੈ ਲੈਣ ਦਿਓ। ਆਹ ਵੀ ਗੱਲ ਸਾਡੇ ਜਨਮ ਸਾਖੀ 'ਚ ਆਉਂਦੀ ਹੈ। ਮਹਾਰਾਜ 2 ਦਿਨ ਮਸਾਂ ਲੰਘਦੇ ਨੇ, ਇਹ ਛੱਡਣ ਦੀ ਕਰਦਾ, ਕਦੀ ਭੁੱਖ ਲੱਗਦੀ, ਕਦੀ ਪਿਆਸ ਲੱਗਦੀ। ਮਹਾਰਾਜ ਅੱਜ ਇਹਨੂੰ ਗੋਤੇ ਲੈ ਲੈਣ ਦਿਓ। ਲੈਟ ਹਿਮ ਇੰਜੋਏ ਦਿਸ ਸੈਪਰੇਸ਼ਨ ਫਰੋਮ ਯੂ। ਇਹਨੂੰ ਸਵਾਦ ਲੈ ਲੈਣ ਦਿਓ। ਰੋਜ਼ ਭੱਜਣ ਨੂੰ ਕਰਦਾ, ਰਹਿਣ ਦਿਓ ਮਹਾਰਾਜ, ਉਹਨੂੰ ਆਪੇ ਅਕਲ ਟਿਕਾਣੇ ਆ ਜਾਊ। ਭਾਈ ਬਾਲਾ ਜੀ ਕਹਿਣ ਲੱਗੇ ਪਤਾ ਕਿਉਂ? ਹੁਣ ਆਪਸ ਵਿੱਚ 2 ਤੇ ਗੁਰੂ ਨਾਨਕ ਇੱਕ ਪਿਆਰੇ, ਦੋਨਾਂ ਵਿੱਚ ਇਹ ਹੈ ਵੀ ਇੱਕ ਦੂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਆਈ ਵਾਂਟ ਟੂ ਬੀ ਮੋਰ ਲਵਡ ਬਾਈ ਗੁਰੂ ਨਾਨਕ, ਆਈ ਵਾਂਟ ਟੂ ਬੀ ਮੋਰ ਲਵਡ। ਤੇ ਖੈਰ ਗੁਰੂ ਪਿਆਰਿਓ, ਜਦੋਂ ਭਾਈ ਬਾਲਾ ਜੀ ਦੇ ਇਹ ਬਚਨ ਸੁਣੇ ਨਾ, why I'm sharing this ਸਾਖੀ with you is because of the answer Guru Nanak Dev Ji gives। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਬਾਲਿਆ, ਇੱਕ ਤਾਂ ਮੈਂ ਉਹਨਾਂ ਦੀ ਬਾਂਹ ਪਕੜੀ ਹੋਈ ਆ, ਇੱਕ ਤਾਂ ਮੈਂ ਉਹਨਾਂ ਦੀ ਬਾਂਹ ਪਕੜੀ ਹੋਈ ਤੇ ਮੇਰਾ ਸੁਭਾਅ ਹੈ ਜਿਨ੍ਹਾਂ ਦੀ ਮੈਂ ਇੱਕ ਵਾਰ ਬਾਂਹ ਪਕੜ ਲਿਆ ਮੈਂ ਉਹਨਾਂ ਦੀ ਬਾਂਹ ਨਹੀਂ ਛੱਡਦਾ। ਆਖੋ ਸਤਨਾਮ। ਕਹਿ ਦਿਓ ਭਾਈ ਸਤਨਾਮ। ਇੱਕ ਵਾਰੀ ਜਿਹਦੀ ਬਾਂਹ ਗੁਰੂ ਨਾਨਕ ਫੜ ਲੈਣ, ਮਹਾਰਾਜ ਉਹਨਾਂ ਦੀ ਬਾਂਹ ਨਹੀਂ ਛੱਡਦੇ ਜੀ। ਤੇ ਗੁਰੂ ਪਿਆਰਿਓ,
महाराज जी समझाते ने भावें जिन्ना मर्जी कोई मेरे नाल गुस्से विच आन के रुठ के चलिया जावे, महाराज जी कहन लगे मैं उहदी उडीक विच ਡੀਕਦਾ। आखो सतनाम। जिन्हां ने अमृत किसी समय छकिया सी ते रहतां तोड़ के असीं पतित हो गए कि तुहानूं पता गुरु नानक तुहाडी वेट कर रहा। तुहानूं पता भी गुरु नानक एक इंतजार च बैठे ने कदों मेरा सिख वापस मेरे चरनां च आवे। गुरु नानक देव जी इज वेटिंग फॉर योर लव। ते साध संगत जी दूजी गल कहन लगे, जे ਉਹ रबाब ना वजाउण तां साडी खुराक सानू कित्थों मिलेगी। आखो सतनाम। ओहो हो। खुराक मीनस सस्टेनेंस। कीर्तन गुरु नानक देव जी दी खुराक है। आ गल अज मन च धार। मेरे कीर्तनीय वीरो भैणों मावो पिता समान सारे सत्कारयोग ਜਿਹੜੇ ਇੱਥੇ ਨੇ, ਜਿਹੜੇ ਲਾਈਵ ਦੇਖ ਰਹੇ ਨੇ, ਜੇ ਕੀਰਤਨੀਆ ਬਣਨਾ ਨਾ ਤਾਂ ਲੋਕਾਂ ਨੂੰ ਰਜਾਉਣਾ ਛੱਡੋ, ਗੁਰੂ ਨਾਨਕ ਨੂੰ ਰਜਾਉਣਾ ਸਿੱਖ ਲਵੋ। ਗੁਰੂ ਦਾ ਸਿੱਖ ਐਸਾ ਹੈ ਜਿਹੜਾ ਕੇਵਲ ਤੇ ਕੇਵਲ ਗੁਰੂ ਨੂੰ ਰਜਾਵੇ, ਗੀਤ ਗਾਣਿਆਂ ਵਿੱਚ ਨਾ ਉਲਝੇ। ਭਾਵੇਂ ਕਿੰਨੀ ਵੀ ਵਧੀਆ ਆਵਾਜ਼ ਹੋਵੇ, ਕਿੰਨਾ ਵੀ ਜ਼ਿਆਦਾ ਗਿਆਨ ਹੋਵੇ, ਗੁਰੂ ਨੂੰ ਰਜਾਵੇ। ਮੇਰੀ ਗੱਲ ਦਾ ਬੁਰਾ ਨਾ ਮੰਨਿਓ। जो सिक्ख्या भाई मरदाना जी सानू दे के गए, अज वो सिक्ख्या सानू अपनानी पवेगी। गुरु प्यारिओ, what were the words that भाई मरदाना जी's lover, best friend, brother uses at this episode? भाई मरदाना जी परथाए महाराज कहन लगे, पूजा गहे की लाजा पुण्य अपना है उन संग काजा। जिन्हां दी मैं बांह पकड़ ली ना, बाहें तिना दी पकड़िए, सिर दीजै बाहें ना छोड़िए। ऐसे ने मेरे सतगुरु गुरु नानक देव जी। बाहें भुजा गहे की लाजा। महाराज कहते ने पुण्य अपना है उन संग काजा। आई नीड देम। What these words mean is, मेरा भाई मरदाने तो बिना नहीं सरदा। देखो दीन दुनिया दे मालिक धन गुरु नानक कह रहे ने, मेरा कीर्तनीय तो बिना गुजारा नहीं हो सकता, क्योंकि कीर्तनीय मैनू मेरी खुराक दिंदे ने। कीर्तनीय इज गिव मी माई सस्टेनेंस। मैं कीर्तनीय तो बिना इन्हां दे कीर्तन तो बिना नहीं रह सकता। देखो गुरु नानक देव जी का कीर्तनिया नाल प्यार। ओ मेरे कीर्तनीय वीरो ते भैणों, तुहाडे नाल मेरे गुरु नानक दा बहुत ज्यादा प्यार है। जिन्हां नूं कीर्तन दी दात प्राप्त होई है, उन्हां दे उत्ते विशेष करके मेरे सतगुरु जी दी ज्यादा कृपा है। क्योंकि कीर्तन जिहड़ा है कलयुग में कीर्तन प्रधाना। जिस चीज़ नूं प्रधानगी दित्ती ते तुहाडी झोली च गुरु नानक ने पा दित्ती, मैं कहंदा तुसीं सारी उम्र मत्था टेक लो, कदे तुसीं गुरु नानक देव जी दा धन्नवाद नहीं कर सकते। सारी उम्र मत्थे टेक लो, रगड़ लो इत्थे। ते जिहड़े कीर्तनीय ने वो कदी गुरु नानक देव जी का धन्नवाद ही नहीं कर सकते। जिस गद्दी ते भाई मरदाना प्यारे बैठ के कीर्तन सुनाते सी, महाराज ने सानू बिठा दिता साडे वर्गे पापियां नू। ओहो हो मना, शुक्र कर गुरु नानक देव जी का जिन्हें तेनू इन्नी वडमुली दात दिती। महाराज कहन लगे, निता प्रति रबाब वजावे। रोज मैनू मरदाना, निता प्रति मीनस एवरी डे, रोज मैनू मरदाना रबाब वजाउंदा है। निता प्रति रबाब वजावे, कर संगीत ओ मोहे रजावे। बोले सो निहाल। कर संगीत ओ मोहे रजावे। गुरु नानक दस रहे ने, जे मैनू रजाना है ना भाई तो मैनू कीर्तन सुना। जे तू मैनू खुश करना, इफ यू वांट टू मेक मी फुल, इफ यू वांट टू मेक मी हैप्पी, then do kirtan. You don't need wajje for kirtan. All you need is a pure heart. All you need is to sing Gurbani to Guru Nanak, and it doesn't need musical instruments. गुरु प्यारिओ, जदों मेरे सतगुरु सच्चे पातशाह बोड़दे ने धन गुरु नानक देव जी, this is from the same frescoes that I spoke to you about, बाबा अटल राय जी दे गुरुद्वारे तो आ भी इत्थे सतगुरु जी दे जन्म साखी तो किस्सा है। देखो, look at कौड़ा राक्षस, look how frightening it is। आ देखो कौड़ा राक्षस किवें इत्थे
महाराज जी दे प्यारे भाई मरदाने नूं तलन लगा ते साध संगत जी भाई मरदाना बचाउण लई गुरु नानक ते भाई बाला आ गए ते इत्थे लिखिया तपत कड़ाहा बुझ गया गुर शीतल नाम दियो। गुरु अर्जन देव जी दी ये बाणी इस दी कदी उठान का पढ़ियो। तपत कड़ाहा बुझ गया महाराज किन्नू कह रहे ने? ए महाराज इस साखी नू कह रहे ने। आखो सतनाम। Whenever you read this panti, which kadaha, which pot is Maharaj talking about? Maharaj is talking about this pot. ते साध संगत जी बचा के भाई मरदाने नू, भाई मरदाना screams out, त्राहे त्राहे निज बिरद संभारो, पाहे पाहे मुझ जरत उबारो। त्राहे त्राह मचा देती। महाराज रख लो गुरु नानक मैनू बचा लो। दुखी सी, तत्ता तेल बल रहा साध संगत जी, अग भख रही सी ते जलनहार सी। ते साध संगत जदों अरदास कीती, गुण है गुणन को अब नहीं काला, हे गुरु नानक मैनू बचाउण आ जाओ, हुण ना तुसी देखियो मेरे किन्ने पाप ने। आखो सतनाम। महाराज हुण ना देखियो, महाराज आ जाओ मैनू बांह फड़ा दो, हुण ना तुसी देखियो मैं चंगा आ कि माड़ा आ। डोंट लुक एट माई फॉल्ट्स एंड माई गुड पॉइंट्स, मैनू तुहाडी बांह दे दो। रक्षा को यह समय कृपाला। महाराज कृपालू इस समय दे अंदर तुसी मेरी रक्षा करो। ते गुरु नानक मेरे सतगुरु करते ने। गुरु प्यारियो, I'm going to skip this slide because it just gives an account of that history. ते आखिरी समा जेरा मैं तुहानू दसना है, if a cannibal was given a chance, look at this. कौड़ा राक्षस बंदियां नू तल के खांदा सी, आदमियां नू। He used to eat humans, he was a cannibal. गुरु प्यारियो, जे किसे बंदे नू तल तल के खाण वाले नू गुरु नानक ने बख्श दिता तां साडे लई हाले भी किरपा दे दरवाजे खुले ने। अंदर आ जाओ। आखो सतनाम। आखिरी बेनती, फाइनल मोमेंट्स ऑफ भाई मरदाना एंड देन इट्स समाप्ति। गुरु प्यारियो, जदों भाई मरदाना जी ना in 1534 गुरु नानक देव जी was still in human form, महाराज जी हाले हैगे सी। कई इतिहासकार कहंदे, भाई कान सिंह जी नाभा कहंदे ने कुरम दे लागे दरिया है, उत्थे भाई साहब चढ़ाई करते ने। भाई मनी सिंह जी शहीद कहंदे ने रवि दा जरा दरिया है, उत्थे भाई साहब जी ने अपना सीस दा ਇਹ ਜਿਹੜਾ ਪੰਜ ਭੂਤਕ शरीर त्यागया। ते गुरु प्यारियो, what is historically accurate is the second version, because भाई मरदाना जी breathes their final moments in the laps of Guru Nanak Dev Ji, and Maharaj was in Punjab at that time। कुरम लागे नहीं, सन जेड़ा है 1534 दसिया गया। ते गुरु प्यारियो, just quickly, महाराज जी जदों that day of भाई मरदाना जी's final breaths are coming to a close, आखिरी 5 मिनट की गल सुन लो। भाई मरदाना जी दे सवास मुकन ते आ गए। गुरु नानक देव जी अंतरजामी महाराज जानते ने। महाराज कोल बैठते ने, सतगुरु बैठते ने ते महाराज की कहंदे ने? कहंदे मरदानिया तू बहुत सोहना कीर्तन कीता। आखो सतनाम। आहा साध संगत जी कीर्तनियां नू पुछो किवें ओ कन कीर्तनियां दे तरसदे ने भी कदे कोई गुरु नानक मैनू कह दे भी अज भाई सिखा तेरा कीर्तन सुन के असीं तृप्त हो गए। I'm satisfied with your कीर्तन, I'm so happy with your कीर्तन। ये कीर्तनीय दी मन दी सब तो वड्डी आस होंदी है। ते गुरु प्यारियो, भाई मरदाने नू कहन लगे, मरदानिया तू बहुत वधिया सेवा कीती। जदों रबाब दी तार टुटदी सी ते तू दोबारा पा लैंदा सी, जदों तार ढिल्ली होंदी सी ते तू घट लैंदा सी। पर मरदानिया अज जेड़ी तेरी शरीर दी तार टुटन लगी है, ये तार रब दे हथ विच है। आखो सतनाम। फाइनल मोमेंट्स। Guru Pyareo, it is so difficult for Guru Nanak Dev Ji to bid goodbye to Bhai Mardana. अंदाजा लाओ, जिन्हां ने सारी उम्र गुरु नानक देव जी नूं प्यार कीता, निभाई सेवा, सेवादार, खाना आदि सब कुछ कीता। ते साध संगत जी जदों ये गल दसी ते महाराज जी पुछदे ने, मरदानिया पहला तू मुसलमान सी, हुण तू सिख है, पर फिर भी सानू दस शरीर त्यागण तो बाद how do you want your body to be
ਡਿਸਪੋਜ਼ਡ। ਸਰੀਰ ਦਾ ਕੀ ਕਰੀਏ? ਜਲ ਪ੍ਰਵਾਹ ਕਰੀਏ, ਸੰਸਕਾਰ ਕਰੀਏ, ਜਾਂ ਇਸ ਨੂੰ ਦੱਬਿਆ ਜਾਵੇ, ਖਾਕ ਦੇ ਸੁਬਰਦ ਕੀਤਾ ਜਾਵੇ? ਹਾਊ ਡੂ ਵੀ ਡਿਸਪੋਜ਼ ਆਫ ਯੋਰ ਬੋਡੀ? ਕਿਉਂਕਿ ਮੁਸਲਮਾਨ ਸੀ ਪਹਿਲਾਂ, ਪਰ ਹੁਣ ਸਿੱਖ ਨੇ। ਤੇ ਸਾਧ ਸੰਗਤ ਜੀ, ਜਨਮ ਸਾਖੀ ਵਿੱਚ ਬਾ ਕਮਾਲ ਜਵਾਬ ਭਾਈ ਮਰਦਾਨੇ ਜੀ ਦਾ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਜੀ, ਡੂ ਯੂ ਨੋ ਦੈਟ ਪੋਜੀਸ਼ਨ? ਸਤਿਗੁਰੂ ਗੁਰੂ ਨਾਨਕ ਮੌਤ ਦੀ ਗੱਲ ਕਰ ਰਹੇ ਨੇ ਤੇ ਭਾਈ ਮਰਦਾਨਾ ਕਿੱਥੇ ਨੇ? ਗੁਰੂ ਨਾਨਕ ਦੇਵ ਜੀ ਦੀ ਗੋਦੀ 'ਚ ਲੇਟੇ ਹੋਏ। ਮੈਨੂੰ ਕੋਈ ਫੋਟੋ ਨਹੀਂ ਲੱਭੀ, ਪਰ ਸੀਨ ਬਣਾਓ। ਗੁਰੂ ਨਾਨਕ ਦੇਵ ਜੀ ਦੀ ਗੋਦੀ 'ਚ ਲੇਟੇ, ਜਿਹੜਾ 10 ਸਾਲ ਦੀ ਉਮਰ ਤੇ ਕਦੀ ਗੁਰੂ ਨਾਨਕ ਨੂੰ ਨਾ ਆਪਣੇ ਸੀਨੇ ਨਾਲ ਲਾਉਂਦਾ ਸੀ, ਅੱਜ ਗੁਰੂ ਨਾਨਕ ਦੀ ਗੋਦੀ 'ਚ ਪਿਆ। ਸੋਚੋ, ਜਦੋਂ ਗੁਰੂ ਨਾਨਕ ਦੇਵ ਜੀ ਛੋਟੇ ਸੀ ਤੇ ਚੁੱਕ ਚੁੱਕ ਕੇ ਮਹਾਰਾਜ ਜੀ ਨੂੰ ਘਰ ਖੜਦਾ ਸੀ ਸਾਧ ਸੰਗਤ ਜੀ, ਤੇ ਅੱਜ ਉਹ ਗੁਰੂ ਨਾਨਕ ਦੀ ਗੋਦੀ 'ਚ ਲੇਟੇ। ਗੁਰੂ ਪਿਆਰਿਓ, when Guru Nanak Dev Ji asks, how do you want to be cremated? ਤੇ ਭਾਈ ਮਰਦਾਨਾ ਜੀ ਜਵਾਬ ਦਿੰਦੇ ਨੇ, ਕਹਿਣ ਲੱਗੇ, ਵਾਹ ਬਾਬਾ, ਅਜੇ ਵੀ ਸਰੀਰ ਦੀਆਂ ਗੱਲਾਂ। ਵਾਹ ਬਾਬਾ, are you still talking about this physical body? ਮਹਾਰਾਜ ਕਹਿਣ ਲੱਗੇ, ਨਹੀਂ ਮਰਦਾਨਿਆ, ਤੇਰੇ ਜਾਣ ਤੋਂ ਬਾਅਦ ਜੇ ਤੂੰ ਚਾਵੇਂ, ਤੈਨੂੰ ਖਾਕ ਦੇ ਸਬੁਰਦ ਕਰਕੇ ਇੱਥੇ ਤੇਰੀ ਬਹੁਤ ਵੱਡੀ ਕਬਰ ਬਣਾਈ ਹੈ। I will make a ਸਮਾਧ for you, a proper place where people will flock here and they will remember you. ਤੈਨੂੰ ਇੱਥੇ ਤੇਰੀ ਕਬਰ ਬਣਾ ਦਈਏ। ਸਾਧ ਸੰਗਤ ਜੀ, ਪੱਥਰ ਲਾਵਾਂਗੇ ਤੇ ਤੇਰੀ ਕਬਰ ਨੂੰ ਸਾਰੇ ਆਣ ਕੇ ਪੂਜਣਗੇ, ਸਾਰਾ ਸੰਸਾਰ ਪੂਜੇਗਾ। ਮੇਰੇ ਭਾਈ ਮਰਦਾਨੇ ਜੀ ਦਾ ਜਵਾਬ ਸੁਣ ਲਓ। ਗੋਦੀ 'ਚ ਲੇਟੇ ਨੇ ਜਿਸ ਗੁਰੂ ਨਾਨਕ ਦੇ ਦਰਸ਼ਨ ਸਾਰੀ ਉਮਰ ਕੀਤੇ। ਅੱਜ ਭਾਈ ਮਰਦਾਨਾ ਕਹਿਣ ਲੱਗੇ, ਬਾਬਿਆ, ਸਾਰੀ ਉਮਰ ਤੁਸਾਂ ਸਾਡੇ ਕੋਲੋਂ ਕੀਰਤਨ ਕਰਾਇਆ, ਛੋਟੀ ਉਮਰੋਂ ਤੁਸਾਂ ਸਾਡੀ ਬਾਹ ਫੜੀ, ਸਾਨੂੰ ਸੰਗਤ ਦੀ ਨਾਮ ਦੀ ਦਾਤ ਦਿੱਤੀ। ਬਾਬਿਆ, ਅੱਜ ਜਦੋਂ ਅਸੀਂ ਆ ਚਮੜੀ ਦੀ ਕਬਰ ਛੱਡ ਕੇ ਚੱਲੇ ਆ, ਤੇ ਤੁਸੀਂ ਸਾਨੂੰ ਇੱਟਾਂ ਦੀ ਕਬਰ ਵਿੱਚ ਕਿਉਂ ਪਾਉਣ ਲੱਗੇ ਹੋ? ਆਖੋ ਸਤਨਾਮ। ਗੁਰੂ ਨਾਨਕ ਦੇਵ ਜੀ ਆਖਰੀ ਸਮੇਂ ਤੇ ਪ੍ਰੀਖਿਆ ਲੈ ਰਹੇ। ਦੇਖੋ, ਮੇਰਾ ਗੁਰਸਿੱਖ ਜੀਵਨ ਮੁਕਤ ਹੈ। ਬ੍ਰਹਮ ਗਿਆਨ ਦੀ ਅਵਸਥਾ ਵਿੱਚ ਧੰਨ ਧੰਨ ਭਾਈ ਮਰਦਾਨਾ ਜੀ ਲੀਨ। ਹੀ is speaking and he has no regards for this perishable body. ਤੇ ਗੁਰੂ ਪਿਆਰਿਓ, ਜਿਸ ਵੇਲੇ ਮਹਾਰਾਜ ਜੀ ਨੂੰ ਇਹ ਗੱਲ ਦੱਸੀ, ਗੁਰੂ ਨਾਨਕ ਦੇਵ ਜੀ ਦੇ ਅੱਖਾਂ ਤੋਂ ਨੀਰ ਵਹਿਆ। ਮਹਾਰਾਜ ਜੀ ਕਹਿਣ ਲੱਗੇ ਕਿ ਮਰਦਾਨਿਆਂ, ਜਿੱਥੇ ਸਾਡਾ ਵਾਸਾ ਉੱਥੇ ਤੇਰਾ ਵਾਸਾ। ਗੁਰੂ ਪਿਆਰਿਓ, ਭਾਈ ਮਰਦਾਨਾ ਜੀ breathes his last on the laps of Guru Nanak Dev Ji. In conclusion, I know we've gone over the time, but you're sitting with so much love and concentration. ਮੈਨੂੰ ਇੱਥੋਂ ਦਿਸ ਰਿਹਾ ਕੋਈ ਨਹੀਂ ਬੋਲ ਰਿਹਾ। ਆਖੋ ਸਤਨਾਮ। ਕਮਾਲ ਹੈ ਐਸੀ ਸੰਗਤ ਜੋ ਟਿਕਾਓ ਵਿੱਚ ਕਥਾ ਸੁਣਦੀ। ਗੁਰੂ ਪਿਆਰਿਓ, in my last slide, let me just ask you one thing for you to think about tonight and the whole of tomorrow before you come for katha tomorrow. ਕੱਲ ਤੱਕ ਇਹ ਗੱਲ ਅੱਜ ਮਨ 'ਚ ਚੱਲੇ। ਮੈਨੂੰ ਇਹ ਗੱਲ ਜ਼ਰੂਰ ਦੱਸਿਓ, ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਲਈ ਕੀਰਤਨ ਕਿੰਨੇ ਸਮੇਂ ਲਈ ਕੀਤਾ? ਕਈ ਕਹਿੰਦੇ ਨੇ 52 ਸਾਲ, 48 ਸਾਲ, whatever variations। ਗੱਲ ਮੁਕਾਉਣ ਲਈ ਅਸੀਂ 50 ਸਾਲ ਰੱਖ ਲਈਏ। 50 years ਗੁਰੂ ਨਾਨਕ ਦੇਵ ਜੀ stayed with ਭਾਈ ਮਰਦਾਨਾ and ਭਾਈ ਮਰਦਾਨਾ ਜੀ did ਕੀਰਤਨ with them। ਕੱਲ ਮੈਂ ਤੁਹਾਨੂੰ ਪੁੱਛਿਆ ਸੀ, ਸਭ ਤੋਂ ਪਹਿਲਾਂ ਕਿਹਨਾਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ? ਦੌਲਤਾਂ ਦਾਈ ਨੇ। ਸਭ ਤੋਂ ਪਹਿਲਾਂ ਸਿੱਖ ਕੌਣ ਹੋਏ? ਮਾਤਾ ਨਾਨਕੀ ਜੀ। ਤੇ ਗੁਰੂ ਪਿਆਰਿਓ, ਅੱਜ ਮੈਨੂੰ ਇਹ ਗੱਲ ਦੱਸੋ, ਗੁਰੂ ਨਾਨਕ ਦੇਵ ਜੀ ਦੇ ਘਰ ਆਪਣੀ ਭੈਣ ਸੀ, ਮਾਂ ਪਿਓ ਸੀ, ਆਪਣੀ ਘਰ ਵਾਲੀ ਸੀ ਮਾਤਾ ਸੁਲੱਖਣੀ, 2 ਚੰਦ ਵਰਗੇ ਸੋਹਣੇ ਪੁੱਤਰ ਸੀ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਬਣ ਕੇ ਆਏ। 9 ਸਾਲ ਗੁਰੂ ਅੰਗਦ ਦੇਵ ਜੀ ਨੇ ਲਾਏ। ਗੁਰੂ ਅੰਗਦ ਦੇਵ ਜੀ stays for 9 years with ਗੁਰੂ ਨਾਨਕ ਦੇਵ ਜੀ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਐਸੀ ਕਿਰਪਾ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਆਪਣੇ ਕੰਨਾਂ ਨਾਲ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਨੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਆਪਣੀ ਰਸਨਾ ਨਾਲ ਗੁਰੂ ਨਾਨਕ ਨਾਲ ਬਚਨ ਕੀਤੇ,
ਤੇ ਸਾਧ ਸੰਗਤ ਜੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪਿਆਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਮਾਣਿਆ, ਉਹ ਹੈ ਮੇਰੇ ਧੰਨ ਧੰਨ ਭਾਈ ਮਰਦਾਨਾ ਜੀ। Guru Nanak Dev did not even spend that much time with his own family. Satguru Guru Nanak Dev Ji did not spend that much time with his own sons, wife, and even with Bhai Lehna Ji, ਜਿਹਨੂੰ ਆਪਣਾ ਰੂਪ ਬਣਾ ਕੇ ਰੱਖਿਆ। ਸਭ ਤੋਂ ਜ਼ਿਆਦਾ ਸਮਾਂ ਜੇ ਕਿਸੇ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਿਲੀ ਤੇ ਉਹ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਕੀਰਤਨੀਆ ਧੰਨ ਧੰਨ ਭਾਈ ਮਰਦਾਨਾ ਜੀ। ਗੁਰੂ ਪਿਆਰਿਓ, ਭਲੋ ਭਲੋ ਰੇ ਕੀਰਤਨੀਆਂ, ਐਸੇ ਕੀਰਤਨੀਆਂ ਦੀ ਧੰਨਤਾ ਹੀ ਹੈ ਜਿਨ੍ਹਾਂ ਨੇ ਸਾਰੀ ਉਮਰ ਧੰਨ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਤੇ ਆਪਣਾ ਜੀਵਨ ਸਫਲ ਕੀਤਾ। ਆਖਰੀ ਪੰਕਤੀ ਦੇਖ ਲਓ, ਦੇਖੋ ਗੁਰਬਾਣੀ ਪਿਆਰ ਬਾਰੇ ਕੀ ਕਹਿੰਦੇ। ਸਾਚੀ ਪ੍ਰੀਤ ਨਾ ਟੁੱਟੈ, ਪਿਆਰੇ ਜੁਗ ਜੁਗ ਰਹੀ ਸਮਾਏ। ਜਿਹੜੇ ਸਤਿਗੁਰੂ ਨਾਲ ਸੱਚੀ ਪ੍ਰੇਮ ਭਾਵਨਾ ਨਾਲ ਪਿਆਰ ਕਰਦੇ ਨੇ, ਉਹਨਾਂ ਦੀ ਪ੍ਰੀਤੀ ਕਦੇ ਨਹੀਂ ਟੁੱਟਦੀ। ਇਟ ਸਟੇਜ਼ ਫੋਰਐਵਰ, ਕਦੇ ਨਹੀਂ ਟੁੱਟਦੀ। ਗੁਰੂ ਨਾਨਕ ਨਾਲ ਪਿਆਰ ਪਾਓ। The whole aim of this ਸਮਾਗਮ is for us to fall in love with Guru Nanak, nothing else. ਮੈਂ ਇੱਥੇ ਕਿਸੇ ਨੂੰ ਸੁਣਾਉਣ ਨਹੀਂ ਆਇਆ, ਕਿਤੇ ਕੋਈ ਹੋਰ ਮੇਰਾ ਕੋਈ ਮਕਸਦ ਨਹੀਂ, ਕੇਵਲ ਤੇ ਕੇਵਲ ਪਿਆਰ ਪੈ ਜਾਏ ਸਾਡਾ ਗੁਰੂ ਨਾਨਕ ਦੇਵ ਜੀ ਨਾਲ। ਆਓ ਗੁਰੂ ਪਿਆਰਿਓ, 2 ਪੰਕਤੀਆਂ ਪੜ੍ਹ ਕੇ ਸਾਰੇ ਸਿੱਧੇ ਹੋ ਕਰਕੇ ਬੈਠੀਏ ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਆਪਾਂ 2 ਪੰਕਤੀਆਂ ਪੜ੍ਹ ਕੇ ਤੇ ਸਮਾਪਤੀ ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਆਓ ਸਾਰਿਆਂ ਨੇ ਕਿਰਪਾ ਕਰਨੀ, ਮੈਨੂੰ ਕਹਿਣਾ ਨਾ ਪਵੇ ਕਿ ਉੱਚੀ ਬੋਲਿਓ। ਰੋਜ਼ ਰਾਤ ਪਰ ਮੈਂ ਕਹਿੰਦਾ ਵਾਂ, ਪਰ ਫਿਰ ਵੀ ਮੈਨੂੰ ਕਹਿਣਾ ਪੈਂਦਾ, ਆਖੋ ਸਤਨਾਮ। ਮੈਨੂੰ ਕਿਰਪਾ ਕਰਿਓ ਜੀ ਗੁਰੂ ਪਿਆਰਿਓ। ਆਓ ਸਾਰੇ ਆਪਣੀ ਰਸਨਾ ਨਾਲ ਕਿਰਪਾ ਕਰੋ ਜੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਜਪੋ ਜੀ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ।
ऐसे गुर को बल बल जाइए, ऐसे गुर को बल बल जाइए। आप मुकत मोहि तारै, आप मुकत मोहि तारै। ਧੰਨ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਸਾਧ ਸੰਗਤ ਜੀ ਚਾਵਾਂ ਨਾਲ ਅਸੀਂ ਗੁਰਪੁਰਬ ਦਾ ਸਵਾਗਤ ਕਰੀਏ। ਸੋ ਸਾਧ ਸੰਗਤ ਜੀ ਇਹੀ ਕਥਾ ਕੱਲ ਨੂੰ ਆਪਾਂ ਗਾਂ ਨੂੰ ਤੋਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਮੇਰੀਆਂ ਗਲਤੀਆਂ ਨਾ ਚਿਤਾਰਨੀਆਂ। ਗੁਰੂ ਅਤੇ ਸੰਗਤ ਬਖਸ਼ਣਹਾਰ ਹਨ। ਇੱਕ ਸਾਧ ਸੰਗਤ ਜੀ ਅਸੀਸ ਭਰਿਆ ਹੱਥ ਸਿਰ ਤੇ ਰੱਖ ਕਰਕੇ ਅਸੀਸ ਦਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਨੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੁਰੇ ਸਲੋਕ। ਭਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ। ਨਾਨਕ ਤੇ ਮੁਖ ਉਜਲੇ, ਜਪੋ ਜੀ ਜਿਨੀ ਨਾਮ ਤੇ ਆਇਆ। ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।